ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋਅ। ਅੱਜ ਦੇ ਇਸ ਸ਼ੋਅ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਕਹਿੰਦੀ ਹਾਂ। ਤੁਹਾਨੂੰ ਪਤਾ ਕਿ ਹਰ ਬੁੱਧਵਾਰ ਪਿਛਲੇ ਤਕਰੀਬਨ 1.5 ਸਾਲ ਤੋਂ ਸਿਲਸਿਲਾ ਲਗਾਤਾਰ ਚੱਲਦਾ ਆ ਰਿਹਾ ਵੰਡਰਫੁਲ ਵੂਮੈਨਸ ਵੈਨਸਡੇ ਦਾ। ਬੇਸ਼ੱਕ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿ ਇਹ ਜ਼ਰੂਰੀ ਨਹੀਂ ਹੈ ਕਿ ਹੁਣ ਹਰ ਬੁੱਧਵਾਰ ਜਾਂ ਵੈਨਸਡੇ ਹੀ ਅਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਿਆ ਕਰਾਂਗੇ, ਪਰ ਇਹ ਹੈ ਕਿ ਮੇਰੇ ਕੋਲੋਂ ਰਹਿ ਨਹੀਂ ਹੁੰਦਾ। ਮੇਰਾ ਦਿਲ ਕਰਦਾ ਹੈ ਕਿ ਹਰ ਬੁੱਧਵਾਰ ਹਰ ਵੈਨਸਡੇ ਮੇਰੇ ਨਾਲ ਕੋਈ ਨਾ ਕੋਈ ਵੰਡਰਫੁਲ ਵੂਮਨ ਹੋਣੀ ਹੀ ਚਾਹੀਦੀ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਦੀ ਇੱਕ ਖੂਬਸੂਰਤ ਸ਼ਖਸੀਅਤ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਜਾ ਰਹੀ ਹੈ। ਜਦੋਂ ਮੈਂ ਉਹਨਾਂ ਨੂੰ ਪਹਿਲੀ ਵਾਰੀ ਉਹਨਾਂ ਦੇ ਨਾਲ ਗੱਲਬਾਤ ਕੀਤੀ, ਮੈਨੂੰ ਯਾਦ ਹੈ ਕਿ ਮੈਂ ਜਿੰਨੀ ਜਾਣਕਾਰੀ ਉਹਨਾਂ ਦੇ ਕੋਲ ਹੈ, ਮੈਂ ਉਸ ਜਾਣਕਾਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ। ਜਿੱਦਾਂ ਜਿੱਦਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੈਨੂੰ ਮੌਕਾ ਹੋਰ ਮਿਲਦਾ ਗਿਆ, ਮੈਂ ਉਹਨਾਂ ਦੀ ਜਿਹੜੀ ਪਰਸਨੈਲਿਟੀ ਹੈ, ਉਹਨਾਂ ਦਾ ਵਿਅਕਤੀਤਵ ਹੈ, ਉਹਦੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ। ਬਹੁਤ ਖੁਸ਼ ਦਿਲ, ਜ਼ਿੰਦਾ ਦਿਲ ਇਨਸਾਨ ਨੇ। ਜਿੱਥੇ ਮੈਂ ਰੋਜ਼ ਅੱਜ ਕੱਲ੍ਹ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਕਿ ਘੱਟੋ ਘੱਟ ਆਪਾਂ ਵੈਲੈਂਟਾਈਨਸ ਡੇ ਤੱਕ ਮੁਹੱਬਤ ਦੀ, ਪਿਆਰ ਦੀ ਗੱਲਬਾਤ ਕਰੀਏ। ਵੱਖ-ਵੱਖ ਆਸਪੈਕਟਸ ਮੁਹੱਬਤ ਦੇ, ਪਿਆਰ ਦੇ ਮੈਂ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ। ਆਪਾਂ ਸੋਮਵਾਰ ਗੱਲ ਕੀਤੀ ਸੀ ਆਪਣੇ ਆਪ ਨਾਲ ਪਿਆਰ ਬਾਰੇ, ਸੈਲਫ ਲਵ ਜਿਹਨੂੰ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਹੈ। ਕੱਲ੍ਹ ਗੱਲ ਕਰ ਰਹੇ ਸੀ ਪਲੈਟੋਨਿਕ ਲਵ ਦੀ, ਉਹਦੇ ਨਾਲ ਪਿਆਰ ਦੇ ਵਿੱਚ ਐਕਸਪੈਕਟੇਸ਼ਨਸ ਦੀ ਗੱਲ ਕੀਤੀ। ਅਤੇ ਅੱਜ ਮੈਂ ਗੱਲ ਕਰਨੀ ਆ ਜ਼ਿੰਦਗੀ ਨੂੰ ਪਿਆਰ ਕਰਨ ਦੀ। ਅਤੇ ਅੱਜ ਜਿਹੜੀ ਇਹ ਸ਼ਖਸੀਅਤ ਮੇਰੇ ਨਾਲ ਹੈ, ਮੈਨੂੰ ਜਦੋਂ ਇਹਨਾਂ ਦੇ ਨਾਲ ਮੈਂ ਗੱਲ ਕਰਦੀ ਹਾਂ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਵਾਕਈ ਜ਼ਿੰਦਗੀ ਨੂੰ ਜ਼ਿੰਦਾ ਦਿਲੀ ਦੇ ਨਾਲ ਇਹ ਜੀ ਰਹੇ ਨੇ, ਜ਼ਿੰਦਗੀ ਨੂੰ ਪਿਆਰ ਕਰ ਰਹੇ ਨੇ, ਪਿਆਰ ਵੰਡ ਵੀ ਰਹੇ ਨੇ। ਇਹਨਾਂ ਨੇ ਵੱਖ-ਵੱਖ ਪੋਜੀਸ਼ਨਸ ਦੇ ਉੱਤੇ ਕੰਮ ਕੀਤਾ। ਖਾਸ ਤੌਰ 'ਤੇ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਇਹ ਟੂਰਿਜ਼ਮ ਵਿਕਟੋਰੀਆ, BC ਫੈਰੀਜ਼, ਰਾਇਲ BC ਮਿਊਜ਼ੀਅਮ ਦੇ ਨਾਲ ਕੰਮ ਕਰਦੇ ਰਹੇ ਨੇ ਅਤੇ ਪਿਛਲੇ ਕਈ ਸਾਲਾਂ ਤੋਂ BC ਟੈਨੈਂਸੀ ਬ੍ਰਾਂਚ ਦੇ ਵਿੱਚ ਸੀਨੀਅਰ ਇਨਫੋਰਮੇਸ਼ਨ ਆਫਿਸਰ ਦੇ ਤੌਰ 'ਤੇ ਕੰਮ ਕਰ ਰਹੇ ਨੇ। ਮੈਨੂੰ ਲੱਗਦਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਕਿ ਮੈਂ ਗੱਲ ਕਰ ਰਹੀ ਹਾਂ ਰੰਗੀਨਾ ਸਿੱਧੂ ਹੋਣਾ ਦੀ। ਰੰਗੀਨਾ ਸਿੱਧੂ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ। ਰੰਗੀਨਾ ਜੀ, ਜੀ ਆਇਆਂ ਨੂੰ। ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਨਵਜੋਤ ਜੀ। ਤੁਸੀਂ ਤੇ ਮੈਨੂੰ ਕੀ ਕਹਿੰਦੇ ਨੇ 9ਵੇਂ ਅਸਮਾਨ ਤੇ ਚੜਾਤਾ। 7ਵਾਂ ਅਸਮਾਨ ਤੇ ਹੁੰਦਾ ਹੀ ਹੈ, ਪਰ ਤੁਸੀਂ ਤੇ 9ਵੇਂ ਤੇ ਚੜਾਤਾ। ਇੰਨਾ ਜ਼ਿਆਦਾ ਮੇਰੇ ਬਾਰੇ ਅੱਛਾ ਬੋਲ ਕੇ, ਮਤਲਬ ਮੈਂ ਲਾਇਕ ਤੇ ਨਹੀਂ ਆ ਇਸ ਦੇ, ਬਟ ਥੈਂਕ ਯੂ ਸੋ ਮਚ। ਇਟਸ ਐਨ ਆਨਰ ਟੂ ਬੀ ਔਨ ਯੋਰ ਸ਼ੋ। ਨਹੀਂ, ਮੈਂ ਜਿਹੜੀ ਗੱਲ ਕੀਤੀ ਮੈਂ ਦਿਲ ਤੋਂ ਗੱਲ ਕੀਤੀ। ਤੁਹਾਨੂੰ ਵੀ ਪਤਾ ਕਿ ਮੈਨੂੰ ਲੱਗਦਾ ਤਕਰੀਬਨ ਆਪਾਂ 2 ਸਾਲ ਤੋਂ ਵੱਧ ਸਮਾਂ ਹੋ ਗਿਆ ਆਪਸ 'ਚ ਗੱਲਬਾਤ ਕੀਤਿਆਂ, ਪਰ ਤੁਹਾਡੀ ਸ਼ਖਸੀਅਤ ਦਾ ਪ੍ਰਭਾਵ ਹਮੇਸ਼ਾ ਮੈਂ ਮਹਿਸੂਸ ਕਰਦੀ ਹਾਂ। ਸੋ ਰੰਗੀਨਾ ਜੀ, ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਬਹੁਤੀ ਵਾਰੀ ਬੁੱਧਵਾਰ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ, ਕਿਸੇ ਨਾ ਕਿਸੇ ਵਿਮਨ ਦੀ ਜਰਨੀ ਲੈ ਕੇ ਆਉਣੀ ਹੁੰਦੀ ਆ। ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਚਾਹਾਂਗੀ ਕਿ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਨੇ, ਖਾਸ ਕਰਕੇ ਜਦੋਂ ਤੁਹਾਨੂੰ ਸੁਣ ਰਹੀਆਂ ਹੋਣਗੀਆਂ, ਕਿਤੇ ਨਾ ਕਿਤੇ ਆਪਣੀ ਜਰਨੀ ਨੂੰ ਉਹ ਤੁਹਾਡੀ ਜਰਨੀ ਦੇ ਨਾਲ ਜ਼ਰੂਰ ਕੋਰਿਲੇਟ ਕਰਨਗੀਆਂ। ਕੁਝ ਤੁਹਾਡੀਆਂ ਆਪਣੀਆਂ ਪਰਸਨਲ ਗੱਲਾਂ ਬਾਤਾਂ, ਕੁਝ ਪ੍ਰੋਫੈਸ਼ਨਲ ਗੱਲਾਂ ਬਾਤਾਂ, ਅਤੇ ਕੁਝ ਜਿਹੜੇ ਆਪਾਂ ਜ਼ਿੰਦਗੀ ਦੇ ਰੰਗ ਆ, ਸਾਰੇ ਹੀ ਆਪਾਂ ਸਾਂਝੇ ਤੌਰ ਦੇ ਉੱਤੇ ਉਹਨਾਂ ਨੂੰ ਦੇਖਦੇ ਹਾਂ, ਮਹਿਸੂਸ ਕਰਦੇ ਹਾਂ, ਉਹਨਾਂ ਬਾਰੇ ਗੱਲਾਂ ਕਰਾਂਗੇ। ਸੋ ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਡੇ ਲਈ ਇਹੀ ਹੈ ਕਿ ਵਿਕਟੋਰੀਆ ਦੇ ਵਿੱਚ ਤੁਸੀਂ ਰਹਿ ਰਹੇ ਹੋ, ਕਿੰਨੇ ਕੁ ਸਾਲਾਂ ਤੋਂ ਰਹਿ ਰਹੇ ਹੋ? ਜੀ ਮੈਨੂੰ ਹੁਣ, ਅਸੀਂ ਜਦੋਂ ਆਏ ਸੀਗੇ, ਮੈਂ ਆਪਣੀ ਫੈਮਿਲੀ ਨਾਲ, ਆਪਣੇ ਫਾਦਰ ਸਾਹਿਬ ਨਾਲ ਤੇ ਮਦਰ ਤੇ ਬ੍ਰਦਰ ਨਾਲ ਮਾਈਗਰੇਟ ਹੋਏ ਸੀਗੇ ਅਸੀਂ 1995 'ਚ। ਸੋ ਸਾਨੂੰ ਆਲਮੋਸਟ 26 ਸਾਲ ਹੋ ਗਏ, ਪਰ ਅਸੀਂ ਆਏ ਸਿੱਧਾ ਵਿਕਟੋਰੀਆ ਹੀ ਸੀਗੇ, ਕਿਉਂਕਿ ਇੱਥੇ ਥੋੜ੍ਹੀ ਬਹੁਤ ਮੇਰੀ ਫੈਮਿਲੀ ਰਹਿੰਦੀ ਸੀ। ਹੋਰ ਸ਼ਹਿਰਾਂ 'ਚ ਸਾਡੇ ਘੱਟ ਸੀਗੇ ਉਦੋਂ, ਤੇ ਉਦੋਂ ਦੇ ਅਸੀਂ ਇੱਥੇ ਹੀ ਹਾਂ, ਇੱਥੇ ਹੀ ਰਹਿ ਰਹੇ ਹਾਂ। ਪਤਾ ਨਹੀਂ ਇੰਨਾ ਪਿਆਰ ਪੈ ਗਿਆ ਕਿ ਕਦੀ ਜਾਣ ਦੀ ਲੋੜ ਹੀ ਨਹੀਂ ਮਹਿਸੂਸ ਹੋਈ, ਜਾਂ ਕਦੀ ਕੋਸ਼ਿਸ਼ ਵੀ ਨਹੀਂ ਕੀਤੀ। ਹਾਂਜੀ, ਸੋ 25 ਸਾਲ ਹੋ ਗਏ ਮੈਨੂੰ ਇੱਥੇ ਰਹਿੰਦਿਆਂ ਨੂੰ। ਅਤੇ ਇਹ ਜਿਹੜੀ ਗਵਰਮੈਂਟ ਜੋਬ ਦੇ ਵਿੱਚ ਇਸ ਵੇਲੇ ਤੁਸੀਂ ਹੈਗੇ ਹੋ, ਕਿੰਨੇ ਕੁ ਸਾਲਾਂ ਤੋਂ? ਤੋ ਮੈਨੂੰ ਗਵਰਮੈਂਟ ਜੋਬ 'ਚ ਹੁਣ ਆਲਮੋਸਟ 22 ਸਾਲ ਹੋ ਗਏ। ਇਸ ਸਾਲ 22 ਸਾਲ ਪੂਰੇ ਹੋ ਗਏ ਮੇਰੇ ਗਵਰਮੈਂਟ 'ਚ। 10 ਕੁ ਸਾਲ ਮੈਂ ਕਲੈਕਸ਼ਨਸ ਵਿੱਚ ਕੰਮ ਕੀਤਾ ਸੀਗਾ। ਉਹਦੇ 'ਚ ਮੈਂ ਪ੍ਰੋਵਿੰਸ਼ੀਅਲ ਸੇਲਸ ਟੈਕਸ ਦੇ ਕਲੈਕਸ਼ਨਸ ਐਨਾਲਿਸਟ ਦਾ ਕੰਮ ਕੀਤਾ ਸੀ। ਫਿਰ ਮੈਨੂੰ ਇਹ ਟੈਨੈਂਸੀ ਬ੍ਰਾਂਚ ਦੀ ਓਪਰਚੁਨਿਟੀ ਮਿਲੀ। ਫਿਰ ਮੈਂ ਇਹਨਾਂ ਕੋਲ ਆਲਮੋਸਟ ਹੁਣ 13 ਕੁ ਸਾਲ ਦੀ ਇਹਨਾਂ ਕੋਲ ਕੰਮ ਕਰ ਰਹੀ ਹਾਂ। 22-23 ਸਾਲ ਮੈਨੂੰ ਹੋ ਗਏ ਗਵਰਮੈਂਟ ਨਾਲ। ਹਾਂਜੀ। ਸੋ 2022 ਦੇ ਵਿੱਚ 22 ਸਾਲ, ਕਿਆ ਬਾਤ ਹੈ। ਹਾਂਜੀ, ਹੋ ਗਿਆ ਰਾਈਟ। ਹਾਂਜੀ। ਅੱਛਾ, ਆਪਣੇ ਬਾਰੇ ਦੱਸੋ ਕਿ ਇੰਡੀਆ ਤੋਂ ਕਿਸ ਜਗ੍ਹਾ ਤੋਂ ਤੁਸੀਂ ਹੈਗੇ ਹੋ? ਅਤੇ
हाँ, मेरी ਜੰਮਪਲ ਐਕਚੁਅਲੀ ਮੈਂ ਜੰਮੀ ਲੁਧਿਆਣਾ ਸੀਗੀ, ਜੋ ਮੇਰੇ ਪੇਰੈਂਟਸ ਉਦੋਂ ਪੋਸਟਡ ਸੀਗੇ ਉੱਥੇ, ਤੇ ਪਰ ਮੇਰਾ ਬ੍ਰੌਟ ਅਪ ਚੰਡੀਗੜ੍ਹ ਦਾ ਹੈਗਾ। ਤੇ ਪਹਿਲਾਂ ਮੈਂ ਸੇਕਰਡ ਹਾਰਟ ਚੰਡੀਗੜ੍ਹ 26 ਸੈਕਟਰ ਹੈਗਾ ਇੱਕ ਸਕੂਲ, ਉੱਥੇ ਪੜ੍ਹੀ ਕਨਵੈਂਟ ਸਕੂਲ 'ਚ। ਫਿਰ ਉਹਦੇ ਬਾਅਦ 12ਵੀਂ ਤੱਕ ਉੱਥੇ ਕਰਕੇ ਫਿਰ ਮੈਂ GCG ਚਲੀ ਗਈ। ਉਹਨਾਂ ਬੈਚਲਰਸ ਸ਼ੁਰੂ ਕੀਤੀ ਉੱਥੇ ਮੈਂ ਸਾਈਕੋਲੋਜੀ ਤੇ ਪਬਲਿਕ ਐਡਮਿਨਿਸਟ੍ਰੇਸ਼ਨ 'ਚ ਆਨਰਸ 'ਚ ਬੈਚਲਰ ਸੀਗੀ ਮੇਰੀ। ਬਟ ਵਿੱਚ ਫਿਰ ਅਸੀਂ ਇੱਧਰ ਦਾ ਸਾਡਾ ਹੋ ਗਿਆ, ਤੇ ਜੋ ਪੇਰੈਂਟਸ ਨੇ ਡਿਸਾਈਡ ਕੀਤਾ ਅਸੀਂ ਨਾਲ ਆ ਗਏ। ਉਦਾਂ ਨਹੀਂ ਇੰਨਾ ਚਾਨਣਾ ਨਹੀਂ ਸੀਗਾ ਉਦੋਂ 1995 ਚ ਲੋਕਾਂ ਨੂੰ ਇੰਨਾ ਨਹੀਂ ਸੀਗਾ। ਹਾਂ, ਸ਼ੌਕ ਹੁੰਦਾ ਸੀ ਵੀ, ਪਰ ਉਦੋਂ ਅਮਰੀਕਾ ਦਾ ਬਹੁਤ ਸ਼ੌਕ ਹੁੰਦਾ ਸੀ ਲੋਕਾਂ ਨੂੰ, ਕੈਨੇਡਾ ਦਾ ਘੱਟ ਪਤਾ ਸੀਗਾ। ਤੇ ਉਹ ਕੈਨੇਡਾ ਬਾਰੇ ਥੋੜੀ ਬਹੁਤੀ ਜਦੋਂ ਇਨਫੋਰਮੇਸ਼ਨ ਇਕੱਠੀ ਕੀਤੀ, ਜਦੋਂ ਉਹਨਾਂ ਨੇ ਬੁੱਕਸ ਵਗੈਰਾ ਭੇਜੀਆਂ, ਉਹ ਜਦੋਂ ਇੰਟਰਵਿਊ ਉਦੋਂ ਹੁੰਦਾ ਸੀ। ਹੁਣ ਮੈਨੂੰ ਪਤਾ ਨਹੀਂ, ਜਦੋਂ ਤੁਹਾਡੀ ਇਮੀਗ੍ਰੇਸ਼ਨ ਹੁੰਦੀ ਸੀ ਉਹ ਤੁਹਾਨੂੰ ਇੱਕ ਬੁੱਕ ਦਿੰਦੇ ਸੀ, ਵੈਲਕਮ ਟੂ ਕੈਨੇਡਾ, ਤੇ ਉਹਦੇ ਵਿੱਚ ਤੁਹਾਨੂੰ, ਹਾਂਜੀ, ਉਹ ਪਤਾ ਨਹੀਂ ਹੁਣ ਅੱਜ ਦਿੰਦੇ ਨੇ ਕਿ ਦਿੰਦੇ, ਪਰ ਉਹ ਦਿੰਦੇ ਸੀ। ਉਹਦੇ 'ਚ ਤੁਸੀਂ ਪੜ੍ਹ ਕੇ ਸੋਚਦੇ ਸੀ ਵੀ ਅੱਛਾ ਜੀ ਇਹ ਹੋਏਗਾ। ਉਹ ਇਮੇਜ ਤਾਂ ਬੜੀ ਸਵਰਗਾਂ ਵਰਗੀ ਕ੍ਰੀਏਟ ਕਰਦੇ ਨੇ, ਹੈ ਤਾਂ ਦੇਖਣ ਨੂੰ ਤਾਂ ਸਵਰਗ ਵਰਗਾ ਹੀ ਹੈ, ਬਟ ਇਨੀਸ਼ੀਅਲੀ ਬਹੁਤ ਸਟਰਗਲਸ ਕਰਨੀਆਂ ਪਈਆਂ ਜਦੋਂ ਅਸੀਂ ਇੱਥੇ ਆਏ ਹਾਂ, ਕਿਉਂਕਿ ਮੇਰੀ ਕੁਝ ਉਮਰ ਵੀ ਉਹੋ ਜਿਹੀ ਸੀਗੀ ਕਿ ਸਾਰਾ ਫਰੈਂਡ ਸਰਕਲ ਪਿੱਛੇ ਛੱਡ ਕੇ ਆਉਣਾ ਪਿਆ, ਸਾਰੀ ਐਜੂਕੇਸ਼ਨ ਸਿਸਟਮ ਛੱਡ ਕੇ ਆਉਣਾ ਪਿਆ। ਪਰ ਇਹ ਸੋਚ ਕੇ ਆਏ ਕਿ ਬਹੁਤ ਤਰੱਕੀਆਂ ਹੋਣਗੀਆਂ। ਉਹ ਇੱਥੇ ਆ ਕੇ ਇਹਦੇ ਆਪਣੇ ਸਟਰਗਲ ਸੀਗੇ, ਉਹ ਥੋੜੇ ਜਿਹੇ ਨਹੀਂ ਇੰਨਾ ਪਤਾ ਹੁੰਦਾ, ਇਨਫੋਰਮੇਸ਼ਨ ਵਾਈਜ਼ ਇੰਨਾ ਨਹੀਂ ਸੀ ਆਈਡੀਆ ਹੈਗਾ ਵੀ ਕੀ ਕਰ ਸਕਦੇ ਹਾਂ। ਸੋ ਜੋ ਕਿਸੇ ਨੇ ਕਹਿਤਾ, ਕੋਈ ਇੱਧਰ ਤੋਰ ਦਿੰਦਾ ਸੀ, ਉੱਧਰ ਤੁਰ ਪੈਂਦੇ ਸੀ, ਤੇ ਕੋਈ ਕਹਿੰਦਾ ਸੀ ਨਹੀਂ ਆਹ ਕਰ ਲਓ, ਇਹ ਵਧੀਆ, ਇੱਧਰ ਤੁਰ ਪਓ, ਅਸੀਂ ਉੱਧਰ ਤੁਰ ਪੈਂਦੇ ਸੀ। ਤੇ ਉਸ ਵੇਲੇ ਥੋੜੇ ਜਿਹੇ ਆਈ ਵੁੱਡ ਸੇ ਕਿ ਥੋੜੇ ਜਿਹੇ ਡਿਸੀਜਨ ਐਵੇਂ ਦੇ ਲਿੱਤੇ ਗਏ ਜਿਹੜੇ ਅੱਜ ਸ਼ਾਇਦ ਮੈਂ ਥੋੜੀ ਮੇਰੀ ਲਾਈਫ ਡਿਫਰੈਂਟ ਹੁੰਦੀ ਜੇ ਮੈਂ ਉਦੋਂ ਐਜੂਕੇਸ਼ਨ ਵੱਲ ਜਾਂ ਨੈਕਸਟ ਪ੍ਰੋਗਰੈਸ ਵੱਲ ਕਿਸੇ ਪਾਸੇ ਉੱਧਰ ਤੁਰ ਪੈਂਦੀ। ਬਟ ਠੀਕ ਹੈ, ਆਈ ਮੀਨ ਆਈ ਡਿਡ ਵਾਟ ਆਈ ਕੁਡ। ਮੈਂ ਅੱਜ ਤੱਕ ਕੋਈ ਵੀ ਓਪਰਚੁਨਿਟੀ ਹੱਥੋਂ ਜਾਣ ਨਹੀਂ ਦਿੱਤੀ। ਬੇਸਿਕਲੀ ਜੇ ਕੋਈ ਆ ਗਈ ਤੇ ਹਾਂ, ਅਵੇਲ ਕਰ ਲਓ। ਰੰਗੀਨਾ ਜੀ, ਤੁਸੀਂ ਜਿਹੋ ਜਿਹੇ ਸ਼ਹਿਰ ਦੇ ਵਿੱਚ ਰਹੇ ਹੋ, ਚੰਡੀਗੜ੍ਹ ਦੇ ਵਿੱਚ ਰਹੇ ਹੋ, ਉੱਥੇ ਆਲਰੇਡੀ ਬਹੁਤ ਪ੍ਰੋਗਰੈਸਿਵ ਲੋਕ ਨੇ, ਬਹੁਤ ਅਵੇਅਰ ਲੋਕ ਨੇ। ਜਿਹੜਾ ਬੱਚਿਆਂ ਦਾ, ਖਾਸ ਕਰਕੇ ਜੇ ਆਪਾਂ ਕੁੜੀਆਂ ਦੀ ਵੀ ਗੱਲ ਕਰਦੇ ਹਾਂ, ਕਿਹਾ ਜਾਂਦਾ ਕਿ ਕਾਫੀ ਜ਼ਿਆਦਾ ਉਹਨਾਂ ਨੂੰ ਪੜ੍ਹਨ ਲਿਖਣ ਦੀ ਆਜ਼ਾਦੀ ਹੈ, ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਦੀ ਆਜ਼ਾਦੀ ਹੈ, ਐਜ਼ ਕੰਪੇਅਰ ਟੂ ਪੰਜਾਬ ਜਾਂ ਪੰਜਾਬ ਦੇ ਜਿਹੜੇ ਬਾਕੀ ਹਿੱਸੇ ਹੈਗੇ ਆ। ਤੁਹਾਡੇ ਮਨ ਦੇ ਵਿੱਚ ਕੀ ਖਾਹਿਸ਼ ਹੁੰਦੀ ਸੀ ਕਿ ਵੀ ਮੈਂ ਕੀ ਬਣਨਾ? ਕਦੇ ਸੁਪਨਾ ਪਾਲਿਆ ਹੋਇਆ ਸੀ ਕੋਈ? ਹਾਂਜੀ, ਸੋ ਜਿਵੇਂ ਟਿਪੀਕਲ ਇੰਡੀਅਨ ਪੇਰੈਂਟਸ ਨਹੀਂ ਹੁੰਦੇ, ਨਹੀਂ ਕੁੜੀ ਡਾਕਟਰ ਬਣੇਗੀ ਤੇ ਮੁੰਡਾ ਇੰਜੀਨੀਅਰ ਬਣੇਗਾ, ਉਹ ਸਾਡੀ ਵੀ ਫੈਮਿਲੀ ਕੁਝ ਇਹੋ ਜਿਹੀ ਸੀਗੀ। ਪਰ ਮੇਰੀ ਇੱਛਾ ਸੀਗੀ ਟੀਚਰ ਬਣਨ ਦੀ। ਸੋ ਮੈਨੂੰ ਸੀਗਾ ਕਿ ਮੈਂ ਟੀਚਿੰਗ ਲਾਈਨ 'ਚ ਜਾਵਾਂ, ਇਸੇ ਕਰਕੇ ਮੈਂ ਸਾਈਕੋਲੋਜੀ ਤੇ ਪਬਲਿਕ ਐਡਮਿਨਿਸਟ੍ਰੇਸ਼ਨ ਲਿੱਤੀ ਸੀ। ਤੇ ਕੁਝ ਥੋੜਾ ਮੇਰਾ ਖਿਚਾਓ ਟੀਚਰ ਵੱਲ ਸੀਗਾ, ਕਿਉਂਕਿ ਮੈਂ ਹਜੇ ਵੀ ਸੋਚਦੀ ਹਾਂ ਕਿ ਆਈ ਕੈਨ ਟ੍ਰੇਨ ਪੀਪਲ। ਔਰ ਮੈਂ ਹੁਣ ਇਸ ਵੇਲੇ ਆਪਣੀ ਜੌਬ ਦੇ ਵਿੱਚ ਮੈਂ ਟ੍ਰੇਨਰ ਹੀ ਹਾਂ। ਸੋ ਇਵੈਂਚੁਅਲੀ ਮੈਂ ਕਰ ਹੀ ਲਿਆ ਜੋ ਮੈਂ ਕਰਨਾ ਸੀਗਾ, ਬਟ ਉਦੋਂ ਮੇਰੀ ਲਾਈਨ ਟੀਚਿੰਗ ਵੱਲ ਮੈਂ ਆਪਣਾ ਜੋ ਹੈ ਇੱਕ ਏਮ ਬਣਾ ਕੇ ਰੱਖਿਆ ਸੀਗਾ ਕਿ ਆਈ ਵਿਲ ਬੈਚਲਰਸ ਕਰਕੇ, ਮਾਸਟਰਸ ਕਰਕੇ, ਉੱਥੇ M.Ed ਕਰਾਂਗੇ, ਫਿਰ PhD ਕਰਾਂਗੇ, ਲਾਈਕ M.Phil ਚੱਲੇ ਜਾਵਾਂਗੇ। ਉਹ ਹਿਸਾਬ ਨਾਲ ਸੀਗਾ। ਇੱਥੇ ਆ ਕੇ ਐਜੂਕੇਸ਼ਨ ਦੇ ਵਿੱਚ ਤੇ ਨਹੀਂ ਮਿਲਿਆ ਮੈਨੂੰ, ਪਰ ਦੂਸਰਾ ਹੱਥ ਤੇ ਜਿਵੇਂ ਇੱਕ ਹੁੰਦਾ ਕਿ ਥੋੜੀ ਹੌਬੀ ਵਾਲਾ ਵੀ ਸੀਗਾ, ਉਹ ਮੈਨੂੰ ਟਰੈਵਲਿੰਗ ਦਾ ਬਹੁਤ ਸ਼ੌਂਕ ਹੈ। ਸੋ ਮੈਂ ਫਿਰ ਜਦ ਈਜ਼ੀ ਐਕਚੁਅਲੀ ਉਦੋਂ ਥੋੜਾ ਈਜ਼ੀ ਐਕਸੈਸ ਲੱਭਿਆ ਕਿ ਚਲੋ ਜਿਹੜਾ ਜਲਦੀ ਹੋ ਸਕੇ, ਉਹ ਫਿਰ ਮੈਂ ਟਰੈਵਲ ਕਾਉਂਸਲਿੰਗ ਦਾ ਪ੍ਰੋਗਰਾਮ ਕਰ ਲਿਆ ਇੱਥੇ, ਨਾਲ ਮੈਂ ਆਫਿਸ ਐਡਮਿਨਿਸਟ੍ਰੇਸ਼ਨ ਦਾ ਪ੍ਰੋਗਰਾਮ ਕਰ ਲਿਆ। ਥੋੜੀ ਜਿਹੀਆਂ ਸਟਰਗਲਸ ਹੋਰ ਵੀ ਹੁੰਦੀਆਂ ਨੇ, ਤੇ ਤੁਸੀਂ ਥੋੜਾ ਜਿਹਾ ਫਾਈਨੈਂਸ਼ੀਅਲ ਵੱਲ ਦੇਖਣ ਲੱਗ ਪੈਂਦੇ ਹੋ। ਐਕਚੁਅਲੀ ਮੇਰੇ ਫਾਦਰ ਸਾਹਿਬ ਜਿਹੜੇ ਨੇ ਉਹ ਉੱਥੋਂ ਰਿਟਾਇਰਡ ਸੀਗੇ, ਇੱਥੇ ਆ ਕੇ ਫਿਰ ਉਹਨਾਂ ਨੂੰ ਵੈਸੇ ਵੀ ਮਤਲਬ ਰਿਟਾਇਰਮੈਂਟ ਦੇ ਕਲੋਜ਼ ਸੀਗੇ, ਰਿਟਾਇਰਡ ਤਾਂ ਨਹੀਂ ਸੀ, ਪਰ ਜੌਬ ਇੱਥੇ ਆ ਕੇ ਉਹਨਾਂ ਨੂੰ ਬੜੀ ਮੁਸ਼ਕਿਲ, ਉਹਨਾਂ ਨੇ ਜ਼ਿਆਦਾ ਸਟਰਗਲਸ ਕੀਤੀਆਂ, ਅਸੀਂ ਥੋੜੀਆਂ ਘੱਟ ਕੀਤੀਆਂ। ਪਰ ਉਹਨਾਂ ਨੂੰ ਦੇਖ ਕੇ ਲੱਗਦਾ ਸੀ ਕਿ ਨਹੀਂ, ਫਿਰ ਥੋੜਾ ਹੱਥ ਵਟਾਉਣਾ ਚਾਹੀਦਾ, ਬਿਕਾਜ਼ ਉਹਨਾਂ ਨੇ ਸਾਨੂੰ ਜੋ ਲਾਈਫ ਚੰਡੀਗੜ੍ਹ ਦਿੱਤੀ ਸੀਗੀ ਉਹ ਤਾਂ ਅਸੀਂ ਕਦੀ ਵੀ ਵਾਪਸ ਨਹੀਂ ਕਰ ਸਕਦੇ ਉਹਨਾਂ ਨੂੰ। ਸੋ ਪ੍ਰੋਗਰੈਸਿਵ ਸ਼ਹਿਰ 'ਚ ਸੀਗੀ। ਜਦੋਂ ਵੀ ਇੱਥੇ ਆਈ ਹਾਂ ਮੈਂ, ਸ਼ੁਰੂ ਤੋਂ ਹੀ ਲੋਕੀ ਇੰਗਲਿਸ਼ ਬੋਲਣ ਦੇ ਤਰੀਕੇ ਤੋਂ ਬੜੇ ਇੰਪ੍ਰੈਸ ਹੁੰਦੇ ਸੀ। ਉਹਦੇ 'ਚ ਤੁਸੀਂ ਇੰਗਲਿਸ਼ ਬੋਲਦੇ ਹੋ, ਮਤਲਬ ਇੰਡੀਆ 'ਚ ਵੀ ਤੁਸੀਂ ਇੰਗਲਿਸ਼ ਬੋਲਦੇ ਸੀ। ਤੇ ਉਹ ਥੋੜਾ ਜਿਹਾ ਮੈਨੂੰ ਲੱਗਦਾ ਸੀ ਵੀ ਇਹ ਕਿਉਂ ਸਾਨੂੰ ਇਸ ਤਰ੍ਹਾਂ ਸੋਚਦੇ ਨੇ। ਤੇ ਉਹ ਸ਼ੁਰੂ 'ਚ ਆ ਕੇ ਮੈਨੂੰ ਲੱਗਦਾ ਸੀ, ਮੈਂ ਕਿਹਾ ਕੀ ਲੋਕੀ ਨੇ, ਸਾਨੂੰ ਸਮਝਦੇ ਨਹੀਂ, ਇਹਨਾਂ ਨੂੰ ਸਾਡਾ ਕਲਚਰ ਨਹੀਂ ਸਮਝ ਹੈਗਾ। ਅਸੀਂ ਇੰਨਾ ਕੁਛ ਉਹਨਾਂ ਬਾਰੇ ਪੜ੍ਹ ਕੇ ਆਏ ਹਾਂ, ਇੰਨਾ ਕੁਛ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਇਹ ਦੀਜ਼ ਪੀਪਲ ਡੋਂਟ ਐਫਰਟ ਨਹੀਂ ਕਰਦੇ। ਸੋ ਮੇਰਾ ਬੜਾ ਰਹਿੰਦਾ ਸੀਗਾ ਕਿ ਮੈਂ ਇਹਨਾਂ ਨੂੰ ਆਪਣੇ ਕਲਚਰ ਬਾਰੇ ਸਮਝਾਵਾਂ ਕਿ ਅਸੀਂ ਇੰਨੇ ਬੈਕਵਰਡ ਨਹੀਂ ਹੈਗੇ, ਮਤਲਬ ਅਸੀਂ ਵੀ ਸਾਰਾ ਕੁਝ ਦੇਖਿਆ ਹੋਇਆ, ਥੋੜਾ ਇੱਥੇ ਡਿਫਰੈਂਟ ਹੈਗਾ, ਪਰ ਦੇਖਿਆ ਅਸੀਂ ਸਾਰਾ ਕੁਛ ਹੈ ਉੱਥੇ ਹੁਣ ਸ਼ਹਿਰਾਂ 'ਚ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਬ੍ਰੌਟ ਅਪ ਸਾਡਾ, ਤੇ ਉਸ ਤਰ੍ਹਾਂ ਹੀ ਹੋਇਆ ਜਿਸ ਤਰ੍ਹਾਂ ਇੱਥੇ ਸੀਗੇ। ਤੁਸੀਂ ਇਹ ਅੰਗਰੇਜ਼ੀ ਬੋਲਣ ਦੀ ਗੱਲ ਕਰ ਰਹੇ ਆ ਕਿ ਵੀ ਇਹ ਪ੍ਰੋਗਰੈਸਿਵ ਲੋਕ ਆ, ਅੰਗਰੇਜ਼ੀ ਇੰਨੇ ਵਧੀਆ ਤਰੀਕੇ ਦੇ ਨਾਲ ਬੋਲਦੇ ਆ, ਇਹ ਹੈਰਾਨੀ ਪ੍ਰਗਟ ਆਪਣੀ ਕਮਿਊਨਿਟੀ ਤੇ ਲੋਕ ਕਰਦੇ ਸੀ ਜਾਂ ਦੂਸਰੀਆਂ ਕਮਿਊਨਿਟੀਜ਼ ਦੇ ਲੋਕ?
ਐਕਚੁਅਲੀ ਗੋਰੇ ਜ਼ਿਆਦਾ ਹੈਰਾਨ ਹੁੰਦੇ ਸੀਗੇ ਕਿ ਇੰਨੀ ਇੰਗਲਿਸ਼ ਕਿਸ ਤਰ੍ਹਾਂ ਬੋਲ ਲਈ, ਮਤਲਬ ਇਹਨੂੰ ਫਲੂਐਂਟ, ਕਿਉਂਕਿ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਇੰਪ੍ਰੈਸ਼ਨ ਇਹੋ ਜਿਹਾ ਸੀ, ਜਾਂ ਉਸ ਵੇਲੇ ਜਿਹੜੇ ਲੋਕੀ ਆਏ ਸੀਗੇ ਉਹ ਜਾਂ ਆਉਂਦੇ ਸੀ ਐਜ਼ ਇਮੀਗ੍ਰੈਂਟਸ, ਉਹ ਨਾਟ ਜਸਟ ਇੰਡੀਅਨ ਕਮਿਊਨਿਟੀ, ਆਪਣੀ ਏਸ਼ੀਆ ਤੋਂ ਵੀ ਬਹੁਤ ਦੁਨੀਆ ਆਉਂਦੀ ਹੈ, ਉਹਨਾਂ ਨੂੰ ਵੀ ਇੰਗਲਿਸ਼ ਓਨੀ ਕੋਈ ਆਉਂਦੀ ਹੈ, ਆਪਣੇ ਆਹ ਮਿਡਲ ਈਸਟ ਤੋਂ ਵੀ ਲੋਕ ਆਉਂਦੇ ਨੇ। ਸੋ ਆਈ ਥਿੰਕ ਉਹ ਕੰਪੇਅਰ ਕਰਦੇ ਸੀਗੇ ਕਿ ਕਿਸ ਤਰ੍ਹਾਂ, ਸੋ ਆਪਣੀ ਕਮਿਊਨਿਟੀ ਫਿਰ ਵੀ ਥੋੜੀ ਪ੍ਰੋਗਰੈਸਿਵ ਹੁੰਦੀ ਸੀ, ਤੇ ਉਹਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਵੀ ਅੱਛਾ ਇੰਨੀ ਅੱਛੀ ਇੰਗਲਿਸ਼ ਕਿਸ ਤਰ੍ਹਾਂ, ਮਤਲਬ ਕਿਸ ਤਰ੍ਹਾਂ ਬੋਲ ਲਿਆ ਬੰਦੇ ਨੇ। ਕਿਉਂਕਿ ਜਦੋਂ ਤੁਸੀਂ ਰੈਜ਼ੂਮੇ ਕਿਤੇ ਦਿੰਦੇ ਹੋ ਜਾਂ ਅਪਲਾਈ ਕਿਤੇ ਕਰਦੇ ਹੋ, ਤੁਹਾਡਾ ਨਾਮ ਜਾਂਦਾ ਹੈ ਪਹਿਲਾਂ, ਸੋ ਨਾਮ ਉਹਨਾਂ ਨੂੰ ਪੱਕਾ ਪਤਾ ਹੈ ਕਿ ਇਹ ਨਾਮ ਇੰਡੀਅਨ ਕਮਿਊਨਿਟੀ ਦਾ ਹੈਗਾ। ਸੋ ਉਹਦੇ ਬਾਅਦ ਵੀ ਤੁਹਾਨੂੰ ਕੋਈ ਓਪਰਚੁਨਿਟੀ ਦੇਵੇ ਤੇ ਫਿਰ ਤੁਸੀਂ ਉਹਨਾਂ ਨੂੰ ਦੱਸੋ ਨਾ ਕਿ ਕਿਸ ਤਰ੍ਹਾਂ, ਮਤਲਬ ਹੂ ਐਮ ਆਈ, ਰਾਈਟ, ਤੁਸੀਂ ਤਾਂ ਤੁਹਾਨੂੰ ਓਪਰਚੁਨਿਟੀ ਮਿਲੂਗੀ ਤੇ ਤੁਸੀਂ ਦੱਸ ਸਕੋਗੇ। ਸੋ ਉਹ ਥੋੜਾ ਜਿਹਾ ਇਨੀਸ਼ੀਅਲੀ ਸਟਰਗਲ ਹੁੰਦਾ ਸੀਗਾ ਮੇਰਾ, ਬਟ ਫਿਰ ਜਦੋਂ ਲੋਕ ਮਿਲਦੇ ਸੀ ਕਹਿੰਦੇ ਸੀ ਬੜੀ ਵਧੀਆ ਤੁਸੀਂ ਉੱਥੇ, ਪਰ ਤੁਹਾਡੀ ਤਾਂ ਨੈਸ਼ਨਲ ਲੈਂਗੁਏਜ ਹਿੰਦੀ। ਮੈਂ ਕਿਹਾ ਵੀ ਬਿਜ਼ਨਸ ਲੈਂਗੁਏਜ ਸਾਡੀ ਇੰਗਲਿਸ਼ ਹੀ ਹੈ, ਅਸੀਂ ਉੱਥੇ ਹਰ ਚੀਜ਼, ਸਾਰੀ ਸਕੂਲਿੰਗ ਇੰਗਲਿਸ਼ ਚ ਕੀਤੀ ਹੈ, ਮਤਲਬ ਮੈਂ ਹਿੰਦੀ ਚ ਤੇ ਕਦੀ ਪੜ੍ਹੀ ਨਹੀਂ ਸੀਗੀ ਜੀ, ਹਿੰਦੀ ਸਾਨੂੰ 8th ਤੱਕ ਲੈਣੀ ਪੈਂਦੀ ਸੀ, ਉਹਦੇ ਬਾਅਦ ਤੁਸੀਂ ਇਲੈਕਟਿਵ ਲੈ ਸਕਦੇ ਸੀਗੇ। ਸੋ ਮੈਂ ਤਾਂ ਪੰਜਾਬੀ ਲਿੱਤੀ ਸੀ ਉਦੋਂ, ਤੇ ਨਾ ਤੇ ਕੀਤਾ ਨਹੀਂ ਕੁਛ, ਆਈ ਮੀਨ 11th 12th ਤਾਂ ਮੈਂ ਬਿਲਕੁਲ ਨਹੀਂ ਹਿੰਦੀ ਲਿੱਤੀ, ਸੋ ਇਟ ਵਾਸ ਵੈਰੀ ਡਿਫਰੈਂਟ। ਅੱਛਾ, ਹੁਣ ਇਹ ਗੱਲਾਂ ਤੁਸੀਂ ਉਸ ਸਮੇਂ ਦੀਆਂ ਕਰ ਰਹੇ ਹੋ ਜਦੋਂ ਤੁਸੀਂ ਇੱਥੇ ਨਵੇਂ ਆਏ। ਪਹਿਲਾਂ ਤੁਹਾਡੇ ਮਨ ਦੇ ਵਿੱਚ ਇਹ ਇੱਛਾ ਹੁੰਦੀ ਸੀ ਕਿ ਵੀ ਮੈਂ ਟੀਚਿੰਗ ਲਾਈਨ ਦੇ ਵਿੱਚ ਜਾ ਸਕਾਂ, ਪੜ੍ਹਾ ਸਕਾਂ। ਫਿਰ ਜਦੋਂ ਇੱਥੇ ਆ ਗਏ, ਫਿਰ ਕੋਈ ਆਪਣੇ ਲਈ ਤੁਸੀਂ ਲਾਈਨ ਚੂਜ਼ ਕੀਤੀ ਕਿ ਵੀ ਮੈਂ ਕੀ ਕਰਨਾ? ਕਿਉਂਕਿ ਮੈਂ ਦੇਖ ਰਹੀ ਹਾਂ ਜ਼ਿਆਦਾਤਰ ਜਿਹੜੀਆਂ ਤੁਹਾਡੀਆਂ ਜੋਬਸ ਹੈਗੀਆਂ ਤੁਹਾਡੀ ਟੂਰਿਜ਼ਮ ਦੇ ਨਾਲ ਸੰਬੰਧਿਤ ਹੈ, ਲੋਕਾਂ ਦੇ ਨਾਲ ਤੁਸੀਂ ਜ਼ਿਆਦਾ ਡੀਲਿੰਗ ਦੇ ਨਾਲ ਸੰਬੰਧਿਤ ਜੋਬਸ ਹੈਗੀਆਂ, ਚਾਹੇ BC ਫੈਰੀਜ਼ ਦੀ ਆਪਾਂ ਗੱਲ ਕਰਦੇ ਹਾਂ। ਤੁਸੀਂ ਆ ਕੇ ਐਜੂਕੇਸ਼ਨ ਵੀ ਇੱਥੇ ਲਈ ਆ, ਇਜ਼ ਦੈਟ ਰਾਈਟ? ਪੜ੍ਹੇ ਵੀ ਤੁਸੀਂ ਇੱਥੇ ਆ ਕੇ ਹੈਗੇ ਆ? ਹਾਂਜੀ। ਸੋ ਮੈਂ ਉਦੋਂ ਕੋਸ਼ਿਸ਼ ਕੀਤੀ ਸੀ ਕਿ ਇੱਕ ਬੜਾ ਅੱਛਾ ਪ੍ਰੋਗਰਾਮ ਹੈਗਾ, ਉਹ ਹਜੇ ਵੀ ਬੜਾ ਅੱਛਾ ਚੱਲ ਰਿਹਾ, ਯੂਥ ਐਂਡ ਚਾਈਲਡ ਐਂਡ ਯੂਥ ਐਜੂਕੇਸ਼ਨ, ਉਹ ਯੂਨੀਵਰਸਿਟੀ ਆਫ ਵਿਕਟੋਰੀਆ ਨੇ ਪ੍ਰੋਗਰਾਮ ਕੱਢਿਆ ਸੀਗਾ। ਐਕਚੁਅਲੀ ਮੈਨੂੰ ਉਦੋਂ ਇੰਨੀ ਅਵੇਅਰਨੈਸ ਹੈ ਨਹੀਂ ਸੀ, ਮੈਂ ਸੋਚਿਆ ਕਿ ਉਹ ਪ੍ਰੋਗਰਾਮ ਉਹਨਾਂ ਦੇ ਨਾਲ ਐਜੂਕੇਸ਼ਨ ਟਾਈਪ ਹੋਏਗਾ, ਪਰ ਉਹ ਪ੍ਰੋਗਰਾਮ ਜ਼ਿਆਦਾ ਫਰਸਟ ਨੇਸ਼ਨਸ ਜਾਂ ਫਰਸਟ ਪੀਪਲਸ ਵਾਸਤੇ ਸੀਗਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਆਈਏ, ਉਹਨਾਂ ਨੂੰ ਕਿਸ ਤਰ੍ਹਾਂ ਐਜੂਕੇਟ ਕਰੀਏ। ਇਹ ਮੈਨੂੰ ਥੋੜਾ ਲੇਟਰ ਔਨ ਸਮਝ ਆਇਆ, ਤੇ ਪਰ ਉਹ ਇਨੀਸ਼ੀਅਲੀ ਮੇਰਾ ਇੰਟਰਸਟ ਉਸ ਪਾਸੇ ਸੀਗਾ, ਬਟ ਫॉर ਸਮ ਰੀਜ਼ਨ ਜਿਹੜੀਆਂ ਵੀ ਇਹਨਾਂ ਨੇ ਇਕੁਇਵਲੈਂਸੀ ਕਰਵਾਈ ਮੇਰੀ, ਉਹ ਥੋੜਾ ਘੱਟ ਨਿਕਲਿਆ। ਸੋ ਦੇ ਵਾਂਟਡ ਮੀ ਟੂ ਗੋ ਟੂ ਅ ਰੈਗੂਲਰ ਕਲਾਸ, ਕਮੋਸਨ ਕਾਲਜ, ਤੁਸੀਂ ਕਾਲਜ ਜਾਓ, ਤੁਸੀਂ ਥੋੜੇ ਜਿਹੇ ਕ੍ਰੈਡਿਟਸ ਲਓ, ਤੁਸੀਂ ਟ੍ਰਾਂਸਫਰ ਕਰੋ। ਉਹ ਮੈਨੂੰ ਲੱਗਦਾ ਹੈ ਥੋੜਾ ਜਿਹਾ ਮੇਰਾ ਵੀ ਉਦੋਂ ਪ੍ਰੋਬਲਮ ਸੀ, ਮੈਨੂੰ ਸੀਗਾ ਵੀ ਅਸੀਂ ਇੰਨੇ ਪੜ੍ਹ ਲਿਖ ਕੇ ਆਉਂਦੇ ਹਾਂ ਤੇ ਅਸੀਂ ਵੀ ਇਹੀ ਕੁਝ ਪੜ੍ਹੀਦਾ ਜੋ ਤੁਸੀਂ ਪੜ੍ਹਾ ਰਹੇ ਹੋ, ਤੇ ਸਾਨੂੰ ਤੁਸੀਂ ਲੈਵਲ ਘੱਟ ਕਿਉਂ ਦੇ ਰਹੇ ਹੋ ਜੀ। ਸੋ ਉਸ ਚੱਕਰ ਦੇ ਵਿੱਚ ਥੋੜਾ ਜਿਹਾ ਆਈ ਥਿੰਕ ਮੈਂ ਗਲਤੀ ਕਰ ਬੈਠੀ। ਮੈਨੂੰ ਉਹਨਾਂ ਦੀ ਜੋ ਉਹਨਾਂ ਨੇ ਦੱਸਿਆ ਸੀ ਉਸ ਰਸਤੇ ਚਲੇ ਜਾਣਾ ਚਾਹੀਦਾ ਸੀਗਾ ਜੇ ਮੈਂ ਉਹ ਚਾਹੁੰਦੀ ਸੀ, ਪਰ ਮੈਨੂੰ ਆਪਣੇ ਆਪ ਤੇ ਕਾਫੀ ਕੌਨਫੀਡੈਂਸ ਸੀਗਾ। ਸੋ ਮੈਨੂੰ ਸੀਗਾ ਕਿ ਨਹੀਂ, ਮੈਂ ਇਹਦੇ ਬਿਨਾਂ ਵੀ ਇਹ ਸਭ ਕੁਝ ਕਰ ਸਕਦੀ ਹਾਂ। ਸੋ ਆਈ ਅਪਲਾਈਡ, ਦੇ ਰਿਜੈਕਟਡ, they said you do this that and everything। ਮੈਂ ਉਹ ਨਹੀਂ ਕੀਤਾ, ਮੈਨੂੰ ਉਹਨਾਂ ਨੇ ਕੋਈ ਹੋਰ ਪ੍ਰੋਗਰਾਮ ਦੇ ਦਿੱਤਾ ਜਿਹਦੇ ਵਿੱਚ ਮੈਨੂੰ ਕੋਈ ਇੰਟਰਸਟ ਨਹੀਂ ਸੀਗਾ, ਤੇ ਪਰ ਫਿਰ ਮੈਂ ਆਪਣਾ ਐਜੂਕੇਸ਼ਨ ਦਾ ਦੂਸਰਾ ਥੋੜਾ ਜਿਹਾ ਚੇਂਜ ਕਰ ਲਿਆ ਡਾਇਰੈਕਸ਼ਨ, ਤੇ ਫਿਰ ਮੈਂ ਇੱਥੇ ਆਫਿਸ ਐਡਮਿਨਿਸਟ੍ਰੇਸ਼ਨ ਦਾ ਪ੍ਰੋਗਰਾਮ ਕੀਤਾ, ਟਰੈਵਲ ਕਾਉਂਸਲਿੰਗ ਦਾ ਪ੍ਰੋਗਰਾਮ ਕੀਤਾ ਜੀ, ਆਫਿਸ ਐਡਮਿਸ ਦੇ ਨਾਲ ਲੀਗਲ ਥੋੜੀ ਜੀ ਕੋਆਪ ਟਾਈਪ ਉਹ ਕੀਤਾ। ਫਿਰ ਥੋੜਾ ਕਰਕੇ ਮੈਂ ਆਪਣਾ ਅੱਗੇ ਕੰਮ ਸ਼ੁਰੂ ਕੀਤਾ ਆਪਣਾ। ਸਭ ਤੋਂ ਪਹਿਲੀ ਜੌਬ ਕਿਹੜੀ ਸੀ, ਚਾਹੇ ਤੁਸੀਂ ਪਾਰਟ ਟਾਈਮ ਹੀ ਕੀਤੀ, ਯਾਦ ਹੈ ਤੁਹਾਨੂੰ? ਹਾਂਜੀ, ਸਭ ਤੋਂ ਪਹਿਲਾਂ ਜਦੋਂ ਅਸੀਂ ਆਏ ਸੀਗੇ, ਮੈਂ ਸਕੂਲ ਜਾਂਦੀ ਸੀ ਜਦੋਂ ਮੈਂ ਆਪਣਾ ਪ੍ਰੋਗਰਾਮ ਕਰਦੀ ਸੀ। ਸੋ ਉਹ 3:30 ਵਜੇ ਤੱਕ ਸਾਡਾ ਸਕੂਲ ਹੁੰਦਾ ਸੀ, ਪ੍ਰੋਗਰਾਮ ਸੀਗਾ, ਹੈ ਤਾਂ ਕਮੋਸਨ ਕਾਲਜ ਸੀ ਪਰ ਚਲੋ ਉਹਨੂੰ ਸਕੂਲ ਹੀ ਕਹੀਦਾ। ਤੇ 4 ਵਜੇ ਫਿਰ ਮੈਂ ਇੱਕ ਵੀਡੀਓ ਸਟੋਰ ਤੇ ਕੰਮ ਕਰਦੀ ਸੀ ਸ਼ਾਮ ਨੂੰ। ਸੋ 4 ਤੋਂ 10 ਮੈਂ 5 ਦਿਨ ਆਪਣਾ ਵੀਡੀਓ ਸਟੋਰ ਤੇ ਕੰਮ ਕਰਦੀ ਸੀ, ਨਹੀਂ 6 ਦਿਨ ਕੰਮ ਕਰਦੀ ਸੀ ਉਦੋਂ ਮੈਂ। ਕੀ ਕੰਮ ਹੁੰਦਾ ਸੀ ਉੱਥੇ? ਮੂਵੀਜ਼ ਲਗਾ ਦੇਣੀਆਂ, ਉਹਨਾਂ ਨੂੰ ਸਕੈਨ ਕਰ ਦੇਣਾ, ਲੋਕਾਂ ਦੇ ਅਕਾਊਂਟਸ ਦੇਖ ਲੈਣੇ, ਕਿਸੇ ਨੇ ਲੈਣੀ ਹੈ ਰੈਂਟ। ਉਦੋਂ ਰੈਂਟਲ ਦਾ ਬੜਾ ਹੁੰਦਾ ਸੀ, ਤੇ ਤੁਸੀਂ ਮੰਨੋਗੇ ਉਦੋਂ ਮਿਨੀਮਮ ਵੇਜ ਵੀ $6.25 ਹੁੰਦੀ ਸੀਗੀ। ਸੋ ਉਸ ਤੇ ਮੈਂ ਸ਼ੁਰੂ ਕੀਤਾ ਸੀ ਕੰਮ, ਬਿਕਾਜ਼ ਉਹਦੇ ਸਾਰੇ ਕਹਿੰਦੇ ਸੀ ਕਿ ਨਹੀਂ ਪਾਰਟ ਟਾਈਮ ਕੰਮ ਤੇ ਸਾਰੇ ਬੱਚੇ ਕਰਦੇ ਨੇ। ਮੈਂ ਕਿਹਾ ਵੀ ਅਸੀਂ ਵੀ ਕਰ ਲਾਂਗੇ, ਸਾਨੂੰ ਕੀ ਹੈ। ਸੋ ਉਹ ਮੇਰੀ ਫਰਸਟ ਜੌਬ ਸੀਗੀ। ਸੋ ਇੰਡੀਆ ਦੇ ਵਿੱਚ ਤੁਸੀਂ ਇੰਡੀਆ ਵਿੱਚ ਵੀ ਕੋਈ ਜੌਬ ਨਹੀਂ ਸੀ ਕੀਤੀ? ਫਰਸਟ ਐਕਸਪੀਰੀਅੰਸ ਇੱਥੇ ਆ ਕੇ ਹੋਇਆ? ਫਰਸਟ ਐਕਸਪੀਰੀਅੰਸ ਇੱਥੇ ਹੀ ਆ ਕੇ ਹੋਇਆ, ਹਾਂਜੀ। ਕਿੰਨਾ ਟਾਈਮ ਉਹ ਜੌਬ ਕੀਤੀ ਤੁਸੀਂ? ਉਹ ਫਿਰ ਜਦੋਂ ਮੇਰਾ ਪੂਰਾ ਪ੍ਰੋਗਰਾਮ ਮੇਰਾ ਆਫਿਸ ਐਡਮਿਨਿਸਟ੍ਰੇਸ਼ਨ ਦਾ 1 ਸਾਲ ਚੱਲਿਆ, ਉਹਦੇ ਬਾਅਦ 2 ਮਹੀਨੇ ਦਾ ਕੋਆਪ ਸੀ, ਤੇ ਕੋਆਪ ਦੇ ਵਿੱਚ ਨਹੀਂ ਕੀਤੀ, ਬਟ ਉਹ ਪੂਰੇ 1 ਸਾਲ ਮੈਂ ਉਹ ਸਟੋਰ ਨਾਲ ਕੰਮ ਕੀਤਾ ਸੀਗਾ, ਵੀਡੀਓ ਸਟੋਰ 'ਚ। ਜਿਹੜੀ ਰੈਗੂਲਰ ਤੁਸੀਂ ਆਪਣੀ ਪਸੰਦੀਦਾ ਜੌਬ ਜਿਹੜੀ ਤੁਸੀਂ ਲਈ, ਉਹ ਕਿਹੜੀ ਤੁਸੀਂ ਕਾਊਂਟ ਕਰੋਗੇ ਕਿ ਵੀ ਹਾਂ? ਉਹ ਮੇਰੀ ਪਸੰਦੀਦਾਰ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਕਾਫੀ ਜ਼ਿਆਦਾ ਇੰਜੋਏ ਕੀਤਾ ਜਦੋਂ ਮੈਂ ਟੂਰਿਜ਼ਮ ਵਿਕਟੋਰੀਆ 'ਚ ਕੰਮ ਕਰਦੀ ਸੀ। ਉਹ ਮੈਂ ਬਹੁਤ ਇੰਜੋਏ ਕੀਤਾ। ਮੈਂ BC ਫੈਰੀਜ਼ ਨੂੰ ਬਹੁਤ ਇੰਜੋਏ ਕੀਤਾ ਕਿਉਂਕਿ ਮੈਂ ਉਹਨਾਂ ਦੇ ਕੰਟੈਕਟ ਸੈਂਟਰ 'ਚ ਕੰਮ ਕਰਦੀ ਸੀ, ਉਹ ਵੀ ਮੈਨੂੰ ਬੜਾ ਅੱਛਾ ਲੱਗਿਆ। ਐਕਚੁਅਲੀ ਮੈਂ ਅੱਜ ਹੀ ਤੁਹਾਡੇ ਇੰਟਰਵਿਊ ਤੋਂ ਪਹਿਲਾਂ ਹੀ ਆਪਣੇ ਬਾਰੇ ਸੋਚ ਰਹੀ ਸੀ, ਕਿਉਂਕਿ ਤੁਸੀਂ ਮੈਨੂੰ
ਮਜਬੂਰ ਕੀਤਾ ਸੋਚਣ ਤੇ ਕਿ ਤੂੰ ਵੀ ਆਪਣੇ ਬਾਰੇ ਕੁਝ ਸੋਚ। ਤੇ ਮੈਂ ਜਦੋਂ ਪਿੱਛੇ ਜਾ ਕੇ ਸੋਚਿਆ, ਮੈਨੂੰ ਆਈ ਮੈਟ ਲਵਲੀ ਪੀਪਲ ਅਲੋਂਗ ਦ ਵੇ। ਮੈਨੂੰ ਹਰ ਜਗ੍ਹਾ ਇੰਨੇ ਅੱਛੇ ਲੋਕ ਮਿਲੇ ਕਿ ਮਤਲਬ ਇਟ ਵਾਸ ਸੋ ਗੁੱਡ। ਤੇ ਮੈਂ ਜਿੱਥੇ ਵੀ ਗਈ ਉੱਥੇ ਮੈਂ ਇੰਜੋਏ ਬਹੁਤ ਕੀਤਾ, ਜੋ ਵੀ ਸੀ ਆਪਣੇ ਕੰਮ ਨੂੰ ਇੰਜੋਏ ਕੀਤਾ, ਨਾਟ ਕਿ ਇਸ ਤਰ੍ਹਾਂ ਅਦਰਵਾਈਜ਼, ਬਟ ਯਾ ਆਪਣੇ ਕੰਮ ਨੂੰ ਬਹੁਤ ਇੰਜੋਏ ਕੀਤਾ ਔਰ ਬੜੇ ਲੱਗ ਕੇ ਕੀਤਾ, ਕਿਉਂਕਿ ਸ਼ੌਂਕ ਬਹੁਤ ਸੀਗਾ ਮੈਨੂੰ ਕਿ ਜਿੱਥੇ ਵੀ ਜਾਣਾ ਉੱਥੇ ਮਤਲਬ ਲੈਣਾ A ਗ੍ਰੇਡ ਹੀ। ਥੋੜੀ ਜਿਹੀ ਆਪਣੀ ਥੋੜਾ ਜਿਹਾ ਆਪਣਾ ਸਿਸਟਮ ਮੇਰਾ ਉਦੋਂ ਜਦੋਂ ਇੱਕ ਵਾਰੀ ਉਹਨਾਂ ਨੇ ਰਿਜੈਕਸ਼ਨ ਦਿੱਤੀ ਯੂਨੀਵਰਸਿਟੀ ਨੇ, ਤਾਂ ਮੈਨੂੰ ਹੋ ਗਿਆ ਸੀ ਕਿ ਨਹੀਂ, ਇੰਡੀਅਨਸ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਵੀ ਆਰ ਵੈਰੀ ਕੇਪੇਬਲ। ਥੋੜਾ ਜਿਹਾ ਮੈਂ ਹਰ ਜਗ੍ਹਾ ਤੇ ਇਹੀ ਛਾਪ ਛੱਡਣਾ ਚਾਹੁੰਦੀ ਸੀ ਕਿ ਵੀ ਆਰ ਨਾਟ ਵਾਟ ਯੂ ਥਿੰਕ ਵੀ ਆਰ। ਇਹ ਗੱਲ ਕਿਉਂ ਸੀ ਮਨ ਦੇ ਵਿੱਚ, ਇਹ ਚੀਜ਼ ਲਗਾਤਾਰ ਕਿਉਂ ਸੀ ਇੰਨੀ ਜ਼ਿਆਦਾ ਤੁਹਾਨੂੰ ਇਸ ਚੀਜ਼ ਦਾ ਮੈਂ ਕਹੂੰਗੀ ਕਿ ਧੱਕਾ ਲੱਗਾ ਸੀ ਕਿ ਤੁਸੀਂ ਜੋ ਹੈਗੇ ਹੋ ਤੁਹਾਨੂੰ ਉਹ ਨਹੀਂ ਸਮਝਿਆ ਜਾ ਰਿਹਾ, ਤੁਹਾਡੀ ਕੋਈ ਹੋਰ ਹੀ ਇਮੇਜ ਬਣੀ ਹੋਈ ਹੈ ਬੀਇੰਗ ਐਨ ਇੰਡੀਅਨ? ਇਹ ਮੈਨੂੰ ਸ਼ੁਰੂ 'ਚ ਲੱਗਿਆ ਸੀ, ਕਿਉਂਕਿ ਇੱਕ ਤਾਂ ਵਿਕਟੋਰੀਆ ਸ਼ਹਿਰ ਹਜੇ ਵੀ ਮਤਲਬ ਹੁਣ ਤੇ ਬਹੁਤ ਆਪਣੇ ਲੋਕ ਆ ਗਏ ਨੇ, ਉਦੋਂ ਨਹੀਂ ਸੀ ਏਦਾਂ ਹੁੰਦੇ। ਜਦੋਂ ਮੈਨੂੰ ਯਾਦ ਹੈ ਵੀ ਜਦੋਂ ਅਸੀਂ ਫਲਾਈਟ ਤੋਂ ਉਤਰੇ ਆ ਵੈਂਕੂਵਰ, ਅਸੀਂ ਉਤਰੇ ਤੇ ਸਾਡੀ ਫੈਮਿਲੀ ਸਾਨੂੰ ਅੱਗੋਂ ਲੈਣ ਆਈ ਸੀਗੀ, ਤੇ ਉਹਨਾਂ ਨੇ ਅਸੀਂ ਸਾਰਿਆਂ ਦੇ ਸੂਟਕੇਸ ਰੱਖ ਕੇ ਵੀ ਅਸੀਂ ਫਿਰ ਮੇਨ ਸਟਰੀਟ ਹੋਇਆ ਕਰਦਾ ਸੀ, ਸਰੀ ਨਹੀਂ ਸੀ ਉਦੋਂ ਹੁੰਦਾ, ਮੇਨ ਸਟਰੀਟ ਤੇ ਅਸੀਂ ਗਏ ਆ, ਉੱਥੋਂ ਅਸੀਂ ਗਰੋਸਰੀ ਚੁੱਕੀ ਹੈ, ਮਤਲਬ ਉੱਥੋਂ ਅਸੀਂ ਪਿਆਜ਼, ਆਟਾ, ਦਾਲ, ਮਤਲਬ ਉਹ ਵੀ ਵਿਕਟੋਰੀਆ 'ਚ ਨਹੀਂ ਸੀ ਮਿਲਦਾ, ਉਹ ਸਾਰਾ ਲੈ ਕੇ ਆਏ ਆ ਅਸੀਂ। ਤੇ ਉਦੋਂ ਮੈਨੂੰ ਲੱਗਦਾ ਸੀ ਵੀ ਵਾਟ ਇਜ਼ ਦਿਸ, ਕਿੱਥੇ ਆ ਗਏ। ਸੋ ਉਹਦੇ ਬਾਅਦ ਵੀ 1-2 ਸਾਲ ਅਸੀਂ ਵੈਂਕੂਵਰ ਦੇ ਹੀ ਟ੍ਰਿਪ ਮਾਰਦੇ ਰਹੇ ਆਪਣੀ ਗਰੋਸਰੀ ਲੱਭਣ ਵਾਸਤੇ। ਸੋ ਕਾਫੀ ਡਿਫਰੈਂਟ ਸੀਗਾ। ਤੇ ਪਰ ਮੈਨੂੰ ਸੀਗਾ ਵੀ ਜਦੋਂ ਅਸੀਂ ਆ ਹੀ ਗਏ ਆ, ਕਿਉਂਕਿ ਵੈਲਕਮ ਟੂ ਕੈਨੇਡਾ ਵਾਲੀ ਬੁੱਕ ਦੇ ਵਿੱਚ ਨਾ ਉਹਨਾਂ ਨੇ ਸਭ ਤੋਂ ਆਈ ਥਿੰਕ ਫਰਸਟ ਔਰ ਸੈਕੰਡ ਸੈਂਟੈਂਸ ਇਹੀ ਸੀਗਾ ਕਿ ਕੈਨੇਡਾ ਇਜ਼ ਲੈਂਡ ਆਫ ਇਮੀਗ੍ਰੈਂਟਸ। ਉਹ ਮੇਰੇ ਦਿਮਾਗ 'ਚ ਫਸ ਗਿਆ ਸੀ ਕਿ ਲੈਂਡ ਆਫ ਇਮੀਗ੍ਰੈਂਟਸ ਹੈ, ਪਰ ਜਦੋਂ ਉਹ ਲੈਂਡ ਆਫ ਇਮੀਗ੍ਰੈਂਟਸ ਉਹ ਲਿਖਦੇ ਆਪਣੇ ਬਾਰੇ ਇੰਨਾ ਅੱਛਾ ਨੇ, ਤੇ ਫਿਰ ਜਦੋਂ ਇੱਥੇ ਆਉਂਦੇ ਆ ਤੇ ਫਿਰ ਸਾਨੂੰ ਇੰਨੀ ਸਟਰਗਲ ਕਿਉਂ ਕਰਨੀ ਪੈਂਦੀ ਹੈ, ਮੇਰੇ ਦਿਮਾਗ 'ਚ ਇਹ ਬੜਾ ਫਸਿਆ ਹੋਇਆ ਸੀਗਾ। ਸੋ ਵੈਨ ਦੇ ਰਿਜੈਕਟਡ ਮਾਈ ਐਪਲੀਕੇਸ਼ਨ ਫॉर ਦ ਪ੍ਰੋਗਰਾਮ that I wanted to do, ਉਦੋਂ ਮੇਰੇ ਦਿਮਾਗ 'ਚ ਆਇਆ ਕਿ ਨੋ, ਜੇ ਤੁਸੀਂ ਰਿਜੈਕਟ ਕਰ ਸਕਦੇ ਹੋ ਤਾਂ I can also do the same। ਉਹ ਸੀਗਾ ਚਾਈਲਡ ਐਂਡ ਯੂਥ ਕੇਅਰ ਪ੍ਰੋਗਰਾਮ ਜਿਹੜਾ ਸੀਗਾ, ਜਦੋਂ ਕਿ ਮੈਨੂੰ ਇੰਨੀ ਨੌਲੇਜ ਨਹੀਂ ਸੀ ਉਸ ਪ੍ਰੋਗਰਾਮ ਦੀ, ਲੇਕਿਨ ਮੈਨੂੰ ਲੱਗਦਾ ਸੀ ਕਿ ਉਹ ਮੇਰੇ ਵਾਸਤੇ ਬੜਾ ਫਿੱਟ ਹੈ, ਕਿਉਂਕਿ ਮੈਂ ਬੱਚਿਆਂ ਨਾਲ ਤੇ ਯੂਥ ਨਾਲ ਕੰਮ ਕਰਨਾ ਚਾਹੁੰਦੀ ਸੀ ਜਿੱਦਾਂ ਟੀਚਿੰਗ ਲਾਈਨ ਦੇ ਵਿੱਚ, ਤੇ ਇਹ ਮੈਨੂੰ ਪ੍ਰੋਗਰਾਮ ਇਸ ਤਰ੍ਹਾਂ ਹੀ ਲੱਗ ਰਿਹਾ ਸੀਗਾ। ਸੋ ਉਸ ਪ੍ਰੋਗਰਾਮ ਦੇ ਵਿੱਚ ਮੈਂ ਅਪਲਾਈ ਕੀਤਾ, ਲੇਕਿਨ ਉਹਨਾਂ ਨੇ ਮੈਨੂੰ ਉਸ ਪ੍ਰੋਗਰਾਮ ਦੇ ਵਿੱਚ ਰਿਜੈਕਟ ਕਰਤਾ ਕਿ ਨਹੀਂ, ਤੂੰ ਇਹਦੇ ਵਿੱਚ ਤੇਰੀ ਕੁਆਲੀਫਿਕੇਸ਼ਨਸ ਘੱਟ ਨੇ। ਫਿਰ ਮੈਂ ਇੱਕ ਡਿਫਰੈਂਟ ਪ੍ਰੋਗਰਾਮ ਦੇ ਵਿੱਚ ਅਪਲਾਈ ਕੀਤਾ, ਜਿਹੜਾ ਕਿ ਬੜਾ ਨਵਾਂ ਪ੍ਰੋਗਰਾਮ ਸੀ ਉਹਨਾਂ ਵਾਸਤੇ, ਉਹਨਾਂ ਜਦ ਸਾਲ ਹੀ ਹੋਇਆ ਸੀ ਉਹਨਾਂ ਨੂੰ ਚਲਾਉਂਦੇ ਆ, ਉਸ ਦੇ ਵਿੱਚ ਉਹਨਾਂ ਨੇ ਮੈਨੂੰ ਐਕਸੈਪਟ ਕਰ ਲਿਆ। ਅੱਛਾ। ਸੋ ਫਿਰ ਮੈਂ ਅਪੀਲ ਕੀਤੀ ਉਹਨਾਂ ਨੂੰ, ਫਿਰ ਦੁਬਾਰਾ ਬੋਰਡ ਨੂੰ ਅਪੀਲ ਕੀਤੀ ਕਿ ਤੁਸੀਂ ਇੱਕ ਪ੍ਰੋਗਰਾਮ ਦੇ ਵਿੱਚ ਮੈਨੂੰ ਕਹਿ ਰਹੇ ਹੋ ਕਿ ਤੂੰ ਕੁਆਲੀਫਾਈ ਨਹੀਂ ਕਰਦੀ, ਤੇ ਦੂਸਰੇ ਪ੍ਰੋਗਰਾਮ ਵਿੱਚ ਮੈਨੂੰ ਤੁਸੀਂ ਪੂਰੀ ਐਡਮਿਸ਼ਨ ਦੇ ਰਹੇ ਹੋ। 4 ਸਾਲ ਦਾ ਉਹ ਪ੍ਰੋਗਰਾਮ ਹੈ, 4 ਸਾਲ ਦਾ ਇਹ ਹੈ, ਤੇ ਕਿਉਂ ਤੁਹਾਡਾ ਸਿਸਟਮ ਇਸ ਤਰ੍ਹਾਂ ਨਹੀਂ ਹੈ ਕਿ ਜੇ ਮੈਂ ਇੱਕ ਥਾਂ ਤੇ ਅਪਰੂਵ ਹੋ ਰਹੀ ਹਾਂ ਤੇ ਮੈਨੂੰ ਸਭ ਥਾਂ ਤੇ ਹੋਣਾ ਚਾਹੀਦਾ। ਜਿਵੇਂ ਆਪਾਂ ਇੰਡੀਆ 'ਚ ਕਰਦੇ ਸੀਗੇ, ਐਡਮਿਸ਼ਨ ਲੈਣੀ ਹੈ ਤੇ ਉਹ ਐਡਮਿਸ਼ਨ ਸਭ ਨੂੰ ਹੀ ਮਿਲਦੀ ਸੀਗੀ, ਇਹ ਨਹੀਂ ਹੈ ਵੀ ਤੁਸੀਂ ਇਸ 'ਚ ਲੈ ਲਓ ਤੇ ਤੁਸੀਂ ਉਸ 'ਚ ਲੈ ਲਓ, ਇਸ ਤਰ੍ਹਾਂ ਨਹੀਂ ਹੁੰਦਾ ਸੀ, ਪਰਸੈਂਟੇਜ ਦੇ ਹਿਸਾਬ ਨਾਲ ਤੁਹਾਨੂੰ ਐਡਮਿਸ਼ਨ ਮਿਲ ਜਾਂਦੀ ਹੁੰਦੀ ਸੀਗੀ। ਦੈਟਸ ਹਾਊ ਮੈਨੂੰ ਯਾਦ ਹੈ, ਜਾਂ ਮੇਰਾ ਉਦੋਂ ਇਸ ਤਰ੍ਹਾਂ ਸਿਸਟਮ ਸੀਗਾ। ਸੋ ਮੈਨੂੰ ਇਹਨਾਂ ਦਾ ਸਿਸਟਮ ਕੁਝ ਸਮਝ ਨਹੀਂ ਆਇਆ। ਅਪੀਲ ਪ੍ਰੋਸੈਸ ਦੇ ਥਰੂ ਗਏ, ਉਹਨਾਂ ਨੇ ਵੀ ਕਹਿਤਾ ਕਿ ਨਹੀਂ, ਇਹ ਸਾਡਾ ਨਵਾਂ ਪ੍ਰੋਗਰਾਮ ਹੈ। ਮਤਲਬ ਉਹਨਾਂ ਦਾ ਸਿਰਫ ਜਿਸਟ ਗੱਲ ਦਾ ਇਹ ਨਿਕਲਿਆ ਕਿ ਇਹ ਪ੍ਰੋਗਰਾਮ ਜਿਹੜਾ ਹੈ ਇਹ ਨਵਾਂ ਹੈ, ਇਹਦੇ 'ਚ ਇਨਫ ਸਟੂਡੈਂਟਸ ਨਹੀਂ ਹੈਗੇ, ਇਸ ਕਰਕੇ ਅਸੀਂ ਇਹਨੂੰ ਤੈਨੂੰ ਇਹਦੇ 'ਚ ਦੇ ਸਕਦੇ ਹਾਂ, ਤੇ ਮਗਰ ਉਸ 'ਚ ਨਹੀਂ ਦੇ ਸਕਦੇ ਕਿਉਂਕਿ ਉੱਥੇ ਸਟੂਡੈਂਟਸ ਬਹੁਤ ਨੇ। ਹੁਣ ਇਹ ਤਾਂ ਅਨਜਸਟ ਹੋ ਗਿਆ ਨਾ, ਮਤਲਬ ਜਦੋਂ ਮੈਂ ਲੈਣਾ ਹੀ ਨਹੀਂ ਚਾਹੁੰਦੀ ਉਹ ਪ੍ਰੋਗਰਾਮ ਤੁਸੀਂ ਮੈਨੂੰ ਦੇ ਹੀ ਜਾ ਰਹੇ ਹੋ, ਤੇ ਜਿਹਦੇ ਮੈਂ ਲੈਣਾ ਚਾਹੁੰਦੀ ਹਾਂ ਜਾਂ ਜਿਹਦੇ 'ਚ ਮੇਰੀ ਇੰਟਰਸਟ ਹੈ ਉਹ ਤੁਸੀਂ ਮੈਨੂੰ ਦੇ ਨਹੀਂ ਰਹੇ। ਸੋ ਆਈ ਸੈਡ ਫਾਈਨ, ਮੈਂ ਆਉਣਾ ਹੀ ਨਹੀਂ, ਤੁਹਾਡੇ ਯੂਨੀਵਰਸਿਟੀ 'ਚ ਨਹੀਂ ਪੜ੍ਹਨਾ, ਆਪਾਂ ਕਰਨਾ ਹੀ ਨਹੀਂ ਇੱਥੇ ਕੁਛ, ਆਪਾਂ ਕੁਛ ਹੋਰ ਕਰ ਲਾਂਗੇ। ਤੇ ਉਦੋਂ ਥੋੜਾ ਜਿਹਾ ਕੀ ਕਹਿੰਦੇ ਨੇ, ਉਮਰ ਦਾ ਤਕਾਜ਼ਾ ਕਹਿ ਲਓ, ਤੇ ਥੋੜਾ ਜਿਹਾ ਇਹ ਕਿ ਇੰਨਾ ਜ਼ਿਆਦਾ ਕੌਨਫੀਡੈਂਸ ਸੀਗਾ ਕਿ ਨਹੀਂ, ਦਿਸ ਇਜ਼ ਨਾਟ ਫॉर ਮੀ, ਤੇ ਜੇ ਤੁਸੀਂ ਇਫ ਆਈ ਐਮ ਨਾਟ ਫॉर ਯੂ ਦੈਨ ਦੈਟਸ ਫਾਈਨ, ਯੋਰ ਲਾਸ। ਮੇਰਾ ਇਹੋ ਜਿਹਾ ਥੋੜਾ ਜਿਹਾ ਉਸ ਵੇਲੇ ਐਟੀਟਿਊਡ ਸੀਗਾ। ਤੁਹਾਡਾ ਜਿਹੜਾ ਸੀ ਉਹ ਡਿਫਰੈਂਟ ਸੀ। ਹੁਣ ਮੈਂ ਬਹੁਤ ਵਾਰੀ ਦੇਖਦੀ ਹੁੰਦੀ ਹਾਂ ਕਿ ਬਹੁਤ ਸਾਰੀਆਂ ਕੁੜੀਆਂ ਪੜ੍ਹੀਆਂ ਲਿਖੀਆਂ ਇੰਡੀਆ ਤੋਂ ਆਉਂਦੀਆਂ, ਔਰਤਾਂ ਕੰਮ ਕਰਦੀਆਂ ਆਉਂਦੀਆਂ ਆ ਕੇ, ਇਹ ਤਾਂ ਹੈ ਕਿ ਸੈਟਲਮੈਂਟ ਦੀ ਪ੍ਰੋਬਲਮ ਹੁੰਦੀ ਹੈ, ਤੁਸੀਂ ਫਾਈਨੈਂਸ਼ੀਅਲ ਹੈਲਪ ਵੀ ਤੁਹਾਨੂੰ ਚਾਹੀਦੀ ਹੁੰਦੀ ਹੈ, ਤੁਸੀਂ ਬਹੁਤ ਸਾਰੇ ਚੈਲੰਜਿਸ ਹੋਰ ਹੁੰਦੇ ਆ, ਪਰ ਉਹ ਜਿਹੜਾ ਪੜ੍ਹਾਈ ਦਾ ਮੌਕਾ ਖੁੰਝ ਜਾਂਦਾ ਨਾ ਕਈ ਵਾਰੀ,
ਉਹ ਦੁਬਾਰਾ ਫਿਰ ਉਹ ਟਰੈਕ 'ਤੇ ਆਉਂਦੀਆਂ ਨਹੀਂ, ਜਾਂ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਆਬਸਟੀਕਲਸ ਹੋ ਜਾਂਦੀਆਂ ਵੀ ਹੁਣ ਕੀ ਪੜ੍ਹਨਾ, ਉਦੋਂ ਨਹੀਂ ਪੜ੍ਹੇ, ਉਦੋਂ ਮੌਕਾ ਸੀ। ਹਾਂ, ਉਹ ਪਛਤਾਵਾ ਜ਼ਰੂਰ ਅਸੀਂ ਸਾਰੀ ਉਮਰ ਨਾਲ ਚੁੱਕੀ ਫਿਰਦੇ ਰਹਿੰਦੇ ਕਿ ਉਹਦੇ ਪੜ੍ਹ ਨਹੀਂ ਸਕੇ, ਕਰ ਨਹੀਂ ਸਕੇ। ਪਰ ਬਹੁਤ ਸਾਰੀ ਮੈਂ ਇਹੋ ਜਿਹੇ ਲੋਕ ਵੀ ਦੇਖੇ ਆ ਇੱਥੇ, ਈਵਨ ਔਰਤਾਂ ਵੀ, ਆਦਮੀ ਵੀ, ਜਿਹੜੇ ਕਈ ਵਾਰ 8-8 10-10 ਸਾਲ ਬਾਅਦ ਵੀ ਜਦੋਂ ਮਰਜ਼ੀ ਉਹ ਪੜ੍ਹਨਾ ਸ਼ੁਰੂ ਕਰ ਦਿੰਦੇ ਆ ਅਤੇ ਪੜ੍ਹਾਈ ਆਪਣੀ ਕਈ ਵਾਰ ਸਾਰੀ ਉਮਰ ਹੀ ਜਾਰੀ ਰੱਖਦੇ ਆ। ਸੋ ਤੁਸੀਂ ਕੀਤੀ ਪੜ੍ਹਾਈ ਦੁਬਾਰਾ ਫਿਰ? ਹਾਂਜੀ, ਫਿਰ ਮੈਂ ਦੂਸਰੇ ਕਾਲਜ ਵਿੱਚ ਜਾ ਕੇ ਜੋ ਉਹਨਾਂ ਦਾ ਪ੍ਰੋਸੈਸ ਸੀਗਾ ਉਹ ਫੋਲੋ ਕਰਕੇ, ਜਿਹੜੇ ਪ੍ਰੋਗਰਾਮਸ ਫਿਰ ਮੈਨੂੰ ਉੱਥੇ ਪਸੰਦ ਸੀਗੇ ਮੈਂ ਉਹਨਾਂ 'ਚ ਐਡਮਿਸ਼ਨ ਲੈ ਕੇ ਕੀਤਾ, ਉਹ ਪੜ੍ਹਾਈ ਕੀਤੀ। ਪਰ ਜਿਹੜੇ ਤੁਸੀਂ ਗੱਲ ਕੀਤੀ ਨਾ ਕਿ ਉਹ ਜਦੋਂ ਇੱਕ ਵਾਰੀ ਤੁਸੀਂ ਰਹਿ ਜਾਂਦੇ ਹੋ, ਉਹ ਐਕਚੁਅਲੀ ਮੇਰਾ ਹੁਣ ਵੀ ਦਿਮਾਗ 'ਚ ਰਹਿੰਦਾ ਹੈ ਕਿ ਉਹ ਮੈਂ ਕਰ ਲੈਂਦੀ ਉਸ ਵੇਲੇ, ਜਿੱਥੇ ਵੀ ਉਹ ਦਿੰਦੇ ਸੀ ਉੱਥੇ ਲੈ ਲੈਂਦੀ, ਬਾਅਦ 'ਚੋਂ ਟ੍ਰਾਂਸਫਰ ਹੋ ਸਕਦੇ ਨੇ। ਹੁਣ ਇਹ ਤਾਂ ਕੋਈ ਸਮਝਾਉਣ ਵਾਲਾ ਸੀਗਾ ਨਹੀਂ, ਕੋਈ ਐਜੂਕੇਸ਼ਨ ਤੁਹਾਨੂੰ ਦੇਣ ਵਾਲਾ ਨਹੀਂ, ਇਹ ਨੌਲੇਜ ਜਿਹੜੀ ਹੈ ਇਹ ਗੱਲਾਂ ਬਾਤਾਂ ਕਰਕੇ ਹੀ ਪਤਾ ਲੱਗਦੀ ਹੈ, ਜਾਂ ਕੋਈ ਇਸ ਦੇ ਥਰੂ ਗਿਆ ਹੋਵੇ ਤਾਂ ਹੀ ਪਤਾ ਲੱਗਦੀ ਹੈ। ਮੈਂ ਉਹ ਕਹਿ ਰਹੀ ਹਾਂ ਕਿ 25 ਸਾਲਾਂ ਦੇ ਵਿੱਚ ਕੰਮ ਇੰਨਾ ਡਿਫਰੈਂਟ ਹੋ ਗਿਆ, ਹੁਣ ਇੰਨੀਆਂ ਡਿਫਰੈਂਟ ਓਪਰਚੁਨਿਟੀਜ਼ ਅੱਜ ਕੱਲ੍ਹ ਦੇ ਬੱਚਿਆਂ ਨੂੰ ਮਿਲਦੀਆਂ ਨੇ, ਮਤਲਬ ਉੱਥੋਂ ਆ ਕੇ ਵੀ ਅਸੀਂ ਇੰਨੇ ਅੱਗੇ ਨਿਕਲ ਰਹੇ ਹਾਂ। ਇਟਸ ਕਮੈਂਡੇਬਲ, ਬਹੁਤ ਅੱਛੀ ਆਪਣੀ ਕਮਿਊਨਿਟੀ ਜਿਹੜੀ ਹੈ ਬਹੁਤ ਤਰੱਕੀ ਕਰ ਰਹੀ ਹੈ। ਸੋ ਮੈਂ ਫਿਰ ਜ਼ਿਆਦਾ ਐਕਸਪੀਰੀਅੰਸ ਵੱਲ, ਐਜੂਕੇਸ਼ਨ ਵੱਲ ਥੋੜਾ ਘੱਟ ਦੇ ਕੇ, ਇੱਕ ਤੁਹਾਨੂੰ ਪਤਾ ਹੈ ਜਦੋਂ ਆਪਾਂ ਆ ਜਾਂਦੇ ਆ, ਉਹ ਰਿਸਪੋਂਸਿਬਿਲਿਟੀਜ਼ ਦੀ ਤੁਸੀਂ ਗੱਲ ਕੀਤੀ, ਜਦੋਂ ਉਹ ਚੱਲਣ ਲੱਗ ਪੈਂਦਾ ਨਾ, ਫਿਰ ਉਹ ਤੁਸੀਂ ਇੱਕ ਰੋਲ 'ਚ ਪੈ ਜਾਂਦੇ ਹੋ ਵੀ ਹੁਣ ਮੇਰੇ ਬਿਲਸ ਵੀ ਜਾਣੇ ਨੇ, ਹੁਣ ਘਰ ਦਾ ਵੀ ਚੱਕਣਾ ਹੈ। ਫਿਰ ਥੋੜੀ ਉਮਰ ਹੋਣ ਲੱਗ ਪੈਂਦੀ ਹੈ, ਫਿਰ ਪੇਰੈਂਟਸ ਦਾ ਪ੍ਰੈਸ਼ਰ ਸ਼ੁਰੂ ਹੋ ਜਾਂਦਾ ਵੀ ਅੱਛਾ ਜੀ ਹੁਣ ਤੁਹਾਡਾ ਉਮਰ ਹੋ ਰਹੀ ਹੈ, ਹੁਣ ਵਿਆਹ ਵਾਸਤੇ ਦੇਖ ਲਈਏ। ਉਹ ਫਿਰ ਜਦੋਂ ਸ਼ੁਰੂ ਹੋ ਜਾਂਦਾ ਹੈ, ਦੈਨ ਫॉर ਅ ਵੂਮਨ ਇਟਸ ਹਾਰਡ ਥੋੜਾ ਜਿਹਾ। ਮੈਨੂੰ ਲੱਗਦਾ ਲੜਕੀ ਲਈ ਉਸ ਵੇਲੇ ਤਾਂ ਸੀਗਾ, ਹੁਣ ਨਹੀਂ ਹੈ, ਅੱਜ ਕੱਲ੍ਹ ਤੇ ਨਹੀਂ ਹੈ। ਮੈਂ ਨਹੀਂ ਹੁਣ ਮੰਨਦੀ ਕਿ ਆਪਾਂ ਕਿਸੇ ਤੋਂ ਪਿੱਛੇ ਹਾਂ, ਪਰ ਥੋੜਾ ਜਿਹਾ ਉਸ ਟਾਈਮ ਤੇ, ਕਿਉਂਕਿ ਅਸੀਂ ਇੰਡੀਆ ਤੋਂ ਉਦੋਂ ਆ ਗਏ ਸੀ ਜਦੋਂ ਮੈਂ ਕਾਫੀ ਯੰਗ ਸੀ, ਸਾਡਾ ਮਾਈਂਡਸੈਟ ਥੋੜਾ ਜਿਹਾ ਉਦਾਂ ਦਾ ਸੀਗਾ। ਮੇਰੇ ਪੇਰੈਂਟਸ ਦਾ ਵੀ, ਮੇਰਾ ਵੀ ਥੋੜਾ ਜਿਹਾ ਉਸ ਤਰ੍ਹਾਂ ਦਾ ਸੀ ਵੀ ਸੈਟ ਏਜ ਤੇ ਆ ਕਰ ਲਈਏ, ਇਸ ਤਰ੍ਹਾਂ ਹੋ ਜਾਵੇ, ਫਿਰ ਅੱਗੇ ਤੁਰ ਪਈਏ, ਲਾਈਕ ਦੈਟ ਸੋਰਟ ਆਫ। ਉਹ ਥੋੜਾ ਜਿਹਾ ਉਸ ਵੇਲੇ ਸੀਗਾ, ਹੁਣ ਨਹੀਂ ਹੈ। ਹੁਣ ਮਾਈ ਪੇਰੈਂਟਸ ਆਰ ਵੈਰੀ ਡਿਫਰੈਂਟ, ਕਿਉਂਕਿ ਉਹ ਵੀ ਇੰਨੇ ਸਾਲਾਂ ਦੇ ਇੱਥੇ ਰਹਿ ਰਹੇ ਨੇ, ਹੁਣ ਉਹ ਕਾਫੀ ਚੇਂਜ ਹੋ ਚੁੱਕੇ ਨੇ। ਉਦੋਂ ਸਾਡਾ ਸਾਰਿਆਂ ਦਾ ਹੀ ਇਹੋ ਜਿਹਾ ਸੀ ਤੇ ਮੈਨੂੰ ਵੀ ਠੀਕ ਲੱਗਦਾ ਸੀਗਾ। ਹੁਣ ਜੇ ਮੈਨੂੰ ਕੋਈ ਇਹੋ ਜਿਹੀ ਗੱਲ ਕੋਈ ਹੋਵੇ ਕਦੀ ਪਿੱਛੇ ਰਹਿਣ ਵਾਲੀ, ਤਾਂ ਫਿਰ ਤਾਂ ਆਈ ਡੋਂਟ ਥਿੰਕ ਆਈ ਕੈਨ ਐਕਸੈਪਟ ਇਟ ਨਾਓ। ਅੱਛਾ, ਜਦੋਂ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ, ਮੈਂ ਹਮੇਸ਼ਾ ਮਹਿਸੂਸ ਕਰਦੀ ਹੁੰਦੀ ਹਾਂ ਕਿ ਜਦੋਂ ਕੋਈ ਔਰਤ ਸਟਰੋਂਗ ਔਰਤ ਲੱਗਦੀ ਹੈ, ਇਸ ਤਰ੍ਹਾਂ ਲੱਗਦਾ ਕਿ ਉਹਦੀ ਜਿਹੜੀ ਫਾਊਂਡੇਸ਼ਨ ਹੈ ਉਹ ਜ਼ਰੂਰ ਸਟਰੋਂਗ ਰਹੀ ਹੋਏਗੀ। ਬਚਪਨ ਦੇ ਵਿੱਚ ਕਿਹੋ ਜਿਹਾ ਉਹਨੂੰ ਮਾਹੌਲ ਮਿਲਿਆ ਹੋਏਗਾ, ਜਾਂ ਕਿਹੋ ਜਿਹੀ ਐਜੂਕੇਸ਼ਨ ਦਿੱਤੀ ਗਈ ਹੋਏਗੀ, ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ। ਤੁਹਾਡੇ ਵੱਲ ਦੇਖ ਕੇ ਮੈਨੂੰ ਇਹ ਮਹਿਸੂਸ ਹੁੰਦਾ ਕਿ ਤੁਸੀਂ ਇੱਕ ਸਟਰੋਂਗ ਔਰਤ ਹੋ। ਕਿਤੇ ਮਨ ਦੇ ਵਿੱਚ, ਆਈ ਡੋਂਟ ਨੋ ਵਾਈ, ਮੇਰੇ ਮਨ ਦੇ ਵਿੱਚ ਇਹ ਵੀ ਚੀਜ਼ ਕਦੇ ਆਉਂਦੀ ਹੈ ਕਿ ਰੰਗੀਨਾ ਵਰਗੀ ਲੇਡੀ ਜਿਹੜੀ ਆ ਉਹ ਪੋਲੀਟਿਕਸ ਦੇ ਵਿੱਚ ਹੋਣੀ ਚਾਹੀਦੀ ਹੈ, ਕੋਈ ਚੰਗੇ ਪੋਲਿਸੀ ਮੇਕਰ ਦੇ ਤੌਰ 'ਤੇ ਵੀ ਉਹਨੂੰ ਅੱਗੇ ਆਉਣਾ ਚਾਹੀਦਾ। ਕਦੇ ਮਨ ਦੇ ਵਿੱਚ ਇਹੋ ਜਿਹੀ ਖਾਹਿਸ਼ ਵੀ ਆਈ ਹੈ? ਜੋਤੀ, ਤੁਸੀਂ ਬੜੀ ਵਧੀਆ ਗੱਲ ਕੀਤੀ, ਪਰ ਇਹ ਤੁਸੀਂ ਮੰਨੋਗੇ ਵੀ ਮੈਨੂੰ ਪਤਾ ਨਹੀਂ ਕਿੰਨੇ ਲੋਕ ਇਸ ਤਰ੍ਹਾਂ ਕਹਿ ਚੁੱਕੇ ਨੇ ਜਿਹੜੇ ਮੈਨੂੰ ਜਾਣਦੇ ਨੇ। ਤੁਹਾਡਾ ਤੇ ਮੇਰਾ ਤੇ ਹਜੇ ਕਨੈਕਸ਼ਨ ਬੜਾ ਪ੍ਰੋਫੈਸ਼ਨਲ ਟਾਈਪ ਦਾ, ਲੇਕਿਨ ਜਿਹੜੇ ਮੇਰੇ ਕਲੋਜ਼ ਲੋਕ ਨੇ, ਜਿਹੜੇ ਮੇਰੇ ਥੋੜੀ ਕੁਝ ਫੈਮਿਲੀ ਹੈ, ਕੁਝ ਮੇਰੀਆਂ ਬਹੁਤ ਅੱਛੀਆਂ ਫਰੈਂਡਸ ਨੇ, ਉਹ ਮੈਨੂੰ ਬੜੀ ਵਾਰੀ ਕਹਿ ਚੁੱਕੀਆਂ ਨੇ ਕਿ ਤੈਨੂੰ ਪੋਲਿਟਿਕਸ 'ਚ ਹੋਣਾ ਚਾਹੀਦਾ ਸੀਗਾ, ਬਿਕਾਜ਼ ਯੂ ਕੈਨ ਚੇਂਜ, ਯੂ ਆਰ ਦੇਅਰ ਫॉर। ਸੋ ਮੇਬੀ ਦੇयर इज अ ਪਰਸਨੈਲਿਟੀ ਥਿੰਗ ਦੈਟ ਯੈਸ ਆਈ ਕੈਨ, ਲੀਡਰਸ਼ਿਪ ਮੇਰੇ 'ਚ ਹੈ ਥੋੜੀ ਜੀ, ਆਈ ਕੈਨ ਟੇਕ ਦੈਟ ਰੋਲ ਔਨ, ਉਹਦੀ ਕੋਈ ਪ੍ਰੋਬਲਮ ਨਹੀਂ ਹੈ, ਆਈ ਉਹ ਕਰ ਸਕਦੀ ਹਾਂ। ਪਰ ਥੋੜਾ ਜਿਹਾ ਪੋਲੀਟੀਕਲ ਮੇਰੀ ਬੈਕਗਰਾਊਂਡ ਨਹੀਂ ਹੈਗੀ ਪੋਲਿਟਿਕਸ 'ਚ। ਹਾਂ, ਇਸ ਤਰ੍ਹਾਂ ਹੈ, ਰਿਫਰਮੇਸ਼ਨ ਦੇ ਵਿੱਚ ਮੇਰੀ ਹੈਗੀ ਹੈ। ਮੈਂ ਥੋੜਾ ਜਿਹਾ ਕੋਸ਼ਿਸ਼ ਕੀਤੀ ਸੀ NDP ਨਾਲ ਥੋੜਾ ਜਿਹਾ ਕੰਮ ਕਰਨ ਦੀ, ਜਾਂ ਲਿਬਰਲਸ ਨਾਲ ਥੋੜਾ ਜਿਹਾ ਕੰਮ ਕਰਨ ਦੀ, ਬਟ ਫਿਰ ਮੈਨੂੰ ਉਹ ਪੋਲਿਟਿਕਸ ਦਾ ਥੋੜਾ ਜਿਹਾ ਐਟਮੋਸਫੀਅਰ ਠੀਕ ਨਹੀਂ ਲੱਗਿਆ। ਨਾਲੇ ਇੱਥੇ ਵਿਕਟੋਰੀਆ ਇਜ਼ ਅ ਲਿਟਲ ਡਿਫਰੈਂਟ, ਇਹ ਵੈਸੇ ਹੀ ਗਵਰਨਮੈਂਟ ਟਾਊਨ ਹੈ, ਤੇ ਇੱਥੇ ਤੁਸੀਂ ਜੇ ਤੁਸੀਂ ਗਵਰਨਮੈਂਟ 'ਚ ਕੰਮ ਕਰਦੇ ਹੋ ਤਾਂ ਫਿਰ ਤੁਸੀਂ ਪੋਲਿਟਿਕਸ 'ਚ ਨਹੀਂ ਕੁਝ ਕਰ ਸਕਦੇ, ਬਿਕਾਜ਼ ਕਨਫਲਿਕਟ ਆਫ ਇੰਟਰਸਟ ਹੋ ਜਾਂਦਾ ਹੈ। ਤੇ ਉਹ ਥੋੜਾ ਜਿਹਾ ਫਿਰ ਮੈਨੂੰ ਬੈਕ ਸਟੈਪ ਲੈਣਾ ਪਿਆ। ਬਟ ਹਾਂਜੀ, ਤੁਹਾਡੀ ਗੱਲ ਜਿਹੜੀ ਹੈ ਉਹ ਮੈਂ ਪਹਿਲੀ ਵਾਰ ਨਹੀਂ, ਮੈਨੂੰ ਬਹੁਤ ਲੋਕ ਕਹਿ ਚੁੱਕੇ ਨੇ ਕਿ ਮੈਨੂੰ ਇਹੋ ਜਿਹੇ ਕਿਸੇ ਰੋਲ 'ਚ ਹੋਣਾ ਚਾਹੀਦਾ ਸੀਗਾ। ਇਸ ਪਰਸਨੈਲਿਟੀ ਨੂੰ ਸ਼ੇਪ ਅਪ ਕਰਨ ਦੇ ਵਿੱਚ ਕਿਹੜਾ ਚੀਜ਼ਾਂ ਦੀ ਕੰਟਰੀਬਿਊਸ਼ਨ ਰਹੀ ਆ? ਤੁਹਾਡਾ ਬਚਪਨ ਕਿਹੋ ਜਿਹਾ ਸੀ? ਤੁਹਾਡੇ ਘਰ 'ਚ ਮਾਹੌਲ ਕਿਹੋ ਜਿਹਾ ਸੀ? ਕਿਸੇ ਖਾਸ ਵਿਅਕਤੀ ਦਾ ਪ੍ਰਭਾਵ ਸੀ? ਕਈ ਵਾਰ ਮਾਂ ਦਾ ਹੁੰਦਾ, ਬਾਪ ਦਾ ਹੁੰਦਾ, ਜਾਂ ਕੋਈ ਹੋਰ, ਕਈ ਵਾਰ ਟੀਚਰ ਵੀ ਸਾਡੇ ਹੁੰਦੇ ਆ। ਸੋ ਤੁਸੀਂ ਕਦੇ ਸਮਝਦੇ ਹੋ ਕਿ ਇਹ ਨੈਚੁਰਲ ਪਰਸਨੈਲਿਟੀ ਹੈ, ਜਾਂ ਕੁਝ ਪ੍ਰਭਾਵਾਂ ਦੇ ਹੇਠ ਵੀ ਇਹ ਪਰਸਨੈਲਿਟੀ ਬਣੀ ਆ? ਮੇਰੀ ਜਿਹੜੀ ਫੈਮਿਲੀ ਕਾਫੀ ਲਿਬਰਲ ਹੈ, ਸੋ ਮੇਰੀ ਫੈਮਿਲੀ ਦੇ ਵਿੱਚ ਦੇਖਿਆ ਜਾਵੇ ਤਾਂ ਆਈ ਥਿੰਕ ਮੈਂ ਇੱਕ ਸਾਈਡ ਆਫ ਦਾ ਫੈਮਿਲੀ, ਜਿਵੇਂ ਫਾਦਰ ਸਾਹਿਬ ਦੇ ਕਹਿ ਲਓ ਤਾਂ ਮੈਂ ਸਭ ਤੋਂ ਛੋਟੀ ਹਾਂ ਆਪਣੇ ਕਜ਼ਨਸ ਦੇ ਵਿੱਚ, ਮਦਰ ਦੀ ਸਾਈਡ ਤੇ ਕਹਿ ਲਓ ਤਾਂ ਮੈਂ ਸਭ ਤੋਂ ਵੱਡੀ ਹਾਂ ਆਪਣੇ ਕਜ਼ਨਸ ਦੇ ਵਿੱਚ। ਸੋ ਥੋੜਾ ਮਿਕਸ ਸੀਗਾ। ਕੁਛ ਮੇਰੇ ਮਾਮਾ ਦਾ ਥੋੜਾ ਜਿਵੇਂ ਉਸ ਟਾਈਮ 'ਚ ਹੁੰਦਾ ਸੀਗਾ, ਉਹਨਾਂ ਦਿਨਾਂ 'ਚ ਹੀ ਯੰਗ ਵਿਆਹ ਹੋ ਜਾਂਦੇ ਸੀਗੇ, ਤੇ ਉਹ ਆਪਣੀ ਲਾਈਫ 'ਚ ਬਹੁਤ ਕੁਛ ਕਰਨਾ ਚਾਹੁੰਦੇ ਸੀ, ਪਰ ਉਹ ਕਹਿੰਦੇ ਸੀ ਕਿ ਹੁਣ ਜੇ ਮੈਂ ਨਹੀਂ ਕਰ ਸਕੀ ਤੇ ਇਹਨੂੰ ਮੈਂ ਅੱਗੇ ਕਰਾਂਗੀ ਤੇ ਇਹ ਕਰੇਗੀ ਆਪਣਾ ਸਾਰਾ ਕੁਛ।
ਡੈਡ ਮੇਰੇ ਵੈਸੇ ਹੀ ਬਹੁਤ ਲਿਬਰਲ ਨੇ, ਉਹਨਾਂ ਨੇ ਸਾਨੂੰ ਬੱਚਿਆਂ ਨੂੰ ਕਦੀ ਅੱਜ ਤੱਕ ਕਿਸੇ ਚੀਜ਼ ਤੋਂ ਮਨਾ ਨਹੀਂ ਕੀਤਾ, ਨੈਵਰ। ਵੈਲਿਊਜ਼ ਪੂਰੀਆਂ ਦਿੱਤੀਆਂ, ਲੇਕਿਨ ਇਹ ਕਿਸੇ ਵੀ ਆਉਣ ਜਾਣ ਤੋਂ, ਪਾਣ ਲਾਣ ਤੋਂ, ਕਿਸੇ ਚੀਜ਼ ਤੋਂ ਕਦੀ ਮਨਾ ਨਹੀਂ ਸੀ ਕੀਤਾ ਉਹਨਾਂ ਨੇ। ਸੋ ਉਹ ਮੈਨੂੰ ਫਰੀडम ਜਿਹੜੀ ਹੈ ਉਹ ਬਹੁਤ ਮਿਲੀ, ਜਿਹਦੇ ਨਾਲ ਮੇਰਾ ਕੌਨਫੀਡੈਂਸ ਬਹੁਤ ਵੱਧ ਗਿਆ। ਔਰ ਹੱਲਾਸ਼ੇਰੀ ਹਮੇਸ਼ਾ ਅੱਜ ਤੱਕ ਵੀ ਮੇਰੇ ਡੈਡ, ਜੇ ਮੈਂ ਕੋਈ ਵੀ ਚੀਜ਼ ਕਰਨੀ ਚਾਹਵਾਂ ਜਾਂ ਕਿਸੇ ਗੱਲ ਬਾਰੇ ਗੱਲ ਕਰਾਂ, ਉਹਨਾਂ ਦਾ ਇਹ ਹੁੰਦਾ ਹੈ ਕਿ ਚਲੋ ਕਿਸ ਤਰ੍ਹਾਂ ਕਰੀਏ ਇਹਨੂੰ, ਲੈਟਸ ਫਾਈਂਡ ਆਊਟ, ਆਪਾਂ ਫਿਗਰ ਆਊਟ ਕਰਦੇ ਹਾਂ। ਉਹ ਬਹਿ ਜਾਂਦੇ ਨੇ ਆਪਣੇ ਆਈਪੈਡ ਤੇ, ਉਹ ਇਸ ਉਮਰ 'ਚ ਵੀ ਲੱਗੇ ਰਹਿੰਦੇ ਨੇ ਕੁਛ ਨਾ ਕੁਛ ਲੱਭਣ ਕਿ ਅੱਛਾ ਮੈਂ ਆਹ ਰਸਤਾ ਲੱਭਿਆ, ਮੈਂ ਆਹ ਰਸਤਾ ਲੱਭਿਆ। ਸੋ ਉਹ ਮੇਰੇ ਪੇਰੈਂਟਸ ਦੋਨੋਂ ਹੀ ਬਹੁਤ ਜ਼ਿਆਦਾ ਮੇਰੇ ਸਪੋਰਟ 'ਚ ਰਹਿੰਦੇ ਨੇ, ਬੜੇ ਉਹਨਾਂ ਦਾ ਹੱਥ ਹਮੇਸ਼ਾ ਮੇਰੇ ਪਿੱਛੇ ਰਹਿੰਦਾ। ਅੱਗੋਂ ਫਿਰ ਯੈਸ, ਹੁਣ ਇਹ ਕੰਟਰੀ ਲੱਭ ਗਈ, ਇਸ ਕੰਟਰੀ ਦੇ ਵਿੱਚ ਮੈਂ ਇੰਨਾ ਥਾਵਾਂ ਤੇ ਕੰਮ ਕਰ ਲਿਆ ਕਿ ਮੇਰਾ ਕਾਫੀ ਕੌਨਫੀਡੈਂਸ ਬਿਲਡ ਅਪ ਹੋ ਗਿਆ। ਐਜ਼ ਮੈਂਟੋਰ ਤਾਂ ਮੈਨੂੰ ਹਜੇ ਨਹੀਂ ਕੋਈ ਖਾਸ ਲੱਭਿਆ, ਕਿਉਂਕਿ ਜ਼ਿਆਦਾ ਸਪੋਰਟ ਮੈਨੂੰ ਮੇਰੇ ਪੇਰੈਂਟਸ ਦੀ ਹੋਈ ਮਿਲੀ ਹਮੇਸ਼ਾ। ਬਟ ਮੈਂਟੋਰ ਕਾਫੀ ਆਏ ਲਾਈਫ ਦੇ ਵਿੱਚ, ਕਾਫੀਆਂ ਨੇ ਬੜੀ ਸਪੋਰਟ ਦਿੱਤੀ, ਬੜਾ ਕੁਝ ਸਿਖਾਇਆ। ਔਰ ਜਿਵੇਂ ਜਿਵੇਂ ਡਿਫਰੈਂਟ ਡਾਇਰੈਕਸ਼ਨ 'ਚ ਮੈਂ ਜਾਂਦੀ ਰਹੀ, ਉਵੇਂ ਉਵੇਂ ਮੈਨੂੰ ਕੋਈ ਨਾ ਕੋਈ ਲੀਡਰਸ਼ਿਪ ਮਿਲਦੀ ਰਹੀ। ਇੱਕ ਕਲੈਕਸ਼ਨਸ ਦੇ ਵਿੱਚ ਮੇਰੀ ਇੱਕ ਮੈਨੇਜਰ ਸੀਗੀ, ਉਹ ਬਹੁਤ ਜ਼ਿਆਦਾ, ਸ਼ੀ ਵਾਜ਼ ਅ ਪੁਲਿਸ ਆਫਿਸਰ ਇਨ ਇੰਗਲੈਂਡ, ਇੱਥੇ ਆ ਕੇ ਉਹਨਾਂ ਨੇ ਮੈਨੇਜਰ ਦੀ ਜੌਬ ਕੀਤੀ ਗਵਰਨਮੈਂਟ 'ਚ। ਉਹ ਮੈਨੂੰ ਬਹੁਤ ਜ਼ਿਆਦਾ ਸ਼ੇਪ ਅਪ ਕਰਦੇ ਹੁੰਦੇ ਸੀਗੇ, ਉਹ ਕਹਿੰਦੇ ਹੁੰਦੇ ਸੀ ਕਿ ਨਹੀਂ ਯੂ ਸ਼ੁਡ, ਤੇਰੇ 'ਚ ਬਹੁਤ ਪੋਟੈਂਸ਼ੀਅਲ ਹੈ। ਇੱਕ ਮੇਰੀ ਬਹੁਤ ਅੱਛੀ ਫਰੈਂਡ ਹੈ, ਉਹਨੇ ਮੈਨੂੰ ਹਮੇਸ਼ਾ ਹੀ ਹੱਲਾਸ਼ੇਰੀ ਦੇਣੀ ਕਿ ਤੂੰ ਕਰ ਦੇ, ਕੋਈ ਗੱਲ ਨਹੀਂ, ਤੇਰੇ ਤੋਂ ਹੋ ਜਾਣਾ, ਤੂੰ ਸਾਈਨ ਅਪ ਕਰ, ਲਾਈਕ ਯੂ ਨੋ ਦੈਟ ਟਾਈਪ ਆਫ ਪੀਪਲ ਕਾਫੀ ਨੇ। ਮੇਰੀਆਂ ਹਜੇ ਫਰੈਂਡਸ ਇੰਡੀਆ ਵਾਲੀਆਂ ਵੀ ਬਹੁਤ ਕੁਛ, ਜਦੋਂ ਇਸ ਤਰ੍ਹਾਂ ਦੇ ਤੁਹਾਡੇ ਵਰਗੇ ਮੈਨੂੰ ਆਨਰ ਦਿੰਦੇ ਨੇ, ਜਦੋਂ ਮੈਂ ਸ਼ੇਅਰ ਕਰਦੀ ਹਾਂ, ਤੇ ਉਹ ਮੈਨੂੰ ਕਾਫੀ ਹੱਲਾਸ਼ੇਰੀ ਦਿੰਦੇ ਨੇ ਕਿ ਨਹੀਂ ਤੂੰ ਸ਼ੁਰੂ ਤੋਂ ਇਹੋ ਜਿਹੀ ਸੀ। ਉਹ ਮੈਨੂੰ ਨਹੀਂ ਯਾਦ, ਮੈਨੂੰ ਆਪਣਾ ਨਹੀਂ ਯਾਦ ਕਿ ਮੈਂ ਇਹੋ ਜਿਹੀ ਸੀਗੀ, ਪਰ ਉਹ ਮੈਨੂੰ ਕਹਿੰਦੇ ਨੇ ਕਿ ਨਹੀਂ ਤੂੰ ਤੇ ਸ਼ੁਰੂ ਤੋਂ ਇਸ ਤਰ੍ਹਾਂ ਦੀ ਹੋਈ ਸੀਗੀ। ਸੋ there is a lot of support. I am very blessed. ਮੈਂ ਬਹੁਤ ਜ਼ਿਆਦਾ ਖੁਸ਼ਕਿਸਮਤ ਹਾਂ ਕਿ ਮੇਰੇ ਕੋਲ ਇੰਨੀ ਸਪੋਰਟ ਹੈ, ਔਰ ਹਰ ਥਾਂ ਤੋਂ ਬਹੁਤ ਅੱਛੀ ਸਪੋਰਟ ਮਿਲਦੀ ਹੈ ਜਿੱਥੇ ਵੀ ਮੈਂ ਜਾਂਦੀ ਹਾਂ। ਅੱਛਾ, ਹੁਣ ਤੁਸੀਂ ਵਿਕਟੋਰੀਆ ਦੇ ਵਿੱਚ ਬੈਠੇ ਹੋ, ਜਿੱਥੇ ਕੰਪੈਰੇਟਿਵਲੀ ਆਪਣੀ ਕਮਿਊਨਿਟੀ ਦੇ ਲੋਕ ਘੱਟ ਹੈਗੇ ਆ, ਪਰ ਸਟਿਲ ਤੁਹਾਡੇ ਕੋਲ ਇਹ ਓਪਰਚੁਨਿਟੀ ਹੈਗੀ ਆ। ਤੁਸੀਂ ਇੱਥੇ ਬੈਠੇ ਲੈ ਜਿਹੜੇ ਲੋਕ ਆ, ਬਹੁਤ ਰੇਡੀਓ ਸ਼ੋਜ਼ ਦੇ ਜ਼ਰੀਏ ਮੇਰੇ ਨਾਲ ਵੀ ਤੁਸੀਂ ਗੱਲਬਾਤ ਕਰਦੇ ਰਹੇ ਹੋ, ਬੜੇ ਸਾਰੇ ਲੋਕਾਂ ਨੂੰ, ਬਹੁਤ ਲੋਕਾਂ ਨੂੰ ਤੁਸੀਂ ਗਾਈਡ ਕਰਦੇ ਰਹੇ ਹੋ ਜਿਹੜੇ ਇਹ ਟੈਨੈਂਸੀ ਦੇ ਇਸ਼ੂ ਦੇ ਉੱਤੇ। ਮੈਨੂੰ ਇੱਕ ਵੀ ਇੰਸਟੈਂਸ ਇਹੋ ਜਿਹਾ ਯਾਦ ਨਹੀਂ ਆ ਰਿਹਾ ਕਿ ਤੁਹਾਨੂੰ ਕਿਸੇ ਨੇ ਸਵਾਲ ਪੁੱਛਿਆ ਹੋਵੇ, ਤੁਸੀਂ ਇਹ ਕਹੋ ਕਿ ਵੀ ਮੈਂ ਇਹਦੇ ਬਾਰੇ ਜਾਣਕਾਰੀ ਲੈ ਕੇ ਦੱਸਾਂਗੀ, ਜਾਂ ਮੇਰੇ ਕੋਲ ਇਸ ਸਵਾਲ ਦਾ ਹਾਲੇ ਜਵਾਬ ਨਹੀਂ ਹੈ, ਮੈਂ ਪਤਾ ਕਰਕੇ ਦੱਸੂੰਗੀ। ਹਰ ਸਵਾਲ ਦਾ ਜਵਾਬ ਤੁਹਾਡੇ ਕੋਲ ਹੁੰਦਾ ਸੀ। ਐਂਡ ਆਈ ਵਾਜ਼ ਸੋ ਇੰਪਰੈਸਡ ਵੀ ਈਵਨ ਕਿ ਜਿਹੜੇ ਪੋਲੀਟੀਸ਼ੀਅਨਸ ਆਉਂਦੇ ਆ ਜਾਂ ਹੋਰ ਲੋਕ ਵੀ ਆਉਂਦੇ ਆ, ਬਹੁਤ ਸਾਲਾਂ ਤੋਂ ਇਸ ਚੀਜ਼ ਦੇ ਨਾਲ ਜੁੜੇ ਹੋਣ, ਚਾਹੇ ਉਹ ਐਡਮਿਨਿਸਟ੍ਰੇਸ਼ਨ ਦੀ ਗੱਲ ਹੈ ਜਾਂ ਪੋਲੀਟਿਕਸ ਦੀ ਜਾਂ ਪੋਲਿਸੀਜ਼ ਦੀ ਗੱਲ ਹੈਗੀ ਆ, ਪਰ ਰੰਗੀਨਾ ਉਹਨਾਂ ਦੇ ਕੋਲ ਹਰ ਉਸ ਸਵਾਲ ਦਾ ਜਵਾਬ ਹੁੰਦਾ ਸੀ ਜਿਹੜਾ ਟੈਨੈਂਸੀ ਬ੍ਰਾਂਚ ਦੇ ਨਾਲ ਸੰਬੰਧਿਤ ਹੁੰਦਾ ਸੀ। ਕੀ ਤੁਸੀਂ ਕੋਈ ਖਾਸ ਜ਼ਿਆਦਾ ਸਮਾਂ ਲਾਉਂਦੇ ਹੋ, ਸਟੱਡੀ ਕਰਦੇ ਹੋ ਇਸ ਚੀਜ਼ ਨੂੰ? ਦੂਸਰੀ ਚੀਜ਼ ਇਹ ਆ ਕਿ ਇਹ ਸਭ ਕੁਝ ਜ਼ੁਬਾਨੀ ਯਾਦ ਰਹਿ ਜਾਣਾ, ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ। ਇਹ ਕਿੱਦਾਂ ਪੋਸੀਬਲ ਹੈ ਤੁਹਾਡਾ? ਜਾਂ ਇੰਟਰਸਟ ਹੀ ਇੰਨਾ ਜ਼ਿਆਦਾ, ਆਪਣੀ ਜੋਬ ਨੂੰ ਇੰਨਾ ਪੈਸ਼ਨੇਟਲੀ ਕਰਦੇ ਹੋ? ਮੈਂ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਸੋ ਪੈਸ਼ਨ ਮੇਰਾ ਹੈਗਾ ਸ਼ੁਰੂ ਤੋਂ ਇਸ ਜੌਬ ਵੱਲ ਕਾਫੀ। ਮੇਰਾ ਐਕਚੁਅਲੀ ਲਾਅ ਫੀਲਡ 'ਚ ਬਹੁਤ ਜ਼ਿਆਦਾ ਇੰਟਰਸਟ ਰਹਿ ਚੁੱਕਿਆ। ਕਦੀ ਸੋਚਦੇ ਸੀਗੇ ਵੀ ਜੇ ਇੱਧਰ ਨਹੀਂ, ਟੀਚਿੰਗ ਵੱਲ ਨਹੀਂ ਜਾਵਾਂਗੇ ਤੇ ਲਾਅ ਵੱਲ ਚਲੇ ਜਾਵਾਂਗੇ। ਉਹ ਮੇਰਾ ਸ਼ੁਰੂ ਤੋਂ ਇੰਟਰਸਟ ਰਿਹਾ। ਸੋ ਲੀਗਲ ਗੱਲਾਂ ਨੂੰ ਮੈਨੂੰ ਪੜ੍ਹਨ ਦਾ ਬੜਾ ਸ਼ੌਂਕ ਹੈ ਵੈਸੇ ਵੀ। ਤੇ ਜਦੋਂ ਮੈਂ ਇਸ ਪਾਸੇ ਆਈ ਸੀਗੀ, ਮੇਰੇ ਟ੍ਰੇਨਿੰਗ ਮੇਰੀ ਬੜੀ ਸੋਲਿਡ ਸੀਗੀ ਐਕਚੁਅਲੀ। ਜਦੋਂ ਅਸੀਂ ਇੱਧਰ, ਉਦੋਂ ਸਾਡਾ ਡਿਪਾਰਟਮੈਂਟ ਇੰਨਾ ਜ਼ਿਆਦਾ ਪੋਪੂਲਰ ਨਹੀਂ ਹੁੰਦਾ ਸੀ, ਇੰਨਾ ਸੁਰਖੀਆਂ 'ਚ ਨਹੀਂ ਸੀ ਰਹਿੰਦਾ ਹੁੰਦਾ, ਜਿਵੇਂ ਠੀਕ ਹੀ ਚੱਲਦਾ ਸੀਗਾ। ਕਾਫੀ 12-13 ਸਾਲਾਂ ਪਹਿਲਾਂ ਇੰਨੀ ਜਨਤਾ ਨਹੀਂ ਸੀਗੀ, ਇੰਨੀ ਪੋਪੂਲੇਸ਼ਨ ਨਹੀਂ ਸੀਗੀ, ਤੇ ਡਿਮਾਂਡ ਵੀ ਓਨੀ ਸੀ, ਸਪਲਾਈ ਬਹੁਤ ਜ਼ਿਆਦਾ ਸੀ ਉਦੋਂ। ਹੁਣ ਉਹਦਾ ਫਰਕ ਪੈ ਗਿਆ। ਤੇ ਉਸ ਵੇਲੇ ਜਿਹੜੀ ਟ੍ਰੇਨਿੰਗ ਸੀਗੀ ਸਾਡੀ ਬੜੀ ਸੋਲਿਡ ਹੁੰਦੀ ਸੀ। ਸੋ ਜ਼ਿਆਦਾ ਡੈਪਥ ਤੱਕ ਮੈਂ ਕਰਦੀ ਰਹੀ ਹਾਂ। ਸੋ ਮੇਰਾ ਆਪਣਾ ਵੀ ਇੰਟਰਸਟ ਸੀਗਾ ਕੁਛ ਕਿ ਮੈਂ ਹਰ ਚੀਜ਼ ਨੂੰ ਅਪਲਾਈ ਕਰਕੇ ਦੇਖਾਂ ਕਿਸ ਤਰ੍ਹਾਂ ਹੈ, ਕਿਸ ਤਰ੍ਹਾਂ ਨਹੀਂ। ਫਿਰ ਮੇਰਾ ਜਿੱਦੇ ਵੀ ਕੋਈ ਕਲਾਇੰਟ ਨਾਲ ਮੈਂ ਗੱਲਬਾਤ ਕਰਦੀ ਹਾਂ, ਜਾਂ ਰੇਡੀਓ ਸ਼ੋਜ਼ ਤੇ ਮੈਂ ਥੋੜਾ ਲੇਟ ਸ਼ੁਰੂ ਕੀਤੇ, ਲੇਕਿਨ ਜਦੋਂ ਵੀ ਕਲਾਇੰਟਸ ਨਾਲ ਅਸੀਂ ਫੋਨ ਤੇ ਗੱਲ ਕਰਦੇ, ਮੈਂ ਉਹਦੀ ਡੈਪਥ ਤੱਕ ਜਾਣਾ ਚਾਹੁੰਦੀ ਹਾਂ ਵੀ ਇਹ ਸ਼ੁਰੂ ਕਿੱਥੋਂ ਹੋਇਆ। ਮੇਰਾ ਕੁਛ ਇੰਟਰਸਟ ਏਦਾਂ ਹੁੰਦਾ ਹੈ ਕਿ ਆਪਾਂ ਆਪ ਜੇ ਰਿਜ਼ੋਲਵ ਕਰ ਲਈਏ, ਮੈਂ ਹਮੇਸ਼ਾ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਵੀ ਜੇ ਆਪਾਂ ਆਪ ਆਪਣਾ ਰਿਜ਼ੋਲਵ ਕਰ ਲਈਏ ਤੇ ਆਪਾਂ ਨੂੰ ਇਹ ਸਿਸਟਮ ਨੂੰ ਐਕਸੈਸ ਨਾ ਹੀ ਕਰਨਾ ਪਵੇ ਤੇ ਚੰਗਾ। ਸੋ ਮੇਰੀ ਉਸ ਇੱਕ ਥੋੜੀ ਜਿਹੀ ਐਜੂਕੇਸ਼ਨ ਦੀ ਬੈਕਗਰਾਊਂਡ ਔਰ ਥੋੜਾ ਜਿਹਾ ਜਨੂਨ ਕਿ ਐਜੂਕੇਟ ਕਰਨਾ ਲੋਕਾਂ ਨੂੰ, ਇੱਕ ਉਹ ਲਾਅ ਦਾ ਇੰਟਰਸਟ, ਉਹ ਦੋਨੋਂ ਕੰਬਾਈਨ ਕਰਕੇ ਮੈਨੂੰ ਲੱਗਦਾ ਮੈਂ ਥੋੜਾ ਜਿਹਾ ਜ਼ਿਆਦਾ ਇਸ ਚੀਜ਼ ਨੂੰ ਪੈਸ਼ਨੇਟਲੀ ਲੈਂਦੀ ਹਾਂ। ਵੀ ਮੈਨੂੰ ਲੱਗਦਾ ਹੈ ਕਿ ਐਜੂਕੇਸ਼ਨ ਦੇਣੀ ਹੈ, ਆਪਣੀ ਕਮਿਊਨਿਟੀ ਨੂੰ ਐਜੂਕੇਟ ਕਰਨਾ ਹੈ ਹਰ ਚੀਜ਼ ਬਾਰੇ। ਜੇ ਮੈਂ ਐਸ ਪ੍ਰੋਫੈਸ਼ਨ ਦੇ ਵਿੱਚ ਆ ਤੇ ਮੈਂ ਇਸ ਬਾਰੇ ਪੂਰਾ ਐਜੂਕੇਟ ਕਰ ਦੇਵਾਂ। ਉਹ ਥੋੜੀ ਜਿਹੀ ਪਰਸਨੈਲਿਟੀ ਹੈ ਮੇਰੀ ਕਿ ਡੈਪਥ ਤੱਕ ਜਾਣਾ ਇਜ਼ ਸਮਥਿੰਗ ਆਈ ਗੈਟ ਫਰਮ ਮਾਈ ਫਾਦਰ।
ਅੱਛਾ ਹੁਣ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਓਬਵੀਅਸਲੀ ਉਹ ਵੀ ਜਿਹੜੇ ਮੈਜੋਰਿਟੀ ਲੋਕ ਨੇ ਉਹ ਮੇਨ ਸਟਰੀਮ ਤੋਂ ਨੇ, ਤੁਹਾਡੇ ਵਰਗੇ ਲੋਕ ਜਾਂ ਆਪਾਂ ਰੰਗਦਾਰ ਜਿਹੜੇ ਲੋਕ ਆ ਉਹ ਘੱਟ ਹੋਣਗੇ। ਕਦੇ ਕੋਈ ਇਹੋ ਜਿਹੀ ਤੁਹਾਨੂੰ ਕਦੇ ਫੀਲਿੰਗ ਆਈ ਹੋਵੇ ਜਾਂ ਕੋਈ ਇਹੋ ਜਿਹਾ ਐਕਸਪੀਰੀਅੰਸ ਤੁਸੀਂ ਕੀਤਾ ਹੋਵੇ ਕਿ ਵੀ ਨਾ ਇਹ ਕਿਸੇ ਤਰ੍ਹਾਂ ਦਾ ਰੇਸਿਜ਼ਮ ਹੈ ਜਾਂ ਕਿਸੇ ਤਰ੍ਹਾਂ ਦਾ ਫਰਕ ਕੀਤਾ ਜਾਂਦਾ ਹੈ? ਮੈਂ ਇਹ ਤਾਂ ਸਮਝਣਾ ਚਾਹੁੰਦੀ ਹਾਂ, ਬਹੁਤ ਵਾਰ ਆਪਣੇ ਲੋਕ ਇਹ ਗੱਲਾਂ ਸੁਣਾਉਂਦੇ ਦੱਸਦੇ ਜ਼ਰੂਰ ਆਪਣੇ ਤਜਰਬੇ ਦੱਸਦੇ ਹੈਗੇ ਆ। ਆਈ ਐਮ ਨੋਟ ਸ਼ੋਰ ਕਿ ਤੁਹਾਡੇ ਨਾਲ ਕਿਹੋ ਜਿਹਾ ਵਾਪਰਿਆ ਹੋਊਗਾ। ਮੈਨੂੰ ਇੰਨਾ ਪਤਾ ਕਿ ਬਹੁਤੀ ਵਾਰੀ ਇਹ ਗੱਲ ਤਾਂ ਵੀ ਕੀਤੀ ਜਾਂਦੀ ਹੈ ਕਿ ਸ਼ਾਇਦ ਸਾਡਾ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਰਹਿ ਜਾਂਦਾ, ਜਾਂ ਅੰਗਰੇਜ਼ੀ ਦੇ ਵਿੱਚ ਅਸੀਂ ਜਿਹੜੀ ਗੱਲ ਉਹ ਕਹਿ ਨਹੀਂ ਸਕ ਰਹੇ ਹੁੰਦੇ ਜਿਹੜੀ ਅਸੀਂ ਕਹਿਣਾ ਚਾਹੁੰਦੇ ਹੁੰਦੇ ਹਾਂ, ਇਸ ਕਰਕੇ ਵੀ ਇਹ ਸਮਝਿਆ ਜਾਂਦਾ ਕਿ ਸ਼ਾਇਦ ਕਿਤੇ ਕਮਿਊਨੀਕੇਸ਼ਨ 'ਚ ਕਮੀ ਹੋ ਸਕਦੀ ਆ। ਤਾਂ ਵੀ ਅਸੀਂ ਇਹ ਇੰਪਰੈਸ਼ਨ ਲੈ ਲੈਂਦੇ ਹਾਂ ਕਿ ਸਾਡੇ ਨਾਲ ਜੀ ਰੇਸਿਜ਼ਮ ਹੋ ਰਿਹਾ, ਸਾਡੇ ਨਾਲ ਫਰਕ ਕੀਤਾ ਜਾ ਰਿਹਾ। ਹੁਣ ਤੁਹਾਡੀ ਅੰਗਰੇਜ਼ੀ ਵਾਲੀ ਜਿਹੜੀ ਸਮੱਸਿਆ ਸੀ ਉਹਦੀ ਤੁਸੀਂ ਪਹਿਲਾਂ ਹੀ ਗੱਲ ਕਰ ਦਿੱਤੀ ਕਿ ਉਹ ਸਮੱਸਿਆ ਹੈ ਹੀ ਨਹੀਂ ਸੀਗੀ। ਤੁਹਾਡਾ ਤਜਰਬਾ ਕੀ ਕਹਿੰਦਾ? ਸੋ ਮੈਂ ਤੁਹਾਨੂੰ ਦੋਨੋਂ ਐਗਜ਼ਾਮਪਲ ਦਿੰਦੀ ਹਾਂ। ਇੱਕ ਵਾਰੀ ਕੀ ਹੋਇਆ ਸੀਗਾ ਕਿ ਮੇਰੇ ਫਾਦਰ ਸਾਹਿਬ ਜਿਹੜੇ ਨੇ ਉਹ ਇੰਗਲਿਸ਼ ਬਹੁਤ ਅੱਛੀ ਬੋਲਦੇ ਨੇ ਬਿਕਾਜ਼ ਹੀ ਇਜ਼ ਇੰਜੀਨੀਅਰ ਬਾਈ ਟ੍ਰੇਡ, ਔਰ ਉਹਨਾਂ ਨੇ ਬਹੁਤ ਵੱਡੀਆਂ ਕੰਪਨੀਆਂ 'ਚ ਮਤਲਬ ਟਾਟਾ ਜੋ ਹਿੰਦੁਸਤਾਨ ਲੀਵਰ ਜਿਹੜਾ ਜੌਨਸਨ ਐਂਡ ਜੌਨਸਨ ਇਹਨਾਂ ਵਾਸਤੇ ਕੰਮ ਬਹੁਤ ਵੱਡੇ ਕੰਮ ਕੀਤੇ ਨੇ। ਸੋ ਫॉर ਹਿਮ ਇੰਗਲਿਸ਼ ਵਾਸ ਨਾਟ ਇਹਨਾਂ ਦੇ ਕਦੀ ਇਸ਼ੂ ਨਹੀਂ ਰਿਹਾ, ਬਟ ਯੈਸ ਉਹਨਾਂ ਦੀ ਐਜੂਕੇਸ਼ਨ ਇੰਡੀਆ ਦੀ ਸੀ, ਐਕਸੈਂਟ ਉਹਨਾਂ ਦਾ ਉਹੀ ਸੀਗਾ। ਸੋ ਇੱਕ ਵਾਰੀ ਅਸੀਂ ਨਵੇਂ ਹੀ ਸਿੱਖੇ, ਜੇ ਸਾਲ 1.5 ਸਾਲ ਹੋਇਆ ਹੁਣ, ਅਸੀਂ ਸੀਅਰਸ ਗਏ ਸ਼ਾਪਿੰਗ ਕਰਨ ਤੇ ਉਹਨਾਂ ਨੇ ਕਿਸੇ ਨੂੰ ਕੁਝ ਪੁੱਛਿਆ ਤੇ ਉਹ ਮੈਂ ਥੋੜਾ ਪਿੱਛੇ ਹੀ ਰਹਿੰਦੀ ਸੀ ਕਿਉਂਕਿ ਮੈਂ ਕਹਿੰਦੀ ਸੀ ਕਿ ਫਾਦਰ ਸਾਹਿਬ ਕਰ ਰਹੇ ਨੇ ਤੇ ਥੋੜਾ ਆਪਣਾ ਰੱਖੋ, ਮੈਨੂੰ ਕੁਝ ਗੱਲ ਕਰਨ ਦੀ ਲੋੜ ਨਹੀਂ। ਉਹਨਾਂ ਨੇ ਕੋਈ ਚੀਜ਼ ਪੁੱਛੀ ਦੇਖਣ ਨੂੰ ਤੇ ਉਹ ਜਿਹੜੀ ਲੇਡੀ ਸੀਗੀ ਉਹ ਉੱਚੀ ਬੋਲਣਾ ਸ਼ੁਰੂ ਹੋ ਗਈ। ਮਤਲਬ ਇੱਥੇ ਥੋੜਾ ਜਿਹਾ ਨਾ ਇਹ ਸ਼ੁਰੂ ਇਹ ਬੜਾ ਕਨਸੈਪਟ ਸੀਗਾ, ਉਹਨੇ ਆਪਣੀ ਵੋਲਿਊਮ ਉੱਚੀ ਕਰ ਲਈ। ਫਿਰ ਉਹਨਾਂ ਨੇ ਦੁਬਾਰਾ ਕੁਝ ਪੁੱਛਿਆ ਬੜੇ ਆਪਣੇ ਨੋਰਮਲ ਲਹਿਜ਼ੇ ਦੇ ਵਿੱਚ, ਉਹਨੇ ਫਿਰ ਆਪਣੀ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਐਕਸਕਿਊਜ਼ ਮੀ, ਹੀ ਇਜ਼ ਨਾਟ ਹਾਰਡ ਆਫ ਹੀਅਰਿੰਗ। ਉੱਚਾ ਨਹੀਂ ਸੁਣਦਾ, ਤੁਸੀਂ ਉਹਨਾਂ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰੋ, ਤੁਸੀਂ ਐਕਸੈਂਟ ਨੂੰ ਉੱਚਾ ਸਮਝਣ ਚ ਨਾ ਲਓ। ਸੋ ਦੈਟ ਵਾਸ ਕਮਿਊਨੀਕੇਸ਼ਨ। ਉਹ ਗੈਪ ਕਮਿਊਨੀਕੇਸ਼ਨ ਦੇ ਕਰਕੇ ਸੀਗਾ ਬਿਕਾਜ਼ ਉਹਨੂੰ ਲੱਗਦਾ ਸੀ ਕਿ ਮੈਂ ਉੱਚਾ ਬੋਲ ਕੇ ਦੱਸੂਗੀ ਤੇ ਸਮਝ ਆ ਜਾਏਗਾ। ਮਤਲਬ ਇਹਨਾਂ ਨੂੰ ਐਕਸੈਂਟ ਦੀ ਇਹ ਉਹਨਾਂ ਦੀ ਇਗਨੋਰੈਂਸ ਸੀਗੀ ਸ਼ੁਰੂ ਚ। ਤੇ ਮੇਰੇ ਨਾਲ ਜੋ ਹੋਇਆ ਉਹ ਮੈਂ ਜ਼ਿਆਦਾ ਖੁੱਲ ਕੇ ਨਹੀਂ ਦੱਸ ਸਕਦੀ ਕਿਉਂਕਿ ਮੈਂ ਹਜੇ ਵੀ ਗਵਰਨਮੈਂਟ ਵਾਸਤੇ ਕੰਮ ਕਰਦੀ ਹਾਂ। ਸੋ ਦੇयर ਇਜ਼ ਥਿੰਗਸ ਦੈਟ ਹੈਵ ਹੈਪਨਡ। ਮੇਰੀ ਇੱਕ ਜੌਬ ਸੀਗੀ, ਜਦੋਂ ਮੈਂ ਸ਼ੁਰੂ ਚ ਜੌਬ ਚ ਸਟੈਪ ਇਨ ਕੀਤਾ ਉਦੋਂ ਮੈਂ ਔਨ ਕਾਲ ਸੀਗੀ। ਸੋ ਔਨ ਕਾਲ ਵਾਲੀ ਜੌਬ ਸੀ। ਔਨ ਕਾਲ ਦੇ ਵਿੱਚ ਉਸ ਟਾਈਮ ਤੇ ਇਸ ਤਰ੍ਹਾਂ ਹੁੰਦਾ ਸੀ ਕਿ ਜਿੰਨੀਆਂ ਤੁਹਾਨੂੰ ਸ਼ਿਫਟਸ ਮਿਲ ਜਾਂਦੀਆਂ ਸੀ ਉਸ ਹਿਸਾਬ ਨਾਲ ਤੁਹਾਡੀ ਸੀਨੀਅਰਿਟੀ ਉੱਪਰ ਥੱਲੇ ਹੁੰਦੀ ਰਹਿੰਦੀ ਸੀ। ਸੋ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਸੀ ਕਿ ਮੈਂ ਇੱਕੋ ਹੀ, ਕਿਉਂਕਿ ਕੁਝ ਆਈ ਥਿੰਕ, ਔਰ ਉਦੋਂ ਮੈਨੂੰ ਨਹੀਂ ਸੀ ਪਤਾ ਇਹ ਚੀਜ਼ ਦਾ, ਪਰ ਗਵਰਨਮੈਂਟ ਦੇ ਵਿੱਚ ਕੁਝ ਕੋਟਾ ਹੁੰਦਾ ਹੈ ਥੋੜੇ ਰੰਗਦਾਰ ਲੋਕਾਂ ਨੂੰ ਰੱਖਣ ਦਾ। ਉਹ ਮੈਨੂੰ ਲੱਗਦਾ ਮੈਨੂੰ ਉਸ ਕੋਟੇ ਦੇ ਵਿੱਚ ਸਾਇਲੈਂਟਲੀ ਇਹ ਕੋਟਾ ਹੁੰਦਾ ਹੈ। ਇਟਸ ਨਾਟ ਲਾਈਕ ਇੰਡੀਆ, ਬਟ ਸਾਇਲੈਂਟਲੀ ਇਹ ਕੋਟਾ ਹੁੰਦਾ ਜ਼ਰੂਰ ਹੈ ਕਿ ਇੱਕ ਅੱਧਾ ਮਾਈਨੋਰਿਟੀ ਦਾ ਬੰਦਾ ਦਿਸਣਾ ਚਾਹੀਦਾ ਹੈ। ਸੋ ਮੈਨੂੰ ਲੱਗਦਾ ਮੈਨੂੰ ਉਸ ਕੋਟੇ ਦੇ ਵਿੱਚ ਉਹਨਾਂ ਨੇ ਉਸ ਵੇਲੇ ਪ੍ਰੈਫਰੈਂਸ ਦਿੱਤੀ ਹੋਏਗੀ ਕਿਸੇ ਟਾਈਮ ਤੇ ਮੇਰੇ ਨਾਲ ਇੱਕ ਹੋਰ ਗੋਰਾ ਕੰਮ ਕਰਦਾ ਸੀ, ਉਹ ਮੇਰੇ ਤੋਂ ਬਾਅਦ ਸ਼ੁਰੂ ਕੀਤਾ ਉਹਨੇ। ਤੇ ਜਦੋਂ ਮੈਂ ਦੇਖਿਆ ਕਰਨਾ ਮੇਰਾ ਸਕੈਡਿਊਲ ਥੋੜਾ ਘੱਟ ਲੱਗਿਆ ਕਰਨਾ, ਮੈਨੂੰ ਥੋੜਾ ਘੱਟ ਬੁਲਾਇਆ ਕਰਨਾ, ਉਹਨੂੰ ਥੋੜਾ ਜ਼ਿਆਦਾ ਬੁਲਾਇਆ ਕਰਨਾ। ਤੇ ਉਹ ਕੀ ਹੋਇਆ ਕਿ ਹੌਲੀ ਕਰਦੇ ਉਹਦੀ ਸੀਨੀਅਰਿਟੀ ਮੇਰੇ ਨਾਲ ਬਹੁਤ ਵੱਧ ਗਈ, ਹਾਲਾਂਕਿ ਉਹਨੇ ਮੇਰੇ ਤੋਂ ਬਾਅਦ ਸ਼ੁਰੂ ਕੀਤਾ ਸੀ। ਇਹ ਮੈਂ ਕੁਐਸਚਨ ਵੀ ਕੀਤਾ। ਇਹ ਉਦੋਂ ਮੈਨੂੰ ਇਹ ਲੱਗਦਾ ਸੀਗਾ ਕਿ ਯੂਨੀਅਨ ਸਾਡੇ ਵਾਸਤੇ ਖੜੀ ਹੁੰਦੀ ਹੈ, ਮਤਲਬ ਆਈ ਹੈਵ ਟੂ। ਉਹ ਮੈਂ ਯੂਨੀਅਨ ਤੱਕ ਵੀ ਗਈ, ਮੈਂ ਉਹਨਾਂ ਨੂੰ ਵੀ ਪੁੱਛਿਆ, ਮੈਂ ਕਿਹਾ ਇਹ ਕਿਉਂ ਹੈ ਇਸ ਤਰ੍ਹਾਂ ਕਿ ਉਹਦੀ ਸੀਨੀਅਰਿਟੀ ਮੇਰੇ ਨਾਲ ਜ਼ਿਆਦਾ ਵੱਧ ਗਈ। ਮੈਨੂੰ ਪਹਿਲਾਂ ਕਾਲ ਆਣੀ ਚਾਹੀਦੀ ਸੀ, ਮੈਂ ਕਦੀ ਕਾਲ ਮਿਸ ਨਹੀਂ ਕੀਤੀ, ਤੇ ਉਹਨੂੰ ਕਿਸ ਤਰ੍ਹਾਂ ਆ ਗਈ ਪਹਿਲਾਂ, ਨਹੀਂ ਤੇਰਾ ਇਸ ਤਰ੍ਹਾਂ। ਉਹ ਕਾਫੀ ਗੇਮਾਂ ਉਹਨਾਂ ਨੇ ਖੇਡਣੀਆਂ ਸ਼ੁਰੂ ਕਰਤੀਆਂ। ਥੋੜਾ ਮੈਨੂੰ ਉਦੋਂ ਮੇਰੇ ਨਾਲ ਲੱਗਿਆ ਸੀਗਾ ਕਿ ਇੱਕ ਤਾਂ ਮੇ ਬੀ ਲੇਡੀ, ਆਈ ਡੋਂਟ ਨੋ, ਇਹ ਨਹੀਂ ਮੈਨੂੰ ਪੱਕਾ ਪਤਾ, ਬਟ ਕਲਰ ਜ਼ਰੂਰ ਸੀਗਾ। ਕਲਰ ਮੈਨੂੰ ਉੱਥੋਂ ਫੀਲ ਹੋਇਆ ਕਿਉਂਕਿ ਜਦੋਂ ਤੁਹਾਨੂੰ ਕੁਐਸਚਨ ਕਰਨ ਤੇ ਜਵਾਬ ਗੋਲਮੋਲ ਜਿਹਾ ਆਵੇ ਨਾ, ਜਿਹੜਾ ਰਾਊਂਡ ਅਬਾਊਟ ਜਿਹਾ ਕਿ ਨਹੀਂ ਐ ਨਹੀਂ, ਜਾਂ ਡਾਇਰੈਕਟ ਆਨਸਰ ਨਾ ਹੋਵੇ, ਜਾਂ ਤੁਹਾਨੂੰ ਕੋਈ ਚੀਜ਼ ਕੋਈ ਕੋਟ ਨਾ ਕਰ ਸਕੇ ਕਿਸੇ ਲੈਜਿਸਲੇਸ਼ਨ ਚੋਂ, ਕਿਸੇ ਯੂਨੀਅਨ ਦੇ ਕੰਟਰੈਕਟ ਚੋਂ, ਤੇ ਫਿਰ ਕੁਝ ਗੜਬੜ ਜ਼ਰੂਰ ਹੈ। ਇਹ ਥੋੜਾ ਜਿਹਾ ਮੈਨੂੰ ਉਸ ਵੇਲੇ ਲੱਗਦਾ ਹੁੰਦਾ ਸੀ ਕਿਉਂਕਿ ਮੈਨੂੰ ਆਪ ਸ਼ੌਕ ਹੈ ਇਸ ਚੀਜ਼ਾਂ ਪੜ੍ਹਨ ਦਾ। ਸੋ ਮੈਂ ਯੂਨੀਅਨ ਦਾ ਕੰਟਰੈਕਟ ਪੜ੍ਹਿਆ, ਮੈਨੂੰ ਕੋਈ ਕਲੌਜ਼ ਨਹੀਂ ਲੱਭਿਆ ਤੇ ਆਨਸਰ ਬੜਾ ਗੋਲਮੋਲ ਜਿਹਾ ਵਾਪਸ ਆਇਆ। ਫਿਰ ਮੈਂ ਹੌਲੀ ਸਮਝ ਗਈ ਸੀ ਵੀ ਇੱਥੇ ਉਹ ਗੱਲ ਬਣਨੀ ਨਹੀਂ ਕਿਉਂਕਿ ਇਹਨਾਂ ਨੇ ਉਹਨੂੰ ਪ੍ਰੈਫਰੈਂਸ ਦੇਈ ਜਾਣੀ ਹੈ, ਜਿਸ ਤਰ੍ਹਾਂ ਹੀ ਉਹਦੇ ਆਵਰਸ ਬਣਨਗੇ ਉਸ ਤਰ੍ਹਾਂ ਹੀ ਉਹਨੇ ਤਾਂ ਚਲੇ ਜਾਣਾ ਹੈ। ਸੋ ਮੈਂ ਕੀ ਆਪਣਾ ਅਵੇਲੇਬਿਲਿਟੀ ਕਾਫੀ ਓਪਨ ਕਰ ਦਿੱਤੀ, ਮੇਰੀ ਵੈਸੇ ਵੀ ਓਪਨ ਸੀਗੀ, ਬਟ ਫਿਰ ਮੈਂ ਹਰ ਕਾਲ ਤੇ ਭਾਵੇਂ ਉਹ 4 ਘੰਟੇ ਦੀ ਸ਼ਿਫਟ ਹੋਵੇ 2 ਘੰਟੇ ਦੀ, ਮੈਂ ਪਹੁੰਚ ਜਾਇਆ ਕਰਦੀ ਸੀਗੀ। ਤੇ ਮੈਂ ਥੋੜਾ ਕੁਐਸਚਨ ਵੀ ਕਰਨਾ ਸ਼ੁਰੂ ਕਰਤਾ, ਉਹਦੇ ਨਾਲ ਥੋੜੀ ਜਿਹੀ ਇੰਪਰੂਵਮੈਂਟ ਵੀ ਹੋ ਗਈ ਮੇਰੀ ਉਹਦੇ ਚ। ਫਿਰ ਜਿਸ ਤਰ੍ਹਾਂ ਹੀ ਮੇਰੇ ਆਵਰਸ ਕੰਪਲੀਟ ਹੋਏ ਮੈਂ ਉਸ ਜੌਬ ਤੋਂ ਨਿਕਲ ਕੇ ਦੂਸਰੀ ਜੌਬ ਚਲੀ ਗਈ ਸੀ। ਸੋ ਅਦਰਵਾਈਜ਼ ਜੇ ਉਸ ਜੌਬ ਦੇ ਵਿੱਚ ਰਹਿਣਾ ਹੁੰਦਾ, ਦੈਟ ਮੀਨਸ ਸਮਝੌਤਾ ਕਰ ਲਿਆ ਸੀ ਫਿਰ ਤੁਸੀਂ ਵੀ? ਫਿਰ ਕਰਨਾ ਪਿਆ। ਤੁਸੀਂ ਇਹ ਸੋਚੋ ਨਾ ਕਿ ਤੁਹਾਨੂੰ ਉਸ ਵੇਲੇ ਤੁਸੀਂ ਸੋਚਦੇ ਹੋ ਵੀ ਮੇਰੀ ਇੰਨੀ ਇਨਕਮ ਹੈ ਤੇ ਤੁਸੀਂ ਉਨੇ ਹੀ ਬਿੱਲ ਆਪਣੇ ਕੀਤੇ ਹੁੰਦੇ ਨੇ।
ਇਹ ਸਾਡੇ ਹੁਣ ਇਮੀਗ੍ਰੇਸ਼ਨ ਦਾ ਕਹਿ ਲਓ ਜਾਂ ਇਮੀਗ੍ਰੈਂਟਸ ਦਾ ਕਹਿ ਲਓ ਜਾਂ ਸੋ ਕਈ ਵਾਰੀ ਰੰਗੀਲਾ ਜੀ ਇਹ ਚੀਜ਼ ਵੀ ਹੁੰਦੀ ਆ ਕਿ ਜੇ ਕੋਈ ਇਸ ਤਰ੍ਹਾਂ ਦਾ ਰੇਸਿਜ਼ਮ ਐਕਸਪੀਰੀਅੰਸ ਕਰ ਰਿਹਾ ਹੈ, ਹੁਣ ਬੰਦਾ ਮਜਬੂਰ ਵੀ ਹੈ, ਜੌਬ ਵੀ ਚਾਹੀਦੀ ਹੈਗੀ ਆ, ਤੇ ਤੁਸੀਂ ਚੁੱਪ ਚਪੀਤੇ ਕੰਮ ਕਰੀ ਜਾਂਦੇ ਹੋ, ਇਹ ਚੀਜ਼ਾਂ ਹੈਪਨ ਹੁੰਦੀਆਂ, ਇਹ ਨਾਰਮਲ ਹੈ? ਬਿਲਕੁਲ ਹੁੰਦੀਆਂ ਨੇ, ਇਹ ਆਮ ਹੁੰਦੀਆਂ ਨੇ, ਇਹ ਜ਼ਰੂਰ ਹੁੰਦੀਆਂ ਨੇ, ਇਹਦੇ ਚ ਕੋਈ ਉਹ ਨਹੀਂ ਹੈ। ਲੇਕਿਨ ਉਦੋਂ ਇੱਕ ਤੇ ਉਮਰ ਦਾ ਤਕਾਜ਼ਾ ਕਹਿ ਲਓ, ਇੱਕ ਇੰਨੀ ਪੋਪੂਲੇਸ਼ਨ ਨਾ ਹੋਣ ਕਰਕੇ ਤੁਸੀਂ ਓਪਨਲੀ ਕਹਿ ਨਹੀਂ ਸੀ ਸਕਦੇ ਕਿ ਇਹ ਰੇਸਿਜ਼ਮ ਹੈ। ਫੀਲ ਹੁੰਦਾ ਸੀਗਾ, ਮੇਰੇ ਵਰਗੇ ਨੂੰ ਇਹ ਚੀਜ਼ ਬਹੁਤ ਜਲਦੀ ਫੀਲ ਹੋ ਜਾਂਦੀ ਹੈ ਵੀ ਇਹ ਰੇਸਿਜ਼ਮ ਹੈ ਜਾਂ ਇਹ ਵੈਸੇ ਹੀ ਹੈ। ਔਰ ਸਪੈਸ਼ਲੀ ਜਦੋਂ ਤੁਹਾਨੂੰ ਆਨਸਰ ਵਾਪਸ ਨਾ ਮਿਲੇ, ਪ੍ਰੋਪਰ ਕੋਟੇਸ਼ਨ ਵਾਪਸ ਨਾ ਮਿਲੇ ਕਿ ਇਸ ਕਰਕੇ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ, ਤੁਸੀਂ ਸਮਝ ਲਓ ਵੀ ਕੁਝ ਤਾਂ ਗੜਬੜ ਹੈਗੀ ਹੈ। ਪਰ ਤੁਸੀਂ ਲੋੜਿੰਦੇ ਹੁੰਦੇ ਹੋ, ਤੁਹਾਨੂੰ ਵੈਸੇ ਵੀ ਚੰਗਾ ਲੱਗਦਾ ਜਾਂ ਤੁਹਾਨੂੰ ਇੱਕ ਥਾਂ ਚੰਗੀ ਲੱਗਦੀ ਹੈ, ਤੁਹਾਨੂੰ ਲੱਗਦਾ ਅੱਛੇ ਲੋਕ ਨੇ, ਤੇ ਮੈਨੇਜਮੈਂਟ ਦਾ ਕਸੂਰ। ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਲੋਕਾਂ ਨਾਲ ਤੁਸੀਂ ਕੰਮ ਕਰਦੇ ਉਹ ਨਹੀਂ ਮਾੜੇ ਹੋ ਜਾਂਦੇ। ਸੋ ਮੈਨੇਜਮੈਂਟ ਦਾ ਤੁਸੀਂ ਜਿਹੜਾ ਹੈ ਫਿਰ ਤੁਸੀਂ ਇੰਜੋਏ ਕਰਦੇ ਹੋ। ਉਹ ਟੂਰਿਜ਼ਮ ਦੀ ਜੌਬ ਸੀਗੀ ਇੱਕ ਟਾਈਪ ਦੀ, ਉੱਥੇ ਬਹੁਤ ਲੋਕਾਂ ਨੂੰ ਮਿਲਦੇ ਸੀ ਅਸੀਂ, ਬੜੀ ਦੁਨੀਆ ਨੂੰ ਬੜਾ ਅੱਛਾ ਲੱਗਦਾ ਸੀ, ਦੁਨੀਆ ਸਾਡੇ ਸ਼ਹਿਰ ਨੂੰ ਦੇਖਣ ਆਈ ਹੈ, ਪ੍ਰਾਈਡ ਫੀਲ ਹੁੰਦਾ ਸੀ ਵੀ ਹਾਂ ਇੰਨੀ ਦੂਰੋਂ ਲੋਕੀ ਆਉਂਦੇ ਨੇ, ਤੇ ਉਹ ਮੈਨੂੰ ਅੱਛਾ ਲੱਗਦਾ ਸੀਗਾ ਲੋਕਾਂ ਨਾਲ ਇੰਟਰੈਕਟ ਕਰਨਾ, ਸ਼ੁਰੂ ਤੋਂ ਹੀ ਬੜਾ ਚੰਗਾ ਲੱਗਦਾ ਸੀ। ਸੋ ਮੈਂ ਕੀਤੀ, ਕਾਫੀ ਸਾਲ ਉੱਥੇ ਕੀਤਾ ਕੰਮ, ਜਦ ਤੱਕ ਮੇਰੇ ਆਵਰਸ ਨਹੀਂ ਹੋ ਗਏ। ਪਰ ਮੈਨੂੰ ਉਹ ਖਟਕਦੀ ਰਹੀ ਗੱਲ, ਉਹ ਅੱਜ ਵੀ ਮੈਨੂੰ ਯਾਦ ਰਹਿੰਦਾ ਹੈ, ਉਹ ਮੈਨੂੰ ਬੰਦਾ ਵੀ ਯਾਦ, ਉਹਦਾ ਨਾਮ ਵੀ ਯਾਦ ਹੈ, ਸਭ ਕੁਝ ਯਾਦ ਹੈ, ਤੇ ਉਹ ਹਜੇ ਵੀ ਮੈਨੂੰ ਲੱਗਦਾ ਵੀ ਉਹ ਗਲਤ ਸੀਗਾ ਮੇਰੇ ਨਾਲ ਜੋ ਹੋਇਆ। ਪਰ ਸਬਰ ਦਾ ਘੁੱਟ ਭਰ ਲਿਆ ਤੁਸੀਂ? ਇਹ ਫਿਰ ਉਦੋਂ ਸਾਰਿਆਂ ਨੇ ਇਹੀ ਦੱਸਿਆ ਕਿ ਗਵਰਨਮੈਂਟ ਜੌਬ ਜਿਹੜੀ ਹੈ ਉਹ ਗਵਰਨਮੈਂਟ ਜੌਬ ਹੈ। ਰੰਗੀਨਾ ਜੀ, ਮੈਂ ਇਹ ਚੀਜ਼ ਮਹਿਸੂਸ ਕਰਦੀ ਹਾਂ ਕਿ ਤੁਹਾਡੇ ਵਰਗੀ ਜਿਹੜੀ ਸਟਰੋਂਗ ਪਰਸਨੈਲਿਟੀ ਹੈ, ਉਹਨੂੰ ਜੇ ਇਹੋ ਜਿਹੀ ਚੀਜ਼ ਦਾ ਸਾਹਮਣਾ ਕਰਨਾ ਪੈਂਦਾ, ਇੱਕ ਜਿਹੜੇ ਬਹੁਤ ਸਧਾਰਨ ਲੋਕ ਨੇ, ਖਾਸ ਕਰਕੇ ਮੈਂ ਔਰਤਾਂ ਦੀ ਗੱਲ ਕਰਦੀ ਹਾਂ, ਉਹ ਤਾਂ ਬਹੁਤੀ ਵਾਰੀ ਹੀ ਉਹ ਤਾਂ ਮੈਨੂੰ ਲੱਗਦਾ ਉਹ ਵਲਨੇਬਲ ਵੀ ਹੋਣਗੀਆਂ, ਪਲੱਸ ਉਹ ਦੱਬ ਵੀ ਜਾਂਦੀਆਂ ਹੋਣਗੀਆਂ। ਜੀ ਬਿਲਕੁਲ, ਇਹ ਤਾਂ ਮੈਨੂੰ ਲੱਗਦਾ ਕੁਝ ਥੋੜਾ ਜਿਹਾ ਨਵੇਂ ਕੰਟਰੀ 'ਚ ਆਉਣ ਦਾ ਦਬਾਅ ਜਾਂ ਕਹਿ ਲਓ, ਜਾਂ ਐਕਸਾਈਟਮੈਂਟ ਕਹਿ ਲਓ, ਜਾਂ ਨਰਵਸਨੈਸ ਕਹਿ ਲਓ, ਸਾਰਾ ਕੁਝ ਹੀ ਮਿਕਸ ਹੀ ਹੁੰਦਾ ਉਹਦਾ ਫੀਲਿੰਗਸ ਜਦੋਂ ਤੁਸੀਂ ਆਉਂਦੇ ਹੋ। ਇੱਕ ਤੁਹਾਡਾ ਕਿਸ ਹਾਲਾਤ ਵਿੱਚ, ਮਤਲਬ ਕਾਫੀ ਲੋਕ ਵਿਆਹ ਕਰਾ ਕੇ ਆਉਂਦੇ ਨੇ, ਜਾਂ ਐਜ਼ ਅ ਸਟੂਡੈਂਟ ਆਉਂਦੇ ਨੇ, ਜਾਂ ਜਿਸ ਤਰ੍ਹਾਂ ਵੀ ਐਜ਼ ਐਨ ਇਮੀਗ੍ਰੈਂਟ ਵੀ ਆਉਂਦੇ ਨੇ, ਤੇ ਉਹ ਫਿਰ ਦੁਬਾਰਾ ਤੋਂ ਕਰੀਅਰ ਸ਼ੁਰੂ ਕਰਨਾ, ਜਾਂ ਫਿਰ ਦੁਬਾਰਾ ਤੋਂ ਪੜ੍ਹਾਈ ਸ਼ੁਰੂ ਕਰਨੀ, ਜਾਂ ਇੱਕ ਨਵੇਂ ਘਰ ਦੇ ਵਿੱਚ ਐਡਜਸਟ ਕਰਨਾ, ਫਿਰ ਉਹੀ ਪ੍ਰੋਬਲਮਸ ਤਾਂ ਉਹ ਵੀ ਹੁੰਦੀਆਂ ਨੇ। ਫਿਰ ਥੋੜਾ ਜਿਹਾ ਆਪਾਂ ਜਦੋਂ ਉੱਥੇ ਆਉਂਦੇ ਹਾਂ, ਆਪਾਂ ਉੱਥੋਂ ਆਉਂਦੇ ਹਾਂ ਇੰਡੀਆ ਤੋਂ, ਮੈਨੂੰ ਲੱਗਦਾ ਹੈ ਕਿ ਕਾਫੀ ਆਪਾਂ ਆਪਣੇ ਆਪ ਨੂੰ ਪ੍ਰੂਵ ਕਰਨਾ ਚਾਹੁੰਦੇ ਹਾਂ। ਸੋ ਆਪਾਂ ਇਸ ਕਰਕੇ ਵੀ ਸਹਿ ਜਾਂਦੇ ਹਾਂ, ਬਿਕਾਜ਼ ਆਪਾਂ ਸੋਚਦੇ ਹਾਂ ਕਿ ਨਹੀਂ ਇਹਦੇ 'ਚ ਕੋਈ ਮੈਨੂੰ ਕਮਜ਼ੋਰ ਨਾ ਸਮਝ ਲਵੇ। ਤੇ ਪਰ ਮੇਰੇ ਹਿਸਾਬ ਨਾਲ ਕਈ ਵਾਰੀ ਆਪਣੀ ਜਿਹੜੀ ਸਪੈਸ਼ਲੀ ਆਪਾਂ ਨੂੰ ਰੱਬ ਨੇ ਥੋੜਾ ਜਿਹਾ ਵਿਮਨ ਨੂੰ ਬਣਾਇਆ ਹੀ ਇਸ ਤਰ੍ਹਾਂ ਕਿ ਆਪਣਾ ਗਟ ਬੜਾ ਸਟਰੋਂਗ ਹੁੰਦਾ ਹੈ। ਸੋ ਆਪਣੀ ਜਿਹੜੀ ਗਟ ਫੀਲਿੰਗ ਹੈ ਉਸ ਨੂੰ ਹਮੇਸ਼ਾ ਹੀ ਰੈਕਗਨਾਈਜ਼ ਕਰਨਾ ਚਾਹੀਦਾ, ਹਮੇਸ਼ਾ ਉਸ ਨੂੰ ਧਿਆਨ 'ਚ ਰੱਖਣਾ ਚਾਹੀਦਾ, ਉਹਨੂੰ ਨਾ ਇਗਨੋਰ ਨਾ ਕਰੋ ਮੇਰੇ ਹਿਸਾਬ ਨਾਲ, ਕਿਉਂਕਿ ਜਦੋਂ ਤੁਸੀਂ ਉਹ ਇਗਨੋਰ ਕਰਦੇ ਹੋ ਫਿਰ ਤੁਸੀਂ ਇਹਨਾਂ ਕੰਮਾਂ 'ਚ ਪੈ ਜਾਂਦੇ ਹੋ ਜਿੱਥੇ ਤੁਸੀਂ, ਜੇ ਤੁਹਾਡਾ ਰੇਸਿਜ਼ਮ ਹੋ ਰਿਹਾ ਜਾਂ ਤੁਹਾਡਾ ਧੱਕਾ ਹੋ ਰਿਹਾ, ਤੁਸੀਂ ਉਦੋਂ ਚੁੱਪ ਕਰਕੇ ਸਹੀ ਜਾਂਦੇ ਹੋ ਕਿਉਂਕਿ ਤੁਹਾਨੂੰ ਲੱਗਦਾ ਕਿ ਨਹੀਂ ਇੱਥੇ ਠੀਕ ਨਹੀਂ ਹੈ, ਲੇਕਿਨ ਅੰਦਰੋਂ ਤੁਹਾਨੂੰ ਲੱਗ ਰਿਹਾ ਹੁੰਦਾ ਕਿ ਤੁਸੀਂ ਠੀਕ ਸੀਗੇ। ਸੋ ਮੇਰੇ ਹਿਸਾਬ ਨਾਲ ਉਹ ਗਟ ਫੀਲਿੰਗ ਨੂੰ ਹਮੇਸ਼ਾ ਐਕਸੈਪਟ ਕਰਨਾ ਚਾਹੀਦਾ ਤੇ ਉਹਨੂੰ ਰੈਕਗਨਾਈਜ਼ ਜ਼ਰੂਰ ਕਰਨਾ ਚਾਹੀਦਾ। ਇਹ ਆਪਣੀਆਂ ਔਰਤਾਂ 'ਚ ਕਹਿ ਦੋ, ਜਾਂ ਲੇਡੀਜ਼ ਦੇ ਵਿੱਚ ਜਾਂ ਫੀਮੇਲ ਦੇ ਵਿੱਚ ਰੱਬ ਨੇ ਇੱਕ ਥੋੜਾ ਜਿਹਾ ਐਕਸਟਰਾ ਗੁਣ ਦਿੱਤਾ ਜ਼ਰੂਰ ਹੈ। ਪਰ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਵੀ ਹੁਣ ਇੰਨੇ ਸਾਲਾਂ ਤੋਂ ਅਬਜ਼ਰਵ ਕਰਦੇ ਆ ਰਹੇ ਹੋ, ਰੇਸਿਜ਼ਮ ਦੀ ਗੱਲ ਚੱਲੀ ਵੀ ਬਹੁਤ ਆ, ਬਹੁਤ ਲੋਕਾਂ ਨੇ ਖੁੱਲ੍ਹ ਕੇ ਗੱਲਾਂ ਕੀਤੀਆਂ ਵੀ ਹੈ। ਕਿਤੇ ਨਾ ਕਿਤੇ ਇਹ ਆਸ ਤਾਂ ਵੱਝਦੀ ਹੈ ਕਿ ਵੀ ਸ਼ਾਇਦ ਇੱਕ ਦਿਨ ਇਹ ਚੀਜ਼ ਨਾ ਮਾਤਰ ਰਹਿ ਜਾਊਗੀ ਜਾਂ ਖਤਮ ਹੀ ਹੋ ਜਾਊਗੀ। ਹੋਣੀ ਤਾਂ ਚਾਹੀਦੀ ਹੈ। ਉਦੋਂ ਜਦੋਂ ਦਾ ਮੈਂ ਟਾਈਮ ਦੱਸ ਰਹੀ ਹਾਂ ਉਹ ਸੀਗਾ 1997 ਦੀਆਂ 98 ਦੀਆਂ ਗੱਲਾਂ। ਉਦੋਂ ਨਾ ਤਾਂ ਇਮੀਗ੍ਰੇਸ਼ਨ ਪੋਪੂਲੇਸ਼ਨ ਇੰਨੀ ਜ਼ਿਆਦਾ ਸੀ, ਨਾ ਹੀ ਵਿਕਟੋਰੀਆ ਦੇ ਵਿੱਚ ਇੰਨੀ ਜ਼ਿਆਦਾ ਸੀਗਾ, ਤੇ ਨਾ ਹੀ ਗਵਰਨਮੈਂਟ ਜੌਬਸ ਦੇ ਵਿੱਚ ਇੰਨਾ ਸੀਗਾ। ਸੋ ਉਸ ਵੇਲੇ ਥੋੜਾ ਜਿਹਾ ਚੁੱਪ ਰਹਿ ਗਏ, ਜਾਂ ਥੋੜਾ ਜਿਹਾ ਸੋਚ ਲਿਆ ਕਿ ਚਲੋ ਕੋਈ ਗੱਲ ਨਹੀਂ, ਕਿਉਂਕਿ ਪ੍ਰੂਵਿੰਗ ਪੁਆਇੰਟ ਕੋਈ ਹੈ ਨਹੀਂ ਸੀਗਾ। ਉਹ ਗੇਮ ਇਸ ਤਰ੍ਹਾਂ ਦੀ ਖੇਡੀ ਗਈ ਕਿ ਤੁਸੀਂ ਉਹਨੂੰ ਪ੍ਰੂਵ ਨਾ ਕਰ ਸਕੇ ਗਲਤ। ਸੋ ਉਹ ਜਦੋਂ ਤੁਹਾਡੇ ਕੋਲ ਬੈਕਅਪ ਨਾ ਹੋਵੇ ਫਿਰ ਤੁਸੀਂ ਕਹਿੰਦੇ ਹੋ ਵੀ ਚਲੋ ਜੋ ਇਹ ਕਰ ਰਹੇ ਨੇ ਠੀਕ ਕਰ ਰਹੋ, ਤੇ ਆਪਣਾ ਦੇਖ ਲਓ ਅੱਗੇ, ਸਾਈਡ ਤੋਂ ਨਿਕਲ ਜਾਓ ਟਾਈਪਸ, ਹੈ ਨਾ। ਫਿਰ ਥੋੜਾ ਜਿਹਾ ਉਸ ਤਰ੍ਹਾਂ ਉਹ ਐਟੀਟਿਊਡ ਮੇਰਾ ਹੋ ਗਿਆ ਸੀ। ਪਰ ਫੇਸ ਮੈਂ ਵੀ ਕੀਤੀ ਹੈ, ਇਸ ਤਰ੍ਹਾਂ ਨਹੀਂ ਹੈ ਕਿ ਸਟਰੋਂਗ ਹੋਣ ਨਾਲ ਜਾਂ ਇੰਗਲਿਸ਼ ਜਾਣਨ ਨਾਲ ਜਾਂ ਸਾਰਾ ਕੁਝ ਸਮਝਣ ਨਾਲ ਜਾਂ ਕਲਚਰ ਸਮਝਣ ਨਾਲ ਨਾ ਹੋਈ ਹੋਵੇ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਹੋਈ ਜ਼ਰੂਰ ਹੈ। ਕਾਫੀ ਟਾਈਮ ਇਸ ਤਰ੍ਹਾਂ ਦੇ ਨਿਕਲੇ ਨੇ ਮੇਰੇ। ਰੰਗੀਨਾ ਜੀ, ਜਿਹੜਾ ਆਪਣਾ ਕੰਮ ਹੈ ਤੇ ਫੈਮਿਲੀ ਲਾਈਫ ਹੈ, ਇਹਨੂੰ ਬੈਲੈਂਸ ਕਰਨਾ ਇੱਕ ਔਰਤ ਦੇ ਲਈ ਬਹੁਤ ਵੱਡਾ ਚੈਲੰਜ ਹੁੰਦਾ। ਤੁਸੀਂ ਇਸ ਗੱਲ ਨੂੰ ਕਿੱਦਾਂ ਮਹਿਸੂਸ ਕੀਤਾ ਤੇ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ? ਕਿੰਨਾ ਸੌਖਾ ਹੈ ਤੁਹਾਡੇ ਲਈ, ਕਿੰਨਾ ਔਖਾ ਹੈ?
ਮੇਰੇ ਲਈ ਥੋੜਾ ਜਿਹਾ ਸ਼ੁਰੂ ਜਦੋਂ ਮੈਂ ਆਪਣਾ ਜਦੋਂ ਜਿਸ ਤਰ੍ਹਾਂ ਮੇਰਾ ਵਿਆਹ ਹੋਇਆ ਫਿਰ ਬੱਚੇ ਹੋਏ ਉਹ ਥੋੜਾ ਜਿਹਾ ਮੈਨੂੰ ਕਾਫੀ ਇਨ ਦਾ ਸੈਂਸ ਕਿ ਥੋੜਾ ਸਟਰਗਲ ਕਰਨਾ ਪਿਆ ਉਹ ਇਸ ਕਰਕੇ ਕਿਉਂਕਿ ਤੁਸੀਂ ਇੱਥੇ ਜਿੰਨਾ ਮਰਜ਼ੀ ਰਹਿ ਲਓ ਕਲਚਰ ਫਿਰ ਆਪਣਾ ਉਹੀ ਰਹਿੰਦਾ ਹੈ ਜਿਹੜਾ ਆਪਾਂ ਇੰਡੀਅਨ ਕਲਚਰ ਕਹਿ ਲਓ ਜਾਂ ਆਪਣਾ ਬ੍ਰੌਟ ਅਪ ਕਿਉਂਕਿ ਉਹ ਜਿਹਾ ਵੈਲਿਊਜ਼ ਉਹ ਜਿਹੀਆਂ ਨੇ ਸੋ ਕਲਚਰ ਵੀ ਆਪਣਾ ਉਸ ਤਰ੍ਹਾਂ ਦਾ ਹੀ ਰਹਿੰਦਾ ਉਹਦੇ 'ਚ ਇਸ ਤਰ੍ਹਾਂ ਸੀਗਾ ਕਿ ਜੇ ਤੁਸੀਂ ਇੰਡੀਆ ਤੋਂ ਦੇਖੋ ਤੇ ਲੇਡੀਜ਼ ਤੇ ਜ਼ਿਆਦਾ ਪ੍ਰੈਸ਼ਰ ਪੈਂਦਾ ਆਪਾਂ ਆਪਣੀ ਫੈਮਲੀਜ਼ ਦੇ ਵਿੱਚ ਆਪਾਂ ਨੂੰ ਹੁੰਦਾ ਇੱਕ ਐਜ਼ ਅ ਮਦਰ ਵੀ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸਾਰਾ ਕੁਝ ਆਪ ਹੀ ਕਰੋ ਮੇਰੇ ਤੋਂ ਸ਼ੁਰੂ ਤੋਂ ਥੋੜਾ ਜਿਹਾ ਸੀਗਾ ਕਿ ਨਹੀਂ ਆਪ ਹੀ ਕਰਨਾ ਜੋ ਬੱਚਿਆਂ ਦਾ ਕਰਨਾ ਹੈ ਹੋਰਾਂ ਤੋਂ ਨਹੀਂ ਕਰਵਾਉਣਾ ਹਾਂ ਦਾਦੀਆਂ ਨਾਨੀਆਂ ਹੁੰਦੀਆਂ ਨੇ ਸਪੋਰਟ ਕਰਨ ਵਾਸਤੇ ਉਹ ਜ਼ਰੂਰ ਹੈਗੇ ਸੀਗੇ ਮੇਰੀ ਫੈਮਿਲੀ ਸੀਗੀ ਸਾਰੇ ਕਾਫੀ ਸਾਡੀ ਫੈਮਿਲੀ ਇੱਥੇ ਰਹਿੰਦੀ ਹੈ ਉਹ ਕਾਫੀ ਸਪੋਰਟ ਵਾਸਤੇ ਸੀ ਲੇਕਿਨ ਮੈਨੂੰ ਆਪਣੇ ਆਪ ਫਿਰ ਉਹੀ ਨੇਚਰ ਥੋੜੀ ਜਿਹੀ ਇਹੋ ਜਿਹੀ ਸੀ ਕਿ ਨਹੀਂ ਆਪ ਹੀ ਕਰਨਾ ਹੈ ਸੋ ਉਹਦੇ ਨਾਲ ਥੋੜਾ ਜਿਹਾ ਲਾਈਫ ਬੈਲੈਂਸ ਥੋੜਾ ਜਿਹਾ ਹੋਇਆ ਡੋਲਿਆ ਵੀ ਕਿਉਂਕਿ ਉਦੋਂ ਮੇਰੇ ਹਸਬੈਂਡ ਵੀ ਨਵੇਂ ਸੀ ਅਸੀਂ ਫਿਰ ਬਿਜ਼ਨਸ ਲੈ ਲਿਆ ਥੋੜਾ ਬਿਜ਼ਨਸ ਨੂੰ ਸੰਭਾਲਾ ਥੋੜਾ ਆਪਣੇ ਘਰ ਨੂੰ ਸੰਭਾਲਿਆ ਥੋੜੀ ਆਪਣੀ ਜੌਬ ਕੀਤੀ ਤੇ ਫਿਰ ਜੌਬ ਦੇ ਵਿੱਚ ਵੀ ਇੰਨੀ ਜਿੰਨੀ ਜਿਸ ਹਿਸਾਬ ਨਾਲ ਮੈਂ ਕੰਮ ਕਰਦੀ ਹਾਂ ਜਾਂ ਜਿਸ ਇੰਟੈਗ੍ਰਿਟੀ ਨਾਲ ਮੈਂ ਕੰਮ ਕਰਦੀ ਹਾਂ ਉਹ ਮੇਰੇ ਤੋਂ ਥੋੜਾ ਜਿਹਾ ਉਹਨਾਂ ਟਾਈਮਾਂ ਦੇ ਵਿੱਚ ਥੋੜਾ ਜਿਹਾ ਮੇਰੇ ਤੋਂ ਉਸ ਤਰ੍ਹਾਂ ਨਹੀਂ ਕੀਤਾ ਗਿਆ ਸੋ ਮੈਨੂੰ ਆਪਣੇ ਆਪ 'ਚ ਲੱਗਦਾ ਸੀ ਕਿ ਨਹੀਂ ਮੈਨੂੰ ਹੋਰ ਟਾਈਮ ਦੇਣਾ ਚਾਹੀਦਾ ਆਪਣੀ ਜੌਬ ਨੂੰ ਪਰ ਜਗਲ ਕਰਦੇ ਕਰਦੇ ਕਾਫੀ ਕੁਛ ਥੋੜਾ ਜਿਹਾ ਸਲਿਪ ਹੋ ਗਿਆ ਹੱਥੋਂ ਸਟਰਗਲ ਤਾਂ ਸੀਗੀ ਕਾਫੀ ਬਟ ਹੁਣ ਉਹੀ ਬੱਚੇ ਮੇਰੇ ਬੇਟੇ ਮੇਰੇ ਦੋਨੋਂ ਵੱਡੇ ਹੋ ਗਏ ਨੇ ਹੁਣ ਉਹਨਾਂ ਔਖਾ ਨਹੀਂ ਲੱਗਦਾ ਹੁਣ ਉਹ ਇੰਡੀਪੈਂਡੈਂਟ ਨੇ ਹੁਣ ਉਹ ਵੀ ਕਾਫੀ ਸਪੋਰਟਿਵ ਨੇ ਜੋ ਵੀ ਮੈਂ ਕਰਨਾ ਚਾਹਾਂ ਦੇ ਆਰ ਵੈਰੀ ਸਪੋਰਟਿਵ ਆਫ ਵਾਟ ਆਈ ਡੂ ਸੋ ਇਟਸ ਗੁੱਡ ਠੀਕ ਹੈ ਐਂਡ ਰਿਜ਼ਲਟ ਅੱਛਾ ਹੈ ਹੋਰ ਜਿਹੜੇ ਤੁਹਾਡੇ ਕਿਹੋ ਜਿਹੇ ਸ਼ੌਕ ਨੇ ਕੀ ਕਰਦੇ ਹੋ ਵਿਹਲੇ ਸਮੇਂ ਦੇ ਵਿੱਚ ਜਾਂ ਕਿਹੜੀ ਇਹੋ ਜਿਹੀ ਐਕਟੀਵਿਟੀ ਹੈ ਜਿਹਦੇ ਲਈ ਤੁਸੀਂ ਟਾਈਮ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹੋ ਕਿ ਵੀ ਮੈਂ ਆਹ ਕਰਾਂ ਕੰਮ ਤੋਂ ਇਲਾਵਾ ਹਾਂ ਕਈ ਵਾਰੀ ਐਕਚੁਅਲੀ ਜਦੋਂ ਮੈਂ ਇੱਥੇ ਆਈ ਹਾਂ ਨਾ ਮੇਰੀ ਬੜਾ ਜਨੂਨ ਜਿਹਾ ਸੀ ਆਪਣੇ ਆਪ ਨੂੰ ਪ੍ਰੂਵ ਕਰਨ ਦਾ ਕਿਉਂਕਿ ਇੱਕ ਦੋ ਗੱਲਾਂ ਇੰਸਟੈਂਸਿਸ ਇਹੋ ਜਿਹੇ ਹੋਏ ਮੇਰੇ ਕੁਝ ਫੈਮਿਲੀ ਦੇ ਕਮੈਂਟਸ ਕੁਝ ਫਰੈਂਡਸ ਦੇ ਜਾਂ ਕੁਝ ਲੋਕਾਂ ਨੂੰ ਜਿਹਨਾਂ ਨੂੰ ਮੈਂ ਮਿਲੀ ਸੋ ਮੈਂ ਜਦੋਂ ਇੱਥੇ ਆਈ ਮੈਂ ਕਾਫੀ ਥੀਏਟਰ ਕੀਤਾ ਮੈਂ ਡਰਾਮੇ ਕੀਤੇ ਮੈਂ ਸਟੇਜ ਸ਼ੋਅ ਕੀਤੇ ਜਦੋਂ ਸਾਡਾ ਕਮਿਊਨਿਟੀ ਸ਼ੋਅ ਹੁੰਦਾ ਸੀ ਉਹਦੇ ਵਿੱਚ ਮੈਂ ਇੰਡੀਪੈਂਡੈਂਟ ਨਹੀਂ ਕੀਤੇ ਸੋ ਥੋੜਾ ਗਾਣਾ ਵਜਾਣਾ ਤੇ ਐਕਟਿੰਗ ਕਰ ਲੈਣੀ MC ਕਰ ਦੇਣਾ ਸੋ ਕਾਫੀ ਸਾਰੇ ਸ਼ੋਅ ਮੈਂ MC ਵੀ ਕੀਤੇ ਫਿਰ ਉਹਦੇ ਨਾਲ ਮੈਂ ਆਪਣੀ ਗਵਰਨਮੈਂਟ ਦੇ ਵਿੱਚ ਜਾ ਕੇ ਫਿਰ ਮੈਂ ਟੋਸਟ ਮਾਸਟਰਸ ਵੀ ਕੀਤਾ ਫਿਰ ਤੁਹਾਨੂੰ ਪਤਾ ਹੀ ਹੈ ਤੁਹਾਡੇ ਨਾਲ ਰੇਡੀਓ ਸ਼ੋਅ ਵੀ ਕੀਤੇ ਨੇ ਤੇ ਕੁਝ ਆਨਲਾਈਨ ਵਰਚੁਅਲ ਪ੍ਰੈਜੈਂਟੇਸ਼ਨਸ ਮੈਂ ਸਾਰੇ BC 'ਚ ਕਰਦੀ ਰਹੀ ਹਾਂ ਉਹ ਸਾਰਾ ਕੁਝ ਸੋ ਜਦੋਂ ਮੈਨੂੰ ਥੋੜਾ ਜਿਹਾ ਵੀ ਟਾਈਮ ਲੱਗਦਾ ਮੈਂ ਮਿਊਜ਼ਿਕ 'ਚ ਬਹੁਤ ਇੰਟਰਸਟ ਰੱਖਦੀ ਹਾਂ ਸਿਰਫ ਗਾ ਲੈਂਦੇ ਹੋ ਤੁਸੀਂ ਗਾ ਨਹੀਂ ਲੈਂਦੀ ਹੁਣ ਮੈਂ ਉਹਨਾਂ ਨਹੀਂ ਗਾ ਸਕਦੀ ਬਟ ਮੈਂ ਸੁਣਦੀ ਬਹੁਤ ਹਾਂ ਮੇਰਾ ਇੰਟਰਸਟ ਬਹੁਤ ਹੈ ਸੋ ਜੇ ਕਦੇ ਮੈਨੂੰ ਮੌਕਾ ਮਿਲੇ ਤਾਂ ਮੈਂ DJ ਕਰਨ ਦੀ ਕੋਸ਼ਿਸ਼ ਕਰਾਂਗੀ ਸ਼ਾਇਦ ਵਾਹ DJ ਕਰਨ ਦੀ ਕੋਸ਼ਿਸ਼ ਕਰੋਗੇ ਬਿਊਟੀਫੁਲ ਕੀ ਐਕਸਾਈਟਿੰਗ ਲੱਗਦਾ DJ ਦੇ ਵਿੱਚ ਮੈਨੂੰ ਮਿਕਸਿੰਗ ਬੜੀ ਅੱਛੀ ਲੱਗਦੀ ਹੈ ਮਤਲਬ ਇੱਕ ਗਾਣਾ ਉਹ ਇੱਕ ਥੋੜਾ ਜਿਹਾ ਮੈਨੂੰ ਆਪਣਾ ਹੀ ਬੜਾ ਸ਼ੌਕ ਹੈ ਉਹ ਕਹਿੰਦੇ ਨਾ ਬੇਗਾਨੀ ਸ਼ਾਦੀ ਮੈਂ ਅਬਦੁੱਲਾ ਦੀਵਾਨਾ ਉਹ ਮੇਰਾ ਹਾਲ ਉਹ ਜੇ ਕਿਸੇ ਦੇ ਘਰ ਵੀ ਵਿਆਹ ਹੁੰਦਾ ਮੈਂ ਬਚਪਨ ਤੋਂ ਹੀ ਥੋੜਾ ਜਿਹਾ ਇਸ ਤਰ੍ਹਾਂ ਸੀਗਾ ਵੀ ਬਰਾਤ ਕਿਸੇ ਹੋਰ ਦੀ ਜਾਣੀ ਅਸੀਂ ਵੇਖੀ ਜਾਣਾ ਵੀ ਬਰਾਤ ਜਾ ਰਹੀ ਹੈ ਕੀ ਖੁਸ਼ੀ ਵਾਲੀ ਗੱਲ ਸੀ ਮੈਨੂੰ ਅੱਜ ਵੀ ਨਹੀਂ ਸਮਝ ਆਉਂਦਾ ਵੀ ਅਸੀਂ ਕਿਉਂ ਇੰਨਾ ਖੁਸ਼ ਹੁੰਦੇ ਸੀ ਪਰ ਮੈਂ ਬਹੁਤ ਖੁਸ਼ ਹੁੰਦੀ ਸੀ ਸੋ ਮੇਰਾ ਅੱਜ ਤੱਕ ਵੀ ਉਹੋ ਜਿਹਾ ਹੀ ਹੈ ਵੀ ਆਸੇ ਪਾਸੇ ਜਨਤਾ ਹੋਵੇ ਫਰੈਂਡਸ ਫੈਮਿਲੀ ਹੋਵੇ ਰੌਣਕ ਲੱਗੀ ਰਵੇ ਰੌਣਕ ਵਾਲਾ ਥੋੜਾ ਜਿਹਾ ਸੁਭਾਅ ਹੈ ਮੇਰਾ ਤੇ ਰੌਣਕਾਂ ਲੱਗੀਆਂ ਰਹਿਣ ਤਾਂ ਕੁਛ ਨਾ ਕੁਛ ਚੱਲਦਾ ਰਵੇ ਉਸ ਤਰ੍ਹਾਂ ਦਾ ਮੇਰਾ ਹੈਗਾ ਸੋ ਕਦੀ ਵੀ ਮੈਨੂੰ ਮੌਕਾ ਮਿਲਦਾ ਹੈ ਤੇ ਮੈਂ ਥੋੜਾ ਸੋਸ਼ਲ ਸਰਕਲ ਦੇ ਵਿੱਚ ਹੀ ਜ਼ਿਆਦਾ ਆਪਣੇ ਆਪ ਨੂੰ ਇਨਵੋਲਵ ਰੱਖਦੀ ਹਾਂ ਥੋੜਾ ਜਿਹਾ ਹੈਗਾ ਮੇਰਾ ਇਸ ਤਰ੍ਹਾਂ ਦਾ ਇੰਟਰਸਟ ਮੈਨੂੰ ਪਤਾ ਲੱਗਾ ਸੀ ਕਿ ਕੁਝ NGOs ਵੀ ਹੈਗੀਆਂ ਉਹਨਾਂ ਦੇ ਨਾਲ ਵੀ ਤੁਸੀਂ ਕੰਮ ਕਰ ਰਹੇ ਹੋ ਜੀ ਹਾਂਜੀ ਬਿਲਕੁਲ ਸੋ ਮੇਰੇ ਬੱਚੇ ਦੋਨੋਂ ਜਿਹੜੇ ਨੇ ਉਹ ਅਮਰੀਕਨ ਫੁੱਟਬਾਲ ਖੇਡਦੇ ਨੇ ਸੋ ਮੈਂ ਲੋਕਲ ਬੋਰਡ ਜਿਹੜਾ ਹੈ ਉੱਥੇ ਕੰਮ ਕਰਦੀ ਹਾਂ ਉਹਨਾਂ ਦੇ ਨਾਲ ਫੁੱਟਬਾਲ ਵਾਲਿਆਂ ਦੇ ਨਾਲ ਟੂ ਪ੍ਰੋਗਰੈਸ ਕੇ ਬੱਚੇ ਸਪੋਰਟਸ ਦੇ ਵਿੱਚ ਜਾਣ ਸਪੋਰਟਸ ਦੇ ਵਿੱਚ ਹੋਰ ਅੱਗੇ ਵਧਣ ਉਹਦੇ ਵਿੱਚ ਮੇਰਾ ਸੈਕਟਰੀ ਦਾ ਰੋਲ ਰਹਿ ਚੁੱਕਿਆ ਮੈਂ 2-3 ਸਾਲ ਉਸ ਤੇ ਬੋਰਡ ਤੇ ਕੰਮ ਕੀਤਾ ਫਿਰ ਉਹਦੀ ਮੈਂਬਰਸ਼ਿਪ ਚੇਂਜ ਹੋ ਗਈ ਮੈਂ ਥੋੜੀ ਜੀ ਆਪਣੇ ਬੱਚਿਆਂ 'ਚ ਥੋੜਾ ਹੋਰ ਬਿਜ਼ੀ ਹੋ ਗਈ ਲਾਈਫ ਥੋੜੀ ਜੀ ਡਿਫਰੈਂਟ ਪਾਸੇ ਚਲੀ ਗਈ ਸੋ ਮੈਨੂੰ ਉੱਥੋਂ ਰਿਜ਼ਾਈਨ ਕਰਨਾ ਪਿਆ ਬਟ ਮੈਂ ਵੈਸੇ ਬਿਹਾਈਂਡ ਦ ਸੀਨਸ ਇੱਥੇ ਸਰੀ ਦੇ ਵਿੱਚ ਇੱਕ ਸਹੇਲੀ ਫਾਊਂਡੇਸ਼ਨ ਕਰਕੇ ਹੈਗੇ ਨੇ ਉਹਨਾਂ ਨਾਲ ਮੈਂ ਕੰਮ ਕਰਦੀ ਹਾਂ ਹੁਣ ਸੋ ਸਾਡੇ 4 ਪ੍ਰੋਗਰਾਮ ਨੇ ਜਿਹੜੇ ਅਸੀਂ ਸਾਰਾ ਸਾਲ ਕਰਦੇ ਹਾਂ ਅਸੀਂ ਬੈਕਪੈਕਸ ਡੋਨੇਟ ਕਰਦੇ ਹਾਂ ਇੱਥੇ ਲੋਕਲ ਸਕੂਲਸ ਦੇ ਵਿੱਚ ਪਹਿਲਾਂ ਫੰਡ ਰੇਜ਼ ਕਰਦੇ ਹਾਂ ਅਸੀਂ ਕ੍ਰਿਸਮਸ ਦੇ ਹੈਂਪਰਸ ਦਿੰਦੇ ਹਾਂ
ਲੋੜਿੰਦਾ ਫੈਮਲੀਜ਼ ਨੂੰ ਕ੍ਰਿਸਮਸ ਦੇ ਡਿਨਰਸ ਦਿੰਦੇ ਆ ਲੋੜਿੰਦਾ ਫੈਮਲੀਜ਼ ਨੂੰ। ਇੱਕ ਸਕੂਲ ਸਾਡਾ ਇੰਡੀਆ 'ਚ ਅਸੀਂ ਸਪਾਂਸਰ ਕੀਤਾ ਹੋਇਆ, ਉੱਥੇ ਅਸੀਂ ਥੋੜੀ ਜਿਹੀ ਪਰਸੈਂਟੇਜ ਉੱਥੇ ਭੇਜਦੇ ਹਾਂ। ਉਹ ਇੰਡੀਆ 'ਚ NGO ਹੈਗਾ, ਉੱਥੇ ਉਹ ਸਕੂਲ ਦੀ ਐਜੂਕੇਸ਼ਨ, ਯੂਨੀਫਾਰਮ, ਸੌਕਸ ਐਂਡ ਸ਼ੂਜ਼, ਜੋ ਵੀ ਉਹਨਾਂ ਨੂੰ ਨੀਡਸ ਹੁੰਦੀਆਂ ਨੇ ਉਹ ਅਸੀਂ ਇੱਥੋਂ ਕੰਟਰੀਬਿਊਟ ਕਰਦੇ ਹਾਂ। ਬਾਕੀ ਉਹਨਾਂ ਦਾ ਕੋਈ ਵੀ ਕਲਚਰਲ ਇਵੈਂਟ ਹੋ ਜਾਵੇ ਫਿਰ ਅਸੀਂ ਉਹਦੇ 'ਚ ਪਾਰਟੀਸਿਪੇਟ ਕਰਦੇ ਹਾਂ। ਡਾਕਟਰ ਸ਼ਿਫਾਲੀ ਦਾ ਵੀ ਇੱਕ ਵਾਰੀ ਪ੍ਰੋਗਰਾਮ ਹੋਇਆ ਸੀਗਾ, ਉਹਦੇ 'ਚ ਵੀ ਅਸੀਂ ਉਹਨਾਂ ਦੇ ਨਾਲ ਕਾਫੀ ਕੰਮ ਕੀਤਾ ਸੀਗਾ ਲੱਗ ਕੇ। ਸੋ ਉਹਨਾਂ ਨਾਲ ਮੈਂ ਕਰਦੀ ਹਾਂ। ਮੇਰਾ ਬੇਸਿਕਲੀ ਮੇਰਾ ਆਈਡੀਆ ਦਸਵੰਤ ਦੇਣ ਦਾ ਇਹੀ ਹੈ ਕਿ ਮੈਂ ਕਮਿਊਨਿਟੀ ਵਰਕ ਜ਼ਿਆਦਾ ਕਰਨਾ ਪਸੰਦ ਕਰਦੀ ਹਾਂ। ਸੋ ਕਮਿਊਨਿਟੀ ਦੇ ਲਈ ਕੰਮ ਕਰ ਰਹੇ ਹੋ ਤੁਸੀਂ। ਇੱਕ ਜਿਹੜੀ ਮੈਨੂੰ ਤੁਹਾਡੀ ਬੜੀ ਵਧੀਆ ਗੱਲ ਲੱਗੀ ਹੈ ਕਿ ਵੀ ਮੈਨੂੰ ਇਹ ਜਨੂੰਨ ਰਹਿੰਦਾ ਆਪਣੇ ਆਪ ਨੂੰ ਪ੍ਰੂਵ ਕਰਨ ਦਾ। ਰੰਗੀਨਾ ਸਿੱਧੂ ਦੇ ਮਨ ਦੇ ਵਿੱਚ ਹੋਰ ਕੀ ਚੀਜ਼ਾਂ ਨੇ ਜਿਹੜੀਆਂ ਰੰਗੀਨਾ ਪ੍ਰੂਵ ਕਰਨਾ ਚਾਹੁੰਦੇ ਆ? ਕੋਈ ਇਹੋ ਜਿਹੀ ਚੀਜ਼ ਹੈ ਜਿਹੜਾ ਸੋਚਦੇ ਹੋ ਕਿ ਵੀ ਆਹ ਚੀਜ਼ ਤਾਂ ਕਰਨੀ ਹੈ, ਜਾਂ ਤੁਸੀਂ ਇੱਕ ਗੋਲ ਰੱਖਿਆ ਹੋਇਆ, ਡਰੀਮ ਰੱਖਿਆ ਹੈ, ਉੱਧਰ ਨੂੰ ਤੁਸੀਂ ਵੱਧ ਰਹੇ ਹੋ ਜਾਂ ਤੁਸੀਂ ਵਧਣਾ ਚਾਹੁੰਦੇ ਹੋ? ਕੋਈ ਇਹੋ ਜਿਹਾ ਖਿਆਲ ਸਾਡੇ ਸੁਣਨ ਵਾਲੇ ਦੇ ਨਾਲ ਜੇ ਸਾਂਝਾ ਕਰਨਾ ਚਾਹੋ ਤਾਂ। ਵੱਧ ਰਹੀ ਆ ਇਹ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਲੀਡਰਸ਼ਿਪ ਫਿਰ ਉਹੀ ਥੋੜਾ ਪੋਲੀਟੀਕਲ ਵੱਲ ਮੇਰਾ ਥੋੜਾ ਧਿਆਨ ਹੈਗਾ। ਕਾਫੀ ਲੋਕਾਂ ਨੇ ਹੱਲਾਸ਼ੇਰੀ ਦਿੱਤੀ ਹੈ, ਕਾਫੀ ਲੋਕ ਨੇ, ਪਰ ਮੈਂ ਦੇਖਦੀ ਹਾਂ ਕਿ ਜਿਸ ਤਰ੍ਹਾਂ ਵੀ ਤੁਸੀਂ ਕਮਿਊਨਿਟੀ 'ਚ ਰਹਿੰਦੇ ਹੋ, ਮੈਂ ਹੁਣ ਇਸ ਕਮਿਊਨਿਟੀ 'ਚ ਇੰਨੇ ਸਾਲਾਂ ਦੀ ਰਹਿੰਦੀ ਹਾਂ, ਕਾਫੀ ਮੈਨੂੰ ਲੋਕ ਜਾਣਦੇ ਨੇ, ਇੱਥੇ ਪਿਆਰ ਵੀ ਬਹੁਤ ਕਰਦੇ ਨੇ। ਸੋ ਥੋੜਾ ਧਿਆਨ ਮੇਰਾ ਉਸ ਪਾਸੇ ਹੈਗਾ। ਹੁਣ ਮੈਨੂੰ ਡਾਇਰੈਕਸ਼ਨ ਕਿੱਧਰੋਂ ਮਿਲੇਗੀ ਇਹ ਨਹੀਂ ਮੈਨੂੰ ਪਤਾ, ਜਾਂ ਮੌਕਾ ਕਿੱਥੇ ਮਿਲੇਗਾ ਇਹ ਨਹੀਂ ਪਤਾ, ਪਰ ਜਦੋਂ ਮਿਲੇਗਾ ਮੈਂ ਫਿਰ ਉਹ ਮੌਕਾ ਅਵੇਲ ਕਰ ਲਵਾਂਗੀ, ਛੱਡਾਂਗੀ ਨਹੀਂ ਫਿਰ। ਸੋ ਹੈਗਾ ਮਨ ਦੇ ਵਿੱਚ ਉਹ ਖਿਆਲ ਤੁਹਾਡੇ ਹੈਗਾ ਕਿ ਜਦੋਂ ਕਿਤੇ ਮੌਕਾ ਮਿਲਿਆ ਤੇ ਉਸ ਪਾਸੇ ਤੁਸੀਂ ਜ਼ਰੂਰ ਜਾਓਗੇ। ਰੰਗੀਨਾ ਜੀ ਦੇ ਨਾਲ ਸਾਡੀ ਜਿਹੜੀ ਗੱਲਬਾਤ ਇਸ ਵੇਲੇ ਚੱਲ ਰਹੀ ਹੈ, ਸਮਾਂ ਮੇਰੇ ਕੋਲ ਥੋੜ੍ਹਾ ਜਿਹਾ ਹੀ ਰੰਗੀਨਾ ਜੀ ਬਾਕੀ ਬਚਿਆ। ਮੈਂ ਹਮੇਸ਼ਾ ਫੋਕਸ ਕਰਦੀ ਹੁੰਦੀ ਹਾਂ ਕਿ ਜਦੋਂ ਤੁਹਾਡੀ ਵਰਗੀ ਪਰਸਨੈਲਿਟੀ ਦੇ ਨਾਲ ਗੱਲਬਾਤ ਕੀਤੀ ਜਾਵੇ ਅਤੇ ਕੁਝ ਔਰਤਾਂ ਦੀ ਜਿਹੜੀ ਮੌਜੂਦਾ ਸਥਿਤੀ ਹੈ ਉਹਦੇ ਬਾਰੇ ਆਪਾਂ ਜ਼ਰੂਰ ਗੱਲ ਕਰੀਏ। ਜਿਸ ਮੁਲਕ ਦੇ ਵਿੱਚ ਆਪਾਂ ਬੈਠੇ ਹਾਂ, ਆਪਾਂ ਕਹਿ ਦਿੰਦੇ ਹਾਂ ਕਿ ਸਭ ਕੁਝ ਠੀਕ ਠਾਕ ਹੈ, ਪਰ ਜਦੋਂ ਆਪਾਂ ਘਰਾਂ ਦੇ ਵਿੱਚ ਜਾਂਦੇ ਹਾਂ, ਘਰਾਂ ਦੇ ਅੰਦਰ ਝਾਤੀ ਮਾਰਦੇ ਹਾਂ ਅਤੇ ਬਹੁਤ ਕੁਝ ਜਿਹੜਾ ਉਹ ਦੱਬਿਆ ਹੋਇਆ, ਢੱਕਿਆ ਹੋਇਆ, ਰਿੱਝ ਰਿਹਾ ਹੁੰਦਾ। ਅਕਸਰ ਔਰਤਾਂ ਆਪਣੀਆਂ ਕਹਾਣੀਆਂ ਸਾਂਝੀਆਂ ਕਰਦੀਆਂ ਨੇ। ਜਦੋਂ ਤੁਹਾਨੂੰ ਇਹ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ ਜਾਂ ਤੁਸੀਂ ਆਪਣੇ ਐਂਗਲ ਤੋਂ ਦੇਖਦੇ ਹੋ ਆਪਣੀ ਕਮਿਊਨਿਟੀ ਦੇ ਵਿੱਚ, ਮੈਂ ਖਾਸ ਕਰਕੇ ਗੱਲ ਕਰਦੀ ਹਾਂ ਕਿ ਇਸ ਵੇਲੇ ਜਿਹੜੀ ਔਰਤ ਦੀ ਸਥਿਤੀ ਹੈ ਇਸ ਮੁਲਕ ਦੇ ਵਿੱਚ, ਤੁਸੀਂ ਕਿਵੇਂ ਦੇਖਦੇ ਹੋ? ਮੇਰੇ ਹਿਸਾਬ ਨਾਲ ਆਪਾਂ ਇੱਥੇ ਆ ਕੇ ਸ਼ਾਇਦ ਥੋੜਾ ਜਿਹਾ ਸਪਰੈਸ ਹੋ ਜਾਂਦੇ ਆ, ਪਤਾ ਨਹੀਂ ਕਿਉਂ। ਜਿਹੜੀਆਂ ਵੀ ਮੈਂ ਔਰਤਾਂ ਨਾਲ ਇਹੋ ਜਿਹੇ ਸਿਨੈਰੀਓ ਜਿਨ੍ਹਾਂ ਦੇ ਨਾਲ ਹੋਏ ਨੇ, ਉਹ ਮੇਰੇ ਨਾਲ ਵੈਸੇ ਵੀ ਜਿੰਨੀਆਂ ਜੁੜੀਆਂ ਨੇ ਉਹ ਕਾਫੀ ਇੰਸਪੀਰੇਸ਼ਨਲ ਸਟੋਰੀਜ਼ ਨੇ, ਲੇਕਿਨ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਇੱਥੇ ਆ ਕੇ ਜਾਂ ਤਾਂ ਕੌਨਫੀਡੈਂਸ ਦਾ ਘਾਟ ਲੱਗਦੀ ਹੈ, ਜਾਂ ਕੁਝ ਐਡਜਸਟਮੈਂਟ ਦੀ ਲੱਗ ਜਾਂਦੀ ਹੈ, ਜਾਂ ਥੋੜਾ ਜਿਹਾ ਆਪਾਂ ਇੱਥੇ ਆ ਕੇ ਇੱਕ ਵਾਰੀ ਹਿਲਦੇ ਜ਼ਰੂਰ ਆ। ਔਰ ਮੈਨੂੰ ਸਮਝ ਨਹੀਂ ਆਉਂਦਾ, ਮੈਨੂੰ ਅਜੇ ਤੱਕ ਨਹੀਂ ਸਮਝ ਆਇਆ ਕਿ ਆਪਾਂ ਕਿਉਂ ਹਿਲਦੇ ਹਾਂ, ਕਿਉਂਕਿ ਹਿੱਲੀ ਮੈਂ ਵੀ ਸੀ, ਮੈਂ ਹੋਰਾਂ ਨੂੰ ਵੀ ਇੱਥੇ ਦੇਖਿਆ, ਮੇਰੇ ਕਾਫੀ ਫਰੈਂਡ ਸਰਕਲ ਨੇ ਜਿਹੜੇ ਹੌਲੀ ਹੌਲੀ ਮਾਈਗ੍ਰੇਟ ਹੋਏ ਨੇ। ਇੱਕ ਵਾਰੀ ਕਿਉਂ ਡੋਲਦੇ ਹਾਂ ਆਪਾਂ, ਮੈਨੂੰ ਇਹ ਨਹੀਂ ਸਮਝ ਆਉਂਦਾ, ਕਿਉਂਕਿ ਆਪਾਂ ਉੱਥੇ ਬੜੇ ਅੱਛਾ ਕੰਮ ਕਰ ਰਹੇ ਹੁੰਦੇ ਆ, ਸਭ ਕੁਝ ਠੀਕ ਚੱਲ ਰਿਹਾ ਹੁੰਦਾ। ਜੇ ਆਪਾਂ ਡਿਸੀਜਨ ਲਿੱਤਾ ਤੇ ਫਿਰ ਆਪਾਂ ਇੱਥੇ ਆ ਕੇ ਕਿਉਂ ਡੋਲ ਜਾਂਦੇ ਹਾਂ, ਮੇਰਾ ਇਹ ਇੱਕ ਦਿਮਾਗ 'ਚ ਰਹਿ ਜਾਏਗਾ। ਹਜੇ ਮੈਂ ਲੱਭ ਰਹੀ ਹਾਂ ਇਹਦਾ ਰੀਜ਼ਨ। ਲੇਕਿਨ ਔਰਤਾਂ ਬਾਰੇ ਮੇਰਾ ਇੱਕੋ ਹੀ ਸਿਰਫ ਮੈਸੇਜ ਹੈਗਾ that if you feel something is wrong, something is definitely wrong. ਸੋ ਥੋੜੀ ਹਿੰਮਤ ਕਰੋ, ਤੇ ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਅੰਦਰੋਂ ਫੀਲਿੰਗ ਆ ਰਹੀ ਹੈ ਕਿ ਕੁਝ ਤੁਹਾਡਾ ਗਲਤ ਹੋ ਰਿਹਾ, ਭਾਵੇਂ ਉਹ ਰੇਸਿਜ਼ਮ ਹੈ, ਭਾਵੇਂ ਉਹ ਘਰ ਦੀਆਂ ਪ੍ਰੋਬਲਮਸ ਨੇ, ਭਾਵੇਂ ਉਹ ਤੁਹਾਡੀ ਐਜੂਕੇਸ਼ਨ ਦੀ ਪ੍ਰੋਬਲਮ ਹੈ, ਭਾਵੇਂ ਤੁਹਾਡੇ ਬੱਚਿਆਂ ਨਾਲ ਹੈ, ਜੇ ਤੁਹਾਨੂੰ ਤੁਹਾਡਾ ਗੱਟ ਦੱਸ ਰਿਹਾ ਕਿ ਕੁਝ ਗਲਤ ਹੈ ਤੇ ਕੁਝ ਗਲਤ ਜ਼ਰੂਰ ਹੈ, ਉਹਨੂੰ ਰੈਕਗਨਾਈਜ਼ ਕਰਨ ਦੀ ਕੋਸ਼ਿਸ਼ ਕਰੋ, ਉਹਨੂੰ ਐਕਸੈਪਟ ਕਰਨ ਦੀ ਕੋਸ਼ਿਸ਼ ਕਰੋ, ਉਹਨੂੰ ਇਗਨੋਰ ਨਾ ਕਰੋ। ਕਿਉਂਕਿ ਜੇ ਮੈਂ ਪਿੱਛੇ ਜਾਵਾਂ ਤੇ ਜੇ ਮੈਂ ਉਸ ਵੇਲੇ ਸੋਚ ਰਹੀ ਸੀ ਕਿ ਅੱਛਾ ਇਸ ਐਜੂਕੇਸ਼ਨ ਦੇ ਵਿੱਚ ਮੈਨੂੰ ਇਹ ਨਹੀਂ ਹੋਇਆ, ਉਸ ਤਰ੍ਹਾਂ ਨਹੀਂ ਹੋਇਆ, ਤੇ ਅੱਜ ਮੇਰੀ ਲਾਈਫ ਬਹੁਤ ਡਿਫਰੈਂਟ ਹੋਣੀ ਸੀ। ਜੇ ਮੈਂ ਇਹ ਸੋਚਦੀ ਕਿ ਉਸ ਬੰਦੇ ਨੂੰ ਕਿਉਂ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ ਤੇ ਮੈਂ ਉਹਦਾ ਕੁਝ ਕਰਦੀ, ਤੇ ਅੱਜ ਮੇਰੀ ਲਾਈਫ ਫਿਰ ਬਹੁਤ ਡਿਫਰੈਂਟ ਹੋਣੀ ਸੀ। ਸੋ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਆਪਾਂ ਨੂੰ ਹੋਰ ਸਟਰੋਂਗ ਹੋਣਾ ਪਏਗਾ ਤੇ ਰੈਕਗਨਾਈਜ਼ ਕਰਨਾ ਪਏਗਾ ਕਿ ਜੋ ਮੈਂ ਹੈ ਉਹ ਮੈਂ ਹੈਗੀ ਆ। ਮੈਨੂੰ ਆਪਣੇ ਆਪ ਤੇ ਇੰਨਾ ਕੌਨਫੀਡੈਂਸ ਹੋਣਾ ਚਾਹੀਦਾ ਕਿ ਜੋ ਮੈਨੂੰ ਫੀਲ ਹੋ ਰਿਹਾ ਉਹ ਐਕਚੁਅਲੀ ਹੈਗਾ ਹੈ। ਉਹਦੀ ਤਹਿ ਤੱਕ ਜਾਓ, ਜਿਹੜੀ ਵੀ ਤੁਹਾਨੂੰ ਫੀਲਿੰਗ ਹੈਗੀ ਉਹਦੀ ਤਹਿ ਤੱਕ ਜਾਓ, ਰੈਕਗਨਾਈਜ਼ ਕਰੋ ਆਪਣੇ ਆਪ ਨੂੰ। ਇੱਕ ਗੱਲ ਤੁਸੀਂ ਹੁਣੇ ਕੀਤੀ ਆ, ਜਿਹੜੀ ਕਿ ਮੈਂ ਵੀ ਰੀਡ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਤੁਹਾਨੂੰ ਕਈਆਂ ਨੇ ਸਲਾਹ ਦਿੱਤੀ ਹੈ ਕਿ ਤੁਹਾਡੇ ਵਿੱਚ ਲੀਡਰਸ਼ਿਪ ਕੁਆਲਿਟੀ ਹੈਗੀ ਹੈ। ਬਹੁਤ ਆਸਾਂ ਹੋ ਜਾਂਦੀਆਂ ਜਿਸ ਵੇਲੇ ਅਸੀਂ ਇਹ ਦੇਖਦੇ ਹਾਂ ਕਿ ਕੋਈ ਆਪਣਾ ਲੀਡਰ ਹੈ ਜਾਂ ਇੱਕ ਔਰਤ ਲੀਡਰ ਹੈ, ਉਹ ਬਹੁਤ ਵੱਡੀ ਚੀਜ਼ ਲੱਗਦੀ ਹੈ।
ਕਿਹੜੀ ਚੀਜ਼ ਹੈ ਤੁਹਾਨੂੰ ਉੱਧਰ ਅਟਰੈਕਟ ਕਰ ਰਹੀ ਹੈ? ਤੁਹਾਨੂੰ ਕੀ ਲੱਗਦਾ ਕਿ ਕੀ ਤਬਦੀਲੀਆਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਸ਼ਾਇਦ ਤੁਸੀਂ ਜਦੋਂ ਕਿਤੇ ਪੋਲੀਟਿਕਸ ਦੇ ਵਿੱਚ ਆ ਗਏ, ਜਦੋਂ ਕਿਤੇ ਮੌਕਾ ਮਿਲ ਗਿਆ ਜਿਸ ਵੀ ਲੈਵਲ ਦੇ ਉੱਤੇ, ਕਿ ਉਹ ਚੇਂਜਿਸ ਜ਼ਰੂਰ ਹੋਣੀਆਂ ਚਾਹੀਦੀਆਂ? ਮੈਂ ਇਹ ਨਹੀਂ ਕਹਿ ਰਹੀ ਕਿ ਕੋਈ ਪਾਲਿਸੀ ਬਣਾ ਕੇ ਪੇਸ਼ ਕਰੋ, ਪਰ ਫਿਰ ਵੀ ਕੁਝ ਚੀਜ਼ਾਂ ਖਟਕਦੀਆਂ ਹੋਣਗੀਆਂ ਮਨ ਦੇ ਵਿੱਚ ਕਿ ਆਹ ਚੀਜ਼ ਇੱਦਾਂ ਨਹੀਂ, ਇੱਦਾਂ ਹੋਣੀ ਚਾਹੀਦੀ ਸੀ। ਹੈ ਕੁਝ ਇਹੋ ਜਿਹਾ ਮਨ ਦੇ ਵਿੱਚ? ਐਜੂਕੇਸ਼ਨਲ ਇਕੁਇਵਲੈਂਸੀ ਬਹੁਤ ਜ਼ਰੂਰੀ ਮੈਨੂੰ ਲੱਗਦੀ ਹੈ ਕਿ ਹੋਣੀ ਚਾਹੀਦੀ ਹੈ, ਕਿਉਂਕਿ ਮੈਨੂੰ ਲੱਗਦਾ ਆਪਣਾ ਸਿਸਟਮ ਇੰਡੀਆ ਦਾ ਕਾਫੀ ਸਟਰੋਂਗ ਹੈ ਤੇ ਐਜੂਕੇਸ਼ਨ ਸਿਸਟਮ ਵੀ ਬਹੁਤ ਸਟਰੋਂਗ ਹੈ, ਤੇ ਆਈ ਥਿੰਕ ਕਿ ਐਜੂਕੇਸ਼ਨਲ ਇਕੁਇਵਲੈਂਸੀ ਹੋਣੀ ਚਾਹੀਦੀ ਹੈ। ਕੁਝ ਮੈਨੂੰ ਲੱਗਦਾ ਹੈ ਕਿ ਆਈ ਥਿੰਕ ਮੈਂ ਕੁਝ ਇਮੀਗ੍ਰੇਸ਼ਨ ਦੇ ਵਿੱਚ ਥੋੜੀ ਜਿਹੀ ਚੇਂਜਸ ਲਿਆਉਣੀਆਂ ਚਾਹਾਂਗੀ। ਰਗੀਨਾ ਜੀ, ਕੋਈ ਇਹੋ ਜਿਹੀ ਗੱਲਬਾਤ ਜਿਹੜੀ ਮੈਂ ਤੁਹਾਡੇ ਕੋਲ ਨਾ ਪੁੱਛ ਸਕੀ ਹੋਵਾਂ ਪਰ ਤੁਸੀਂ ਜ਼ਰੂਰ ਸਾਂਝੀ ਕਰਨੀ ਚਾਹੁੰਦੇ ਹੋ, ਜ਼ਰੂਰ ਕਰੋ। ਮੈਂ ਤੇ ਆਈ ਐਮ ਆਨਰਡ। ਮੈਂ ਤੇ ਨਵਜੋਤ ਜੀ ਇਹੀ ਕਹਿ ਸਕਦੀ ਹਾਂ ਕਿ ਤੁਸੀਂ ਕਾਫੀ ਅੱਛਾ ਸ਼ੋਅ ਕਰਦੇ ਹੋ ਤੇ ਮੈਨੂੰ ਤੁਸੀਂ ਇੱਥੇ ਬੁਲਾਇਆ, ਮਤਲਬ ਮੇਰੇ ਵਾਸਤੇ ਤਾਂ ਬਹੁਤ ਵੱਡੀ ਗੱਲ ਹੈ, ਕਿਉਂਕਿ ਮੈਂ ਨਹੀਂ ਆਪਣੇ ਆਪ ਨੂੰ ਇੰਨਾ ਸੋਚਦੀ ਸੀ ਕਿ ਮੈਂ ਇੰਨਾ ਤੁਹਾਡੇ ਤੇ ਇੰਨਾ ਇਫੈਕਟ ਛੱਡ ਚੁੱਕੀ ਹਾਂ ਜਾਂ ਇੰਨਾ ਪ੍ਰਭਾਵ ਤੁਹਾਡੇ ਤੇ ਛੱਡ ਚੁੱਕੀ ਹਾਂ। ਸੋ ਥੈਂਕ ਯੂ ਸੋ ਮਚ, ਦਿਲੋਂ ਤੁਸੀਂ ਬਹੁਤ ਅੱਛਾ ਮੇਰੇ ਨਾਲ ਅੱਜ ਗੱਲਬਾਤ ਕੀਤੀ ਹੈ। ਮੈਨੂੰ ਵੀ ਆਪਣੇ ਆਪ ਤੇ ਰਿਫਲੈਕਟ ਕਰਨ ਦਾ, ਆਪਣੀ ਲਾਈਫ ਤੇ ਰਿਫਲੈਕਟ ਕਰਨ ਦਾ ਥੋੜਾ ਮੌਕਾ ਮਿਲਿਆ ਤੁਹਾਡੇ ਇਸ ਕੁਐਸਚਨ ਨਾਲ ਜਾਂ ਇਸ ਰਿਕੁਐਸਟ ਨਾਲ। ਮੈਨੂੰ ਵੀ ਥੋੜਾ ਪਿੱਛੇ ਜਾ ਕੇ ਕੀ ਕੁਛ ਮੈਂ ਕੀਤਾ ਹੈ, ਆਈ ਫੀਲ ਲਾਈਕ ਐਨ ਅਚੀਵਰ ਆਲਰੇਡੀ। ਥੈਂਕ ਯੂ ਸੋ ਮਚ ਫॉर योर टाइम ਤੇ ਗੁੱਡ ਲੱਕ ਕਹਿੰਦੇ ਆ ਤੁਹਾਡੇ ਫਿਊਚਰ ਵੈਂਚਰਸ ਦੇ ਲਈ, ਤੇ ਇਹ ਜਿਹੜੀ ਚੀਜ਼ ਹੈ ਆਪਣੇ ਆਪ ਨੂੰ ਪ੍ਰੂਵ ਕਰਨ ਦਾ ਜਨੂਨ, ਉਹਨੂੰ ਕਾਇਮ ਰੱਖਿਓ। ਥੈਂਕ ਯੂ ਜੀ, ਥੈਂਕ ਯੂ, ਬਹੁਤ 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 ਧੰਨਵਾਦ। ਥੈਂਕ ਯੂ, ਸ਼ੁਕਰੀਆ।